ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बर्स मैं हाँ तुहाडी होस्ट नीलम कौर ते मैं टीवी रीफोर दे सारे दर्शकों ते ਸਰੋਤਿਆਂ ਨੂੰ जी आया कहंदियां प्रोग्राम सचो सच विच ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ भी ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सच्चा सच है बहुत शुक्रिया जी डॉक्टर साहब। आज 1 दिसंबर 2021 18 मगर नानकशाही संमत 553 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਸੀਐਨ ਕੇਬਲ ਬੈਲਫਾਰਮ ਕੇਬਲ ਕੈਨੇਡਾ ਰੋਕੂ ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਆਪਾਂ ਤੁਹਾਨੂੰ ਦੱਸ ਦਈਏ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਕੈਲੀਫੋਰਨੀਆ ਤੋਂ ਸਰਦਾਰ ਰਣਜੀਤ ਸਿੰਘ ਢਿੱਲੋਂ ਜੀ ਹੋਰਾਂ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੀ ਸਮੁੱਚੀ ਟੀਮ ਦਾ ਧੰਨਵਾਦ ਕੀਤਾ ਹੈ ਔਰ ਟੀਵੀ 84 ਨੇ ਸਿੱਖ ਪੱਖ ਦੀ ਗੱਲ ਹਮੇਸ਼ਾ ਉਜਾਗਰ ਕੀਤੀ ਹੈ। ਜਿਸ ਕਿਸਮ ਦਾ ਜਿਹੜਾ ਪ੍ਰੋਪੇਗੈਂਡਾ ਸਿੱਖਾਂ ਖਿਲਾਫ ਕਈ ਦਹਾਕਿਆਂ ਤੋਂ ਦੇਖ ਰਹੇ ਹਾਂ ਟੀਵੀ 84 ਵਰਗੇ ਅਦਾਰਿਆਂ ਦੀ ਸਾਨੂੰ ਬਹੁਤ ਲੋੜ ਹੈ। ਸਰਕਾਰ ਦੇ ਝੂਠ ਨੂੰ ਬੇਪਰਦਾ ਕਰਨ ਲਈ ਟੀਵੀ 84 ਵਰਗੇ ਅਦਾਰਿਆਂ ਨੇ ਅਹਿਮ ਭੂਮਿਕਾ ਨਿਭਾਈ ਹੈ। ਸੋ ਦਰਸ਼ਕਾਂ ਨੂੰ ਬੇਨਤੀ ਕੀਤੀ ਗਈ ਹੈ ਆਪ ਸਭ ਆਪਣਾ ਦਸਵੰਧ ਕੱਢੋ ਤੇ ਟੀਵੀ 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਰਣਜੀਤ ਸਿੰਘ ਢਿੱਲੋਂ ਜੀ ਦਾ ਸ਼ੁਕਰੀਆ ਅਦਾ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਸਾਡੇ ਫੋਨ ਨੰਬਰ ਤੇ ਕਾਲ ਕਰ ਸਕਦੇ ਹੋ 5166619184। ਤੁਸੀਂ ਸਾਨੂੰ ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪ੍ਰੋਗਰਾਮ ਦੇ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿਰਸਾ ਅਕਾਲੀ ਦਲ ਝੂਠ ਬੂਸੀ ਮਾਰ ਕੇ ਬੀਜੇਪੀ ਵਿੱਚ ਸ਼ਾਮਲ ਹੋ ਗਏ ਹਨ। ਸੋ ਅਮਿਤ ਸ਼ਾਹ ਨੇ ਖੁੱਲੀਆਂ ਬਾਵਾਂ ਨਾਲ ਮਨਜਿੰਦਰ ਸਿਰਸੇ ਦਾ ਸਵਾਗਤ ਕੀਤਾ ਹੈ। ਭਾਵੇਂ ਅਕਾਲੀ ਦਲ ਵਿੱਚ ਰਹਿੰਦਿਆਂ ਵੀ ਮਨਜਿੰਦਰ ਸਿਰਸਾ ਬੀਜੇਪੀ ਦੀ ਬੋਲੀ ਹੀ ਬੋਲਦੇ ਸਨ ਪਰ ਹੁਣ ਉਹਨਾਂ ਨੇ ਪੂਰੀ ਤਰ੍ਹਾਂ ਹਿੰਦੂ ਤਵੀ ਦਾ ਪੱਲਾ ਬੇਸ਼ਰਮੀ ਨਾਲ ਫੜ ਲਿਆ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀ ਰਣਜੀਤ ਸਿੰਘ ਢਿੱਲੋਂ ਕੈਲੀਫੋਰਨੀਆ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਔਰ ਜਿਵੇਂ ਉਹਨਾਂ ਨੇ ਆਪਣੇ ਸੁਨੇਹੇ ਵਿੱਚ ਕਿਹਾ ਕਿ ਅੱਜ ਦੇ ਵਕਤ ਦੇ ਵਿੱਚ ਜੇ ਸਭ ਤੋਂ ਵੱਡਾ ਕੋਈ ਹਥਿਆਰ ਦੁਸ਼ਮਣ ਦੇ ਪ੍ਰੋਪੇਗੈਂਡੇ ਦਾ ਜਵਾਬ ਦੇਣ ਲਈ ਹੈ ਤੇ ਉਹ ਉਹਨਾਂ ਦੇ ਪੈਰਲਲ ਮੀਡੀਆ ਦਾ ਖੜਾ ਕਰਨਾ ਉਹਨਾਂ ਦੇ ਝੂਠ ਨੂੰ ਤਾਰ-ਤਾਰ ਕਰਨਾ। ਔਰ ਟੀਵੀ 84 ਪਿਛਲੇ 9 ਸਾਲ ਦੇ ਲਗਭਗ ਵਕਤ ਤੋਂ ਇਹ ਸੇਵਾਵਾਂ ਬਾਖੂਬੀ ਨਿਭਾ ਰਿਹਾ। ਅਸੀਂ ਇਕੱਲਾ ਇਹੀ ਨਹੀਂ ਬੇਸ਼ੱਕ ਅਮਰੀਕਾ ਤੋਂ ਅਸੀਂ ਸ਼ੁਰੂ ਹੋਏ ਔਰ ਕੇਬਲ ਨੈਟਵਰਕ ਔਰ ਬਾਅਦ ਦੇ ਵਿੱਚ ਹੁਣ ਤਾਂ ਆਈਪੀ ਬਾਕਸ ਨੇ ਆਲਮੋਸਟ ਸਾਰੇ ਚੈਨਲਸ ਨੂੰ ਮੌਕਾ ਦਿੱਤਾ ਪਰ ਅਸੀਂ ਜਿੱਥੇ ਕੋਈ ਵੀ ਅਹਿਮੀਅਤ ਵਾਲੀ ਘਟਨਾ ਹੁੰਦੀ ਹੈ ਉੱਥੋਂ ਸਾਡੀ ਲਾਈਵ ਕਵਰੇਜ ਹੁੰਦੀ ਹੈ। ਪੰਜਾਬ ਦੇ ਵਿੱਚ ਸਾਡੀ ਬੜੀ ਸੁਚੱਜੀ ਟੀਮ ਜਿਹੜੀ ਕਿ ਹਰ ਮੌਜੂ ਦੇ ਉੱਤੇ ਜਿਹੜੀ ਹੈ ਉਹ ਸਪੈਸ਼ਲ ਇੰਟਰਵਿਊ ਕਰਦੀ ਹੈ। ਦਿੱਲੀ ਬੇਸਡ ਸਾਡੀ ਟੀਮ ਵੀ ਬੇਸ਼ੱਕ ਉਹਨਾਂ ਦਾ ਦਾਇਰਾਕਾਰ ਅਜੇ ਦਿੱਲੀ ਦੀ ਸਿੱਖ ਸਿਆਸਤ ਤੋਂ ਉੱਪਰ ਨਹੀਂ ਜਾਂਦਾ ਪਰ ਅਸੀਂ ਆਉਣ ਵਾਲੇ ਪੀਰੀਅਡ ਦੇ ਵਿੱਚ ਇਹ ਦੇਖਾਂਗੇ ਕਿ ਹੋਰ ਵੀ ਜਿਹੜਾ ਵਾਈਡਰ ਰੇਂਜ ਦੇ ਵਿੱਚ ਕਵਰ ਕੀਤਾ ਜਾਏ। ਔਰ ਇਸ ਦੇ ਨਾਲ ਟੀਵੀ 84 ਕੱਲੀ ਸਿੱਖਾਂ ਦੀ ਜਾਂ ਖਾਲਿਸਤਾਨ ਦੀ ਆਵਾਜ਼ ਬੁਲੰਦ ਕਰਨ ਵਾਲਾ ਚੈਨਲ ਹੀ ਨਹੀਂ ਹੈ। ਕਸ਼ਮੀਰੀਆਂ ਦੇ ਹੱਕ ਦੇ ਵਿੱਚ ਜਿਵੇਂ ਕਨਸਟੈਂਟਲੀ ਪਿਛਲੇ 9 ਵਰੇ ਸਾਡੀ ਕੋਸ਼ਿਸ਼ ਰਹੀ ਕਿ ਜਿਵੇਂ ਸਾਡਾ ਦੁਸ਼ਮਣ ਇੱਕ ਹੈ ਔਰ ਸਾਡੀ ਮੰਜ਼ਿਲ ਆਜ਼ਾਦੀ ਹੈ ਅਸੀਂ ਹਮੇਸ਼ਾ ਇਹੀ ਨਹੀਂ ਵੀ ਸਾਥ ਦਿੱਤਾ ਹੈ ਜਾਂ ਸਿੰਪੈਥੀ ਰੱਖੀ ਹੈ ਅਸੀਂ ਐਮਪੈਥੀ ਰੱਖੀ ਹੈ। ਔਰ ਬਹੁਤ ਵਾਰ ਕੁਝ ਤੁਹਾਡੀਆਂ ਇਨਵੈਸਟਮੈਂਟਸ ਲੌਂਗ ਟਰਮ ਹੁੰਦੀਆਂ ਔਰ ਜਦੋਂ ਤੁਸੀਂ
ਬੀਤੇ ਦੇ ਇਤਿਹਾਸ ਤੇ ਤਾਂ ਤੁਹਾਡਾ ਕੋਈ ਕੰਟਰੋਲ ਨਹੀਂ ਹੁੰਦਾ। ਜੋ ਬੀਤਿਆ ਉਹ ਤਾਂ ਤੁਸੀਂ ਉਹਨੂੰ ਬਦਲ ਨਹੀਂ ਸਕਦੇ, ਪਰ ਤੁਸੀਂ ਬੀਤੇ ਦੇ ਵਿੱਚ ਜਿਹੜਾ ਤੁਹਾਡੇ ਦੁਸ਼ਮਣ ਨੇ ਇੱਕ ਅੱਗੋਂ ਦੁਸ਼ਮਣੀ ਵਾਲਾ ਨੈਰੇਟਿਵ ਬਣਾਇਆ ਹੋਏ, ਉਸ ਨੂੰ ਸਮਝਣ ਦੇ ਵਿੱਚ ਔਰ ਉਸ ਨੂੰ ਦੁਬਾਰਾ ਨੈਰੇਟ ਕਰਨ ਦੇ ਵਿੱਚ ਆਪਣਾ ਰੋਲ ਜ਼ਰੂਰ ਅਦਾ ਕਰ ਸਕਦੇ ਹੋ। ਸੋ ਇਹ ਸ਼ਰਫ TV 84 ਨੂੰ ਹਾਸਲ ਹੈ ਕਿ ਜਿਵੇਂ ਸਿੱਖਾਂ ਔਰ ਮੁਸਲਮਾਨਾਂ ਦੀਆਂ ਸਾਂਝਾਂ, ਸਾਡੀ ਤਹਿਜ਼ੀਬ, ਸਾਡੀ ਸਕਾਫਤ, ਸਾਡੀ ਬੋਲੀ ਔਰ ਸਾਡੀ ਤੌਹੀਦ, ਮਜ਼ਹਬ ਦੀ ਸਾਂਝ, ਉਸ ਦੇ ਲਈ ਅਸੀਂ ਜਿਹੜੀ ਹੈ ਉਹ ਕੋਸ਼ਿਸ਼ ਵੀ ਕੀਤੀ ਔਰ ਜਿੰਨਾ ਭਰਵਾਂ ਹੁੰਗਾਰਾ ਸਾਨੂੰ ਆਪਣੇ ਪਾਕਿਸਤਾਨੀ ਭੈਣਾਂ ਭਰਾਵਾਂ ਵੱਲੋਂ ਮਿਲ ਰਿਹਾ ਲਗਾਤਾਰਤਾ ਨਾਲ। ਔਰ ਇਹ ਨਹੀਂ ਕਿ ਸਧਾਰਨ ਜਾਂ ਆਮ ਆਵਾਮ ਤੱਕ, ਉਹ ਤਾਂ ਮੁਹੱਬਤ ਕਰਦੇ ਹੀ ਨੇ। ਅਸੀਂ ਇਹ ਦੇਖਦੇ ਹਾਂ ਵੀ ਕਿਵੇਂ ਉਹਨਾਂ ਦੇ ਇੰਟੈਲੈਕਚੁਅਲ, ਜਿਨ੍ਹਾਂ 'ਚ ਯੂਨੀਵਰਸਿਟੀ ਪ੍ਰੋਫੈਸਰਸ, ਡਾਕਟਰਸ, ਅੱਜ ਹੀ ਸਾਨੂੰ ਇੱਕ ਚਿੱਠੀ ਬੀਬੀ ਜਿਹੜੇ ਕਿ ਗਾਇਨੋਕੋਲੋਜਿਸਟ ਨੇ, ਉਹਨਾਂ ਨੇ ਲਿਖਿਆ ਮੈਂ ਪਿਛਲੇ 50 ਸਾਲ ਤੋਂ ਗਾਇਨੋਕੋਲੋਜੀ ਦੀ ਪ੍ਰੈਕਟਿਸ ਕਰਦੀ ਹਾਂ ਫੈਸਲਾਬਾਦ ਤੋਂ। ਉਹਨਾਂ ਨੇ ਜਿਸ ਮੁਹੱਬਤ ਦੇ ਨਾਲ ਸਾਨੂੰ ਲਿਖਿਆ, ਔਰ ਜਿਵੇਂ ਰੋਜ਼ਾਨਾ ਸਾਡੀਆਂ ਅਪਲੋਡਡ ਵੀਡੀਓਜ਼ ਦੇ ਉੱਤੇ ਜਿੰਨੇ ਕਮੈਂਟ ਹੁੰਦੇ ਨੇ, ਹਾਲਾਂਕਿ ਕੁਝ ਵਾਰ ਸਾਡੇ ਪਾਕਿਸਤਾਨੀ ਵੀਰ ਭੈਣਾਂ ਕਹਿਣਗੇ ਕਿ ਜ਼ਿਆਦਾ ਸਿੱਖ ਕਮੈਂਟ ਨਹੀਂ ਕਰਦੇ, ਔਰ ਸਾਡਾ ਇਹ ਕਹਿਣਾ ਹੁੰਦਾ ਹੁਣ ਵੀ ਸਾਡੇ ਪਾਕਿਸਤਾਨੀ ਭਰਾਵਾਂ ਨੇ ਬੜੀ ਮਿਹਨਤ ਦੇ ਨਾਲ ਇੱਕ ਖਾਲਿਸਤਾਨੀ ਸੌਂਗ ਜਿਹੜਾ ਕਿਸਾਨਾਂ ਨੂੰ ਸਮਰਪਿਤ ਕੀਤਾ ਸੀ, ਉਹ TV 84 ਨੂੰ ਉਸ ਦਾ ਕਾਪੀਰਾਈਟ ਦਿੱਤਾ ਸੀ। ਅਸੀਂ ਉਸ ਨੂੰ ਜਿਹੜਾ ਬੜੀ ਸ਼ਾਨੋ ਸ਼ੌਕਤ ਦੇ ਨਾਲ ਆਪਣੇ ਪ੍ਰੋਗਰਾਮ 'ਚ ਵੀ ਲਿਆਂਦਾ, ਔਰ ਅੱਜ ਹੀ ਸਾਨੂੰ YouTube ਤੋਂ ਨੋਟਿਸ ਮਿਲਿਆ ਕਿ ਉਸ ਸੌਂਗ ਨੂੰ YouTube ਨੇ ਇੰਡੀਆ ਦੇ ਵਿੱਚ ਬੈਨ ਕਰ ਦਿੱਤਾ ਹੈ, ਕਿਉਂਕਿ ਇੰਡੀਅਨ ਗਵਰਨਮੈਂਟ ਨੇ ਫਾਰਮਲ ਰਿਕੁਐਸਟ ਕੀਤੀ ਹੈ ਕਿ ਇਸ ਨੂੰ ਜਿਹੜਾ ਹੈ ਇਹ ਸੈਡੀਸ਼ੀਅਸ ਐਕਟ ਹੈ ਔਰ ਇਹਨੂੰ ਕੀਤਾ ਜਾਏ। ਉਹਨਾਂ ਨੇ ਸਾਨੂੰ 30 ਦਿਨ ਦਾ ਟਾਈਮ ਦਿੱਤਾ ਹੈ ਕਿ ਅਸੀਂ ਉਸ ਤੇ ਕੋਈ ਇਤਰਾਜ਼ ਕਰਨਾ ਚਾਹੀਏ। ਸੋ ਅਸੀਂ ਇਹ ਇਸ ਲਈ ਨਹੀਂ ਕਿ ਕੋਈ ਆਪਣਾ ਗੁੱਡਾ ਬੰਨਣ ਲਈ ਦੱਸ ਰਹੇ ਹਾਂ, ਅਸੀਂ ਇਹ ਦੇਖਦੇ ਹਾਂ ਕਿ ਕਿਵੇਂ ਭਾਰਤੀ ਸਿਸਟਮ, ਜਿਨ੍ਹਾਂ ਨੇ ਉੱਥੇ ਫੇਸਬੁੱਕ ਜਾਂ ਦੂਸਰੇ ਤਾਂ ਬਲੌਕ ਕੀਤੇ ਹੀ ਨੇ, ਇਸ ਲਈ ਇੱਕ ਵੱਡੀ ਮੈਜੋਰਿਟੀ ਲਗਭਗ 25-26 ਮਿਲੀਅਨ ਸਿੱਖਾਂ ਤੱਕ, ਭਾਰਤ ਵਿਚਲਿਆਂ ਤੱਕ ਸਾਡੀ ਪਹੁੰਚ ਨਹੀਂ ਹੁੰਦੀ ਹੈ। ਜਿਹੜਾ ਉਹ ਕੋਈ ਨਾ ਕੋਈ ਜਿਹੜੇ ਉੱਥੇ ਸਮਝਦੇ ਨੇ ਟੈਕਨੋਲੋਜੀ ਨੂੰ, ਔਰ ਸਾਨੂੰ ਇਹ ਸੁਜੈਸਟ ਵੀ ਕੀਤਾ ਚੰਡੀਗੜ੍ਹ ਤੋਂ ਇੱਕ ਸਾਡੇ ਵੀਰ ਨੇ ਕਿ ਇੱਥੇ ਉਹਨਾਂ ਨੂੰ ਕਹੋ ਕਿ ਭਾਈ ਸਮਾਰਟ TV ਹੁਣ ਸਾਰੇ ਪਾਸੇ ਨੇ, ਵੀ ਸਮਾਰਟ TV 'ਚੋਂ ਗੂਗਲ ਤੇ ਜਾ ਕੇ TV 84 ਨੂੰ ਲਾਈਵ ਦੇਖ ਸਕਦੇ ਨੇ, ਉਹਨਾਂ ਨੂੰ ਦੂਸਰੇ ਤੇ ਵੱਲ ਜਾਣ ਦੀ ਲੋੜ ਨਹੀਂ ਹੈ। ਪਰ ਜਿਹੜੀ ਗੱਲ ਮੈਂ ਇਹ ਕਹਿਣੀ ਚਾਹੁੰਦਾ ਕਿ ਅਸੀਂ ਬਿਲਕੁਲ ਵਿਦ ਅ ਹੰਬਲ ਬਿਗਨਿੰਗ ਔਰ ਬਹੁਤ ਥੋੜੇ ਸਾਧਨਾਂ ਦੇ ਨਾਲ, ਕੋਈ ਮਿਲੀਅਨਰ ਸਾਡੇ ਨਾਲ ਨਹੀਂ ਖੜੇ, ਕੋਈ ਹਕੂਮਤ ਜਿਹੜੀ ਹੈ ਉਹ ਸਾਡੀ ਬੈਕ ਤੇ ਨਹੀਂ ਹੈ। ਗੁਰਦੁਆਰਿਆਂ ਦੇ ਏਜੰਡੇ ਵੀ ਕਿਸ ਕਿਸਮ ਦੇ ਨੇ ਉਹ ਸਾਡੇ ਸਾਹਮਣੇ ਆ। ਅਸੀਂ ਲੋਕਲ ਹਾਲਾਤ ਦੇ ਵਿੱਚ ਵੀ ਦੇਖਿਆ ਕਿ ਕਿਵੇਂ ਜਿਹੜੇ ਇਹਨਾਂ ਨੂੰ ਜਿੰਨਾ ਜ਼ਲੀਲ ਕਰਨ, ਜਿੰਨਾ ਪੰਥ ਦਾ ਨੁਕਸਾਨ ਕਰਨ, ਫਿਰ ਵੀ ਉਹਨਾਂ ਨੂੰ ਲਿਆ ਕੇ ਉਹ ਪ੍ਰਾਇੋਰਟੀ ਦਿੰਦੇ ਨੇ ਉਹਨਾਂ ਨੂੰ। ਔਰ ਇਹੀ ਹਾਲ ਸਾਡੇ ਈਵਨ ਪੰਥਕ ਜਥੇਬੰਦੀਆਂ ਦਾ ਵੀ ਹੈ। ਉਹਨਾਂ ਦੇ ਲਈ TV 84 ਕਈ ਵਾਰ ਉਹਨਾਂ ਦੇ ਲਈ ਤਕਲੀਫਦੇਹ ਹੋ ਜਾਂਦਾ ਹੈ। ਪਤਾ ਨਹੀਂ ਕਿਹਦਾ ਕੀ ਏਜੰਡਾ, ਅਸੀਂ ਕਿਸੇ ਤੇ ਕਦੇ ਬਿਨਾਂ ਸਬੂਤਾਂ ਤੋਂ ਉਂਗਲ ਨਹੀਂ ਚੁੱਕਣਾ ਚਾਹੁੰਦੇ, ਪਰ ਮੈਨੂੰ ਬਹੁਤ ਵਾਰ ਲੱਗਦਾ ਹੁੰਦਾ ਹੈ ਕਿ ਵੀ ਕਈਆਂ ਨੇ ਤਾਂ ਐਵੇਂ ਇੱਕ ਫਸਾਦ ਹੀ ਖੜਾ ਕੀਤਾ ਹੋਇਆ ਹੈ। ਫਸਾਡ ਅੰਗਰੇਜ਼ੀ ਦਾ ਜਿਹੜਾ ਲਫ਼ਜ਼ ਹੈ, ਨਾਟ ਫਸਾਦ, ਕਿ ਵੀ ਲੇਕਿਨ ਉਹ ਇਵੇਂ ਹੀ ਹੈ ਕਿ ਜਿਵੇਂ ਉਹਨਾਂ ਨੇ ਇੱਕ ਪੁੱਟ ਔਨ ਕੀਤਾ ਹੋਇਆ। ਅਦਰਵਾਈਜ਼ ਕੋਈ ਰੀਜ਼ਨ ਨਹੀਂ ਹੈ ਕਿ TV 84 ਜਿਹਨੇ ਆਪਣਾ ਪਲੇਟਫਾਰਮ ਹਰ ਇੱਕ ਨੂੰ ਪ੍ਰੋਵਾਈਡ ਕੀਤਾ। ਹੁਣ ਵੀ ਹਾਲਾਂਕਿ ਕੁਝ ਲੋਕ ਜਿਹੜੇ 2 ਸਾਲ ਪਹਿਲਾਂ ਜਾਂ ਕੋਈ ਨੈਗੇਟਿਵਿਟੀ ਕਰਦੇ ਸੀ, ਹੁਣ ਜੇ ਉਹ ਪੋਜ਼ਿਟਿਵਿਟੀ ਵੀ ਕਰਦੇ ਨੇ ਕਿ ਨਹੀਂ, ਪਰ ਇਨ ਦਾ ਐਂਡ ਆਫ ਦਾ ਡੇ ਮੈਂ ਜਿਹੜੀ ਗੱਲ ਕਹਿ ਕੇ ਕਨਕਲੂਡ ਕਰਾਂ ਕਿ ਜੇ ਅਸੀਂ ਕਿਸੇ ਦੇ ਉੱਤੇ ਤਵੱਕੋ ਰੱਖਦੇ ਹਾਂ ਜਾਂ ਕਿਸੇ ਤੇ ਸਾਡਾ ਤਕੀਆ ਹੈ ਤੇ ਉਹ ਸਾਡੇ ਭਾਈ ਲਾਲੋਆਂ ਤੇ ਹੈ। ਔਰ ਮੇਰਾ ਇਹ ਹਮੇਸ਼ਾ ਸਿਦਕ ਵਿਸ਼ਵਾਸ ਵੀ ਰਿਹਾ ਕਿ ਗੁਰੂ ਨਾਨਕ ਸਾਹਿਬ ਨੇ ਜਦੋਂ ਆਪਣੇ ਰੂਹਾਨੀ ਸਫ਼ਰ ਸ਼ੁਰੂ ਕੀਤੇ, ਜਿਨ੍ਹਾਂ ਲਈ ਲਫ਼ਜ਼ ਅਸੀਂ ਉਦਾਸੀ ਇਸਤੇਮਾਲ ਕਰਦੇ, ਤੇ ਉਹਨਾਂ ਨੇ ਪਹਿਲਾ ਟਿਕਾਣਾ ਸੁਲਤਾਨਪੁਰ ਲੋਧੀ ਤੋਂ ਤੁਰ ਕੇ ਉਹਨਾਂ ਨੇ ਭਾਈ ਲਾਲੋ ਦੇ ਘਰ ਕੀਤਾ ਸੀ। ਔਰ ਉਹ ਭਾਈ ਲਾਲੋ ਇੱਕ ਗਰੀਬ ਸਿੱਖ, ਕਿਰਤੀ ਸਿੱਖ, ਤਰਖਾਣਾ ਕੰਮ ਕਰਨ ਵਾਲਾ, ਜਿਹੜਾ ਬੜੀ ਮਿਹਨਤ ਦੇ ਨਾਲ ਜਿਹੜਾ ਉਹ ਆਪਣੀ ਕਿਰਤ ਕਰਦਾ ਸੀ। ਔਰ ਕਿੰਨੇ ਕੁ ਉਸ ਪੀਰੀਅਡ ਦੇ ਸਾਧਨ ਹੋਣਗੇ, ਔਰ ਅਸੀਂ ਤਾਂ ਦੇਖਿਆ ਈਵਨ ਮਾਲਵੇ ਦੇ ਹਵਾਲੇ ਨਾਲ ਅਸੀਂ ਦੇਖਦੇ ਹਾਂ ਕਿ ਜਦੋਂ ਇੱਥੇ ਉਹੀ ਰੇਤੇ ਦੇ ਬੜੇ ਡਿਊਨ ਸੀ, ਬੜੇ ਪਹਾੜ ਔਰ ਗੁਰਬਤ ਸੀ, ਤੇ ਕਣਕ ਦਾ ਆਟਾ ਤਾਂ ਕਿਸੇ ਆਏ ਗਏ ਲਈ ਹੁੰਦਾ ਸੀ, ਛੋਲੇ ਨੇ ਜਾਂ ਜਵਾਰ ਹੈ ਜਿਹੜੀ ਉੱਥੋਂ ਦੀਆਂ ਫਸਲਾਂ ਸੀ, ਕਣਕ ਦਾ ਕਿ ਕੋਈ ਮਹਿਮਾਨ ਆਏ। ਸੋ ਜਦੋਂ ਅਸੀਂ ਕੋਧਰੇ ਦੀ ਗੱਲ ਕਰਦੇ ਹਾਂ ਕਿ ਕੋਧਰੇ ਦੀ ਰੋਟੀ ਗੁਰੂ ਨਾਨਕ ਸਾਹਿਬ ਨੇ ਖਾਧੀ,
तो ਜ਼ਾਹਰ ਹੈ ਕਿ ਅੱਜ ਜਿਹਨੂੰ ਅਸੀਂ ਇੱਕ ਡੰਗਰਾਂ ਦੀ ਖੁਰਾਕ ਕਹਿ ਸਕਦੇ ਹਾਂ ਜਾਂ ਜਿਹੜੀ ਆਮ ਜਿਹੜੇ ਨੇ ਉਹ ਲੋਕ ਗਰੀਬ ਲੋਕ ਹੀ ਉਸ ਦਾ ਇਸਤੇਮਾਲ ਕਰਦੇ ਸੀ। ਔਰ ਇਹ ਬਾਬਾ ਫਰੀਦ ਜੀ ਨੇ ਵੀ ਕੋਧਰੇ ਦਾ ਜ਼ਿਕਰ ਕੀਤਾ ਹੈ ਕਿ ਭਾਈ ਜਿਹੜਾ ਹੰਸ ਜਿਹੜਾ ਉਹ ਕੋਧਰਾ ਨਹੀਂ ਖਾਂਦਾ। ਸੋ ਜ਼ਾਹਰ ਹੈ ਕਿ ਵੀ ਲੇਕਿਨ ਕਿਵੇਂ ਗੁਰੂ ਨਾਨਕ ਸਾਹਿਬ ਨੇ ਨਾ ਸਿਰਫ ਉਸ ਗਰੀਬ ਭਾਈ ਲਾਲੋ ਦੇ ਘਰ ਨੂੰ, ਔਰ ਅੱਜ ਵੀ ਇਮਨਾਬਾਦ ਸ਼ਹਿਰ ਦੇ ਅੰਦਰ ਉਹ ਗੁਰਦੁਆਰਾ ਸਾਹਿਬ ਮੌਜੂਦ ਹੈ ਜਿਹੜਾ ਭਾਈ ਲਾਲੋ ਦਾ ਘਰ ਸੀ, ਭਾਈ ਲਾਲੋ ਦੀ ਖੂਹੀ ਕਰਕੇ ਵੀ ਉਹਦੇ ਨਾਲ ਵੱਜਦੀ ਹੈ। ਉਹ ਬੇਸ਼ੱਕ ਕੋਈ ਹੋਰ ਜਿਹੜਾ ਹੋਏਗਾ ਪਰ ਭਾਈ ਲਾਲੋ ਦੇ ਨਾਂ ਨਾਲ ਉਹ ਜੁੜੀ ਹੋਈ ਹੈ। ਔਰ ਇਹੀ ਨਹੀਂ, ਔਰ ਜਦੋਂ ਉਸ ਇਲਾਕੇ ਦੇ ਅਮੀਰ, ਕਿਉਂਕਿ ਮਲਕ ਲਫ਼ਜ਼ ਕਈ ਵਾਰ ਹਾਲਾਂ ਜਾਤੀ ਵਾਚਕ ਵੀ ਹੈ, ਪਰ ਮੈਨੂੰ ਇਹ ਲੱਗਦਾ ਹੈ ਕਿ ਵੀ ਜਿਹੜੇ ਟਾਈਟਲ ਉਸ ਵੇਲੇ ਦਿੱਤੇ ਜਾਂਦੇ ਸੀ, ਕਿਉਂਕਿ ਤੁਹਾਨੂੰ ਮਲਕ ਸਿੱਖਾਂ ਦੇ ਵਿੱਚ ਵੀ ਮਿਲਣਗੇ, ਹਿੰਦੂਆਂ ਦੇ ਵਿੱਚ ਵੀ ਮਿਲਣਗੇ, ਮੁਸਲਮਾਨਾਂ ਦੇ ਵਿੱਚ ਵੀ ਮਿਲਣਗੇ। ਸੋ ਇਹ ਟਾਈਟਲ ਵੀ ਸੀ ਜਿਹੜੇ ਲੋਕ ਥੋੜੇ ਬਹੁਤ ਰਸੂਖ ਵਾਲੇ ਸੀ ਜਾਂ ਵੱਡੇ ਜ਼ਿਮੀਂਦਾਰ ਸੀ, ਉਹ ਜਿਹੜੇ ਨੇ ਹਕੂਮਤ ਦੇ ਮਲਕ ਬਣ ਕੇ ਜਿਹੜਾ ਉਹ ਗਵਰਨ ਕਰਦੇ ਸੀ ਜਾਂ ਉਹਨਾਂ ਦੇ ਕੋਲ ਕੁਝ ਪਾਵਰ ਸੀ, ਕਿਉਂਕਿ ਰੈਵਨਿਊ ਦਾ ਸਿਸਟਮ ਉਹਨਾਂ ਦਾ ਆਪਣੀ ਕਿਸਮ ਦਾ ਸੀ। ਸੋ ਭਾਗੋ ਨਾਂ ਦਾ ਇੱਕ ਉੱਚੀ ਜ਼ਾਤ ਦਾ ਬੰਦਾ ਜਿਸ ਦੇ ਨਾਂ ਨਾਲ ਮਲਕ ਭਾਗੋ ਲੱਗਦਾ ਹੈ, ਕਿਉਂਕਿ ਮਲਕ ਟਾਈਟਲ ਹੈ, ਇਸ ਗੱਲ ਦਾ ਧਿਆਨ ਰਹੇ। ਔਰ ਉਹਨੂੰ ਲੱਗਾ ਕਿ ਵੀ ਉਹਨੇ ਸੱਦਾ ਭੇਜਿਆ, ਉਹਨੂੰ ਪਤਾ ਲੱਗਿਆ ਕਿ ਭਾਈ ਸਾਰੇ ਜਿਵੇਂ ਇਸ ਕਿਸਮ ਦੇ ਲੋਕ ਜਿਹੜੇ ਰਿਚ ਬਣਦੇ ਤਾਂ ਐਕਸਪਲੋਇਟੇਸ਼ਨ ਨਾਲ ਸੀ, ਲੇਕਿਨ ਇਹ ਦੱਸਣ ਦੇ ਲਈ ਵੀ ਅਸੀਂ ਬੜੇ ਧਰਮੀ ਹੈ। ਉਹਨੇ ਜਿਹੜਾ ਇੱਕ ਬ੍ਰਹਮ ਭੋਜ ਰੱਖਿਆ ਹੋਇਆ ਸੀ ਕਿ ਇਲਾਕੇ ਦੇ ਜੀ ਸਾਰੇ ਗਰੀਬ ਗੁਰਬੇ ਨੂੰ, ਫਕੀਰਾਂ ਨੂੰ, ਸਾਧੂਆਂ ਨੂੰ, ਪੀਰਾਂ ਨੂੰ ਖਵਾਉਣ ਦਾ, ਤੇ ਉਸ ਦੇ ਸਿਪਾਹੀ ਵੀ ਆਉਂਦੇ ਨੇ, ਉਸ ਦੇ ਸੱਦੇ ਪਹਿਲਾਂ ਬ੍ਰਾਹਮਣ ਆਉਂਦਾ ਸੱਦਾ ਲੈ ਕੇ, ਗੁਰੂ ਨਾਨਕ ਸਾਹਿਬ ਨਹੀਂ ਜਾਂਦੇ। ਔਰ ਜਿਹੜਾ ਇਸ ਸਾਖੀ ਨੂੰ ਅਸੀਂ ਕਨਕਲੂਡ ਕਰਦੇ ਹਾਂ ਕਿ ਗੁਰੂ ਨਾਨਕ ਸਾਹਿਬ ਵੰਗਾਰਦੇ ਨੇ ਉਸ ਨੂੰ ਉਸ ਭਰੀ ਮਹਿਫਲ ਦੇ ਵਿੱਚ ਕਿ ਵੀ ਇਹ ਜਿਹੜਾ ਤੇਰਾ ਆਹਾਰ ਹੈ, ਜਿਹੜਾ ਤੂੰ ਗਰੀਬਾਂ ਦੀ ਐਕਸਪਲੋਇਟੇਸ਼ਨ ਦੇ ਨਾਲ ਇਕੱਠਾ ਕੀਤਾ ਹੈ, ਲਹੂ ਹੈ, ਤੇ ਇਹ ਭਾਈ ਲਾਲੋ ਉਸ ਦੀ ਕੋਧਰੇ ਦੀ ਰੋਟੀ ਮੇਰੇ ਲਈ ਦੁੱਧ ਵਾਂਗ ਹੈ, ਇਹ ਦੁੱਧ ਹੈ। ਔਰ ਇਸ ਦਾ ਬੜਾ, ਔਰ ਇਹੀ ਨਹੀਂ, ਗੁਰੂ ਸਾਹਿਬ ਦੀ ਜਦੋਂ ਅਸੀਂ ਬਾਣੀ ਦੇਖਦੇ ਹਾਂ, ਬੇਸ਼ੱਕ ਗੁਰੂ ਗ੍ਰੰਥ ਸਾਹਿਬ 'ਚ ਸਾਨੂੰ ਕੋਈ ਇਤਿਹਾਸ ਨਹੀਂ ਮਿਲਦਾ ਕਿਉਂਕਿ ਉਹ ਤਾਂ ਰੱਬੀ ਕਲਾਮ ਹੈ, ਪਰ ਜਿਹੜੇ ਉਹਨਾਂ ਦੀਆਂ ਟੀਚਿੰਗਸ ਨੇ, ਗੁਰੂ ਸਾਹਿਬ ਦੇ ਉਪਦੇਸ਼ ਨੇ, ਉਹਨਾਂ ਦਾ ਸਾਨੂੰ ਹਵਾਲਾ ਜ਼ਰੂਰ ਮਿਲਦਾ ਹੈ। ਔਰ ਕਿਉਂਕਿ ਜੇ ਭਾਰਤ ਦੇ ਹਵਾਲੇ ਨਾਲ ਦੇਖਿਆ ਜਾਏ, ਸਭ ਤੋਂ ਅਮੀਰ ਅੱਜ ਵੀ ਜੇ ਅਡਾਨੀ, ਅੰਬਾਨੀ, ਇਹ ਸਾਰੇ ਜਿਹੜੇ ਨੇ, ਅਡਵਾਨੀ, ਇਹ ਸਾਰੇ ਲੋਕ ਵੱਡੇ ਵੱਡੇ ਜੇਠ ਮਲਾਨੀ, ਬੜੇ ਬੜੇ ਅਮੀਰ ਔਰ ਦੂਜੇ ਰਹੇ ਨੇ, ਇਹ ਉਹੀ ਰੀਜਨ ਹੈ ਮਾਰਵਾੜ ਦਾ, ਜਿਸ ਮਾਰਵਾੜ 'ਚ ਮੌਜੂਦਾ ਰਾਜਸਥਾਨ ਵੀ ਹੈ, ਗੁਜਰਾਤ ਵੀ ਹੈ ਕਿਸੇ ਵੇਲੇ, ਕਿਉਂਕਿ ਗੁਜਰਾਤ ਔਰ ਬੰਬੇ ਇਹ ਹਿੱਸਾ ਸੀ ਸਿੰਧ ਪ੍ਰਾਂਤ ਦਾ ਹੀ, ਜਿਹੜਾ ਸਿੰਧ ਅੱਜ ਉਹ ਡਿਵਾਈਡ ਹੋਇਆ, ਫਿਰ ਅੰਗਰੇਜ਼ਾਂ ਨੇ 20th ਸੈਂਚੁਰੀ 'ਚ ਕੀਤਾ, ਇੱਕ ਬੰਬੇ ਪ੍ਰੋਵਿੰਸ ਬਣਾਇਆ, ਸਿੰਧ ਸੂਬਾ ਅੱਡ ਕੀਤਾ, ਬਾਅਦ 'ਚ ਬੰਬੇ ਨੂੰ ਉਹਨਾਂ ਨੇ ਡਿਵਾਈਡ ਕੀਤਾ ਮਹਾਰਾਸ਼ਟਰ ਔਰ ਗੁਜਰਾਤ ਦੇ ਵਿੱਚ। ਸੋ ਉਸ ਸਾਰੇ ਦੇ ਜਿਹੜੇ ਬੜੇ ਸਭ ਤੋਂ ਅਮੀਰ ਲੋਕ ਨੇ ਜਿਨ੍ਹਾਂ ਨੂੰ ਮਾਰਵਾੜੀ ਕਿਹਾ ਜਾਂਦਾ, ਕਿਉਂਕਿ ਮਾਰਵਾੜ ਇਹ ਰੀਜਨ ਹੈ ਡੈਜ਼ਰਟ ਵਾਂਗ, ਤੇ ਇਹ ਬਹੁਤੇ ਉਹਨਾਂ 'ਚੋਂ ਜੈਨੀ ਨੇ ਜਿਹੜੇ ਕਿ ਈਵਨ ਜ਼ਮੀਨ 'ਚ ਉੱਗੀਆਂ ਜਿਹੜੀਆਂ ਚੀਜ਼ਾਂ ਨੇ, ਜ਼ਮੀਨ 'ਚੋਂ ਨਿਕਲਦੀਆਂ ਨੇ, ਜਿਨ੍ਹਾਂ ਦੇ ਵਿੱਚ ਗੰਢੇ ਨੇ ਜਾਂ ਲਸਣ ਨੇ ਜਾਂ ਦੂਜੇ ਨੇ, ਉਹ ਵੀ ਨਹੀਂ ਖਾਂਦੇ ਕਿ ਜੀ ਇਹਦੇ ਨਾਲ ਜੀਵ ਮਰਦੇ ਨੇ। ਉਹਨਾਂ ਦੇ ਜਿਹੜੇ ਮੰਕ ਨੇ ਉਹ ਨੱਕ ਦੇ ਉੱਤੇ ਉਹਨਾਂ ਨੇ ਪੱਟੀ ਬੰਨੀ ਹੁੰਦੀ ਹੈ ਕਿ ਵੀ ਕੋਈ ਅੰਦਰ ਕੀੜੇ ਮਕੌੜੇ ਨਾ ਚਲੇ ਜਾਣ, ਪੈਰਾਂ 'ਚ ਜੁੱਤੀ ਨਹੀਂ ਪਾਈ ਹੁੰਦੀ, ਔਰ ਬੜੇ ਵੈਜੀਟੇਰੀਅਨ ਪਰਹੇਜ਼ਗਾਰ ਜੈਨੀ। ਤੇ ਗੁਰੂ ਨਾਨਕ ਸਾਹਿਬ ਦਾ ਜਦੋਂ ਅਸੀਂ ਇਹ ਬਾਣੀ ਦੇਖਦੇ ਹਾਂ ਕਿ ਜੇ ਰਤ ਲੱਗਿਆ ਕੱਪੜੇ ਜਾਮਾ ਹੋਏ ਪਲੀਤ, ਜੋ ਰਤ ਪੀਵੈ ਮਾਨਸਾ ਤਿੰਨ ਕਿਉਂ ਨਿਰਮਲ ਚੀਤ, ਕਿ ਵੀ ਤੁਸੀਂ ਇੰਨੇ ਕੋ ਪਰਹੇਜ਼ਗਾਰ ਸੂਤਕ ਵੀ ਮੰਨਦੇ ਹੋ ਕਿ ਜੇ ਇੱਕ ਡ੍ਰੌਪ ਬਲੱਡ ਦਾ ਕੱਪੜੇ ਨੂੰ ਲੱਗ ਜਾਏ ਤੇ ਉਹ ਪਲੀਤ ਮੰਨਿਆ ਜਾਂਦਾ ਹੈ, ਉਹ ਡਰਟੀ ਹੈ। ਪਰ ਜਿਹੜੇ ਲੋਕ ਜੋ ਰਤ ਪੀਵੈ ਮਾਨਸਾ, ਜਿਹੜੇ ਇਨਸਾਨਾਂ ਦਾ ਲਹੂ ਪੀਂਦੇ ਨੇ, ਹੁਣ ਇਨਸਾਨਾਂ ਦਾ ਲਹੂ ਕੌਣ ਪੀਂਦੇ ਨੇ? ਜਿਹੜੇ ਐਕਸਪਲੋਇਟਡ ਲੇਬਰ ਕਰਦੇ ਨੇ, ਜਿਹੜੇ ਗਰੀਬਾਂ ਦਾ ਹੱਕ ਮਾਰਦੇ ਨੇ, ਜਿਹੜੇ 10-10 ਗੁਣਾ ਜਿਹੜਾ ਉਹ ਪ੍ਰੋਫਿਟ ਲੈ ਕੇ ਚੀਜ਼ਾਂ ਵੇਚਦੇ ਨੇ, ਜਿਹੜੇ ਸੂਦਖੋਰ ਨੇ। ਇਸੇ ਲਈ ਸੂਦ ਦੀ ਵੀ ਸਿੱਖੀ ਦੇ ਵਿੱਚ ਮਨਾਹੀ ਹੈ, ਜਿਵੇਂ ਇਸਲਾਮ ਦੇ ਵਿੱਚ ਹਰਾਮ ਹੈ, ਕਿਉਂਕਿ ਇਹ ਸੂਦ ਦੂਜਾ ਇਹ ਸਾਰੀ ਉਹ ਐਕਸਪਲੋਇਟੇਸ਼ਨ ਸੀ। ਗੁਰੂ ਸਾਹਿਬ ਨੇ ਕਿਹਾ ਤੁਸੀਂ ਕਿਸ ਕਿਸਮ ਦੇ ਧਰਮ ਨੂੰ ਮੰਨਦੇ ਹੋ ਕਿ ਇੱਕ ਪਾਸੇ ਇੱਕ ਖੂਨ ਦਾ ਡ੍ਰੌਪ ਲੱਗ ਜਾਏ ਤੇ ਕੱਪੜਾ ਜਿਹੜਾ ਉਹ ਪਲੀਤ ਮੰਨਿਆ ਜਾਂਦਾ ਹੈ, ਤੇ ਜਿਹੜੇ ਇਨਸਾਨਾਂ ਦਾ ਲਹੂ ਜੋ ਰਤ ਪੀਵੈ ਮਾਨਸਾ,
ਤੁਸੀਂ ਇਨਸਾਨਾਂ ਦਾ ਲਹੂ ਨਿਚੋੜ ਕੇ ਪੀਣ ਨਾਲ ਤਿੰਨ ਕਿਉਂ ਨਿਰਮਲ ਚੀਤ, ਤੁਹਾਡੇ ਚਿੱਤ ਜਾਂ ਤੁਹਾਡੇ ਮਨ ਕਿਵੇਂ ਜਿਹੜੇ ਨੇ ਉਹ ਸਾਫ਼ ਹੋ ਸਕਦੇ ਨੇ। ਸੋ ਮੈਂ ਇਸ ਲਈ ਵੀ ਵੇਰਵੇ ਵਿੱਚ ਕਿਹਾ ਕਿ ਬਹੁਤ ਵਾਰ ਅਸੀਂ ਕ੍ਰਿਸ਼ਮਾਈ ਤੌਰ ਦੇ ਉੱਤੇ ਤਾਂ ਸਾਖੀਆਂ ਜ਼ਰੂਰ ਸੁਣਾਉਂਦੇ ਹਾਂ, ਉਹਨਾਂ ਦੇ ਵਿੱਚ ਅਸੀਂ ਦੱਸਦੇ ਹਾਂ ਕਿ ਗੁਰੂ ਸਾਹਿਬ ਨੇ ਇੱਕ ਹੱਥ 'ਚ ਕੋਦਰੇ ਦੀ ਰੋਟੀ ਫੜੀ, ਇੱਕ ਹੱਥ 'ਚ ਮਲਕ ਭਾਗੋ ਦਾ ਮਾਲ ਪੂੜਾ ਫੜਿਆ ਔਰ ਉਹਨਾਂ ਨੂੰ ਨਿਚੋੜਿਆ, ਇੱਕ 'ਚੋਂ ਦੁੱਧ ਨਿਕਲਿਆ, ਇੱਕ 'ਚੋਂ ਖੂਨ ਨਿਕਲਿਆ। ਲੇਕਿਨ ਮੈਸੇਜ ਇਸ ਦਾ ਇਹ ਹੈ ਕਿ ਕਿਰਤ ਕਮਾਈ, ਜਿਹਨੂੰ ਰਿਜ਼ਕੇ ਹਲਾਲ, ਔਰ ਅੱਜ ਸਾਡਾ ਇੱਕ ਵੱਡਾ ਹਿੱਸਾ ਇਹੀ ਨਹੀਂ ਕਿ ਵੀ ਅਸੀਂ ਇਸ ਤੋਂ ਦੂਰ ਹੁੰਦੇ ਜਾ ਰਹੇ ਹਾਂ। ਬੇਈਮਾਨੀ ਦੇ ਨਾਲ ਕਮਾਈ ਔਰ ਰਿਜ਼ਕ ਜਿਹੜਾ ਇਮਾਨਦਾਰ, ਉਹਦੇ 'ਚ ਫਰਕ ਨਹੀਂ ਹੈ। ਅਸੀਂ ਸਾਡੀਆਂ ਸੰਸਥਾਵਾਂ, ਸਾਡੇ ਵੱਡੇ ਵੱਡੇ ਲੋਕ, ਮਜ਼ਹਬੀ ਲੋਕ ਵੀ ਉਹਨਾਂ ਦੇ ਮਗਰ ਲੱਗਦੇ ਨੇ ਜਾਂ ਉਹਨਾਂ ਨੂੰ ਵਡਿਆਉਂਦੇ ਨੇ ਜਿਹੜੇ ਧਨਾੜ ਕਲਾਸ ਹੈ, ਜਿਨ੍ਹਾਂ ਦੇ ਵਿੱਚ ਬਹੁਤ ਸਾਰੇ ਇਮਾਨਦਾਰ ਨੇ। ਇਹ ਨਹੀਂ ਹੈ ਕਿ ਵੀ ਕੋਈ ਅਮੀਰ ਦੇ ਲਈ ਰੱਬ ਦਾ ਦਰਵਾਜ਼ਾ ਬੰਦ ਹੋ ਜਾਂਦਾ, ਇਹ ਵੀ ਨਹੀਂ ਹੈ ਕਿ ਸਾਰੇ ਹੀ ਇਵੇਂ ਨੇ, ਕੋਈ ਨਾ ਕੋਈ ਐਕਸੈਪਸ਼ਨਸ ਹੋਣਗੀਆਂ। ਲੇਕਿਨ ਕੁੱਲ ਮਿਲਾ ਕੇ ਜੇ ਤੁਸੀਂ ਦੇਖੋਗੇ ਕਿ ਸਿੱਖੀ ਦੀਆਂ ਫਾਊਂਡੇਸ਼ਨਸ ਕਿਰਤੀ ਸਿੱਖਾਂ ਨੇ ਰੱਖੀਆਂ। ਅੱਜ ਵੀ ਜੇ ਅਸੀਂ ਕਿਸਾਨ ਲਹਿਰ ਦੀ ਕਾਮਯਾਬੀ ਦੀ ਗੱਲ ਕਰੀਏ, 80% ਤੋਂ ਜ਼ਿਆਦਾ ਉਹ ਕਿਸਾਨ ਜਿਨ੍ਹਾਂ ਦੇ ਕੋਲ 5 ਏਕੜ ਤੋਂ ਵੀ ਘੱਟ ਜ਼ਮੀਨ ਹੈ। ਹੁਣ ਉਹਨਾਂ ਤੋਂ ਵੱਧ ਕੇ ਹੋਰ ਕੌਣ ਕਿਰਤੀ ਔਰ ਗਰੀਬ ਹੋ ਸਕਦਾ ਹੈ ਕਿ ਉਹੀ ਉਹਨਾਂ ਦੀ ਰੋਟੀ ਰੋਜ਼ੀ ਹੈ। ਲੇਕਿਨ ਗੁਰੂ ਦੀ ਬਰਕਤ ਵੀ ਉੱਥੇ ਹੀ ਪੈਂਦੀ ਹੈ। ਜੇ ਇੱਕ ਪਾਸੇ ਅਡਾਨੀ, ਅੰਬਾਨੀ, ਪਤੰਜਲੀ ਜਿਨ੍ਹਾਂ ਦੀ ਬੈਕ ਤੇ ਖੜੇ ਸੀ ਮੋਦੀ ਐਂਡ ਕੰਪਨੀ ਦੇ, ਤੇ ਦੂਜੇ ਪਾਸੇ ਸਧਾਰਨ ਕਸ਼ਹਿਰਿਆਂ ਵਾਲੇ ਸਿੰਘ, ਸਧਾਰਨ ਸਾਡੀਆਂ ਬੀਬੀਆਂ, ਉਹੀ ਵਿਚਾਰੀਆਂ ਉੱਥੋਂ ਉੱਠ ਕੇ ਲੋਹਾਂ ਦੇ ਉੱਤੇ ਰੋਟੀਆਂ ਬਣਾ ਰਹੀਆਂ, ਰਾਤਾਂ ਜਾਗ ਰਹੀਆਂ, ਦਿਨੇ ਜਿਹੜਾ ਉਹ ਵਾਹਿਗੁਰੂ ਵਾਹਿਗੁਰੂ ਕਰਦੇ ਆ, ਕਹਿੰਦੇ ਭਾਈ ਅਸੀਂ ਇੱਥੇ ਬੈਠੀਆਂ ਜਿੱਤ ਕੇ ਜਾਵਾਂਗੇ। ਹੁਣ ਉਹ ਫੇਥ ਤੋਂ ਬਿਨਾ ਕੀ ਹੈ? ਸੋ ਇੱਕ ਪਾਸੇ ਉਹ ਕਲਾਸ ਹੈ, ਔਰ ਹਮੇਸ਼ਾ ਜਿਹਨੂੰ ਗੁਰੂ ਸਾਹਿਬ ਨੇ ਫਰਮਾਇਆ ਸੀ, ਗੁਰੂ ਨਾਨਕ ਸਾਹਿਬ ਨੇ, ਕਿ ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ, ਵੱਡਿਆਂ ਸਿਉ ਕਿਆ ਰੀਸ, ਜਿੱਥੇ ਨੀਚ ਸੰਭਾਲੀਆਂ ਤਿੱਥੇ ਨਦਰ ਤੇਰੀ ਬਖਸ਼ਿਸ਼। ਕਿ ਮੈਂ ਉਹਨਾਂ ਨਾਲ ਖੜਾ ਜਿਹੜੇ ਨੀਵੇਂ ਨੇ, ਜਿਹੜੇ ਨਿਤਾਣੇ ਨੇ, ਜਿਨ੍ਹਾਂ ਨੂੰ ਦੁਰਕਾਰਿਆ ਹੋਇਆ, ਜਿਨ੍ਹਾਂ ਨੂੰ ਕੋਈ ਆਨਰ ਨਹੀਂ ਹੈ। ਕਿਉਂਕਿ ਅਲਟੀਮੇਟਲੀ ਸਾਡੇ ਸਮਾਜ ਦੇ ਵਿੱਚ ਉਦੋਂ ਵੀ ਤੇ ਅੱਜ ਵੀ ਆਨਰ ਪੈਸੇ ਨਾਲ ਜੁੜਿਆ ਹੋਇਆ ਹੈ, ਆਨਰ ਵੱਡੇ ਕੁਨਬੇ ਨਾਲ ਜੁੜਿਆ ਹੋਇਆ, ਅਹੁਦਿਆਂ ਨਾਲ ਜੁੜਿਆ ਹੋਇਆ। ਸੋ ਇਸ ਸਾਰੇ ਦੇ ਚੱਲਦੇ ਆ ਅਸੀਂ TV 84 ਦਾ ਪ੍ਰੋਜੈਕਟ ਨਾ ਤਾਂ ਧਨਾਡਾਂ ਦੇ ਸਿਰ ਤੇ, ਨਾ ਹੀ ਗੁਰਦੁਆਰਾ ਕਮੇਟੀਆਂ ਦੇ ਸਿਰ ਤੇ, ਨਾ ਹੀ ਕਿਸੇ ਹੋਰ ਤੇ। ਜੇ ਸਾਡੀ ਟੇਕ, ਤਵੱਕੋ ਜਾਂ ਤਕੀਆ ਤੇ ਉਹ ਸਾਡੇ ਕਿਰਤੀ ਗੁਰਸਿੱਖ ਵੀਰ ਨੇ। ਸੋ ਅਸੀਂ ਵੀਰ ਰਣਜੀਤ ਸਿੰਘ ਢਿੱਲੋਂ ਔਰ ਇੱਥੇ ਜਿਹੜੇ ਵੀ ਨੇ ਜਿਨ੍ਹਾਂ ਦੇ ਕੋਲ ਜੇ ਥੋੜੇ ਬਹੁਤ ਕਾਰੋਬਾਰ ਅੱਗੇ ਵੀ ਵਧੇ ਨੇ, ਉਹਨਾਂ ਸਾਰਿਆਂ ਨੇ ਕਿਰਤ ਤੋਂ ਆਪਣਾ ਸਫ਼ਰ ਸ਼ੁਰੂ ਕੀਤਾ ਹੈ। ਗੈਸ ਪੰਪ ਕਰਨ ਤੋਂ ਸ਼ੁਰੂ ਕਰਕੇ ਟੈਕਸੀਆਂ, ਟਰੱਕ, ਦੂਜੇ ਤੀਜੇ। ਔਰ ਜੇ ਇਸ ਤੋਂ ਬਾਅਦ ਉਹ ਸਮਝਦੇ ਨੇ ਕਿ ਭਾਈ ਸਾਡਾ ਫਰਜ਼ ਹੈ ਕਿ ਅਸੀਂ ਕੌਮ ਦੇ ਲਈ ਆਪਣਾ ਜਿਹੜਾ ਯੋਗਦਾਨ ਪਾਣਾ ਹੈ, ਤੇ ਇਹੀ ਸਾਡਾ ਸਰਮਾਇਆ ਨੇ, ਇਹੀ ਸਾਡੀ ਕੈਪੀਟਲ ਨੇ। ਹੁਣ ਗੱਲ ਇੱਕ ਪਾਸੇ ਅਸੀਂ ਕਿਰਤੀਆਂ ਦੀ ਕੀਤੀ, ਸਿੰਘ ਸਰਦਾਰਾਂ ਦੀ ਕੀਤੀ, ਗੁਰੂ ਨਾਨਕ ਦੇ ਸੱਚੇ ਸੁੱਚੇ ਸਿੱਖਾਂ ਦੀ ਕੀਤੀ। ਹੁਣ ਉਹਨਾਂ ਦੀ ਗੱਲ ਵੀ ਕਰੀਏ। ਅੱਜ ਹੀ ਕੁਝ ਵੀਰ ਮਿਲਣ ਆਏ ਔਰ ਅਸੀਂ ਆਫਿਸ 'ਚ ਬੈਠੇ ਸੀ। ਇੱਕ ਵੀਰ ਨੇ ਇੱਕ ਬੜੀ ਸੋਹਣੀ ਗੱਲ ਕਹੀ। ਉਹਨੇ ਕਿਹਾ ਜੀ ਜਿਹੜਾ ਸ਼ੇਰ ਹੈ ਉਹਦੇ ਵੀ ਜੱਤ ਹੁੰਦੀ ਹੈ, ਭੇਡ ਦੇ ਵੀ ਜੱਤ ਹੁੰਦੀ ਹੈ, ਰਿਛ ਦੇ ਵੀ ਜੱਤ ਹੁੰਦੀ ਹੈ। ਲੇਕਿਨ ਭੇਡ ਤੇ ਰਿਛ, ਭੇਡ ਸਾਹਮਣੇ ਕਰ ਦਿੰਦੀ ਆਪਣਾ ਆਪਾ, ਹਰ ਸਾਲ ਉਹਨੂੰ ਮੁੰਨਿਆ ਜਾਂਦਾ ਹੈ। ਰਿਛ ਜਿਹੜਾ ਹੈ ਉਹ ਮਦਾਰੀ ਦੀ ਸਰਕਸ 'ਚ ਨੱਚਦਾ ਹੈ। ਸ਼ੇਰ ਨੂੰ ਕਾਬੂ ਤਾਂ ਕੀਤਾ ਜਾ ਸਕਦਾ ਹੈ, ਉਹਨੂੰ ਗੁਲਾਮ, ਉਹਨੂੰ ਪਿੰਜਰੇ 'ਚ ਬੰਦ ਕੀਤਾ ਜਾ ਸਕਦਾ ਹੈ, ਪਰ ਸ਼ੇਰ ਭੇਡ ਜਾਂ ਰਿਛ ਵਾਂਗ ਨਹੀਂ ਹੁੰਦਾ। ਉਸ ਦੀ ਇੱਕ ਆਪਣੀ ਇੰਡੀਪੈਂਡੈਂਸ ਹਮੇਸ਼ਾ ਰਹਿੰਦੀ ਹੈ ਔਰ ਉਸ ਦਾ ਹਮੇਸ਼ਾ ਖੌਫ ਵੀ ਰਹਿੰਦਾ ਕਿ ਵੀ ਪਤਾ ਨਹੀਂ ਕਦੋਂ ਉਹਨੇ ਈਵਨ ਪਿੰਜਰੇ 'ਚੋਂ ਵੀ ਅਟੈਕ ਕਰ ਦੇਣਾ। ਬਿਲਕੁਲ। ਇਹ ਕਹਿ ਕੇ ਉਹਨਾਂ ਨੇ ਕਿਹਾ ਕਿ ਭਾਈ ਇਹੀ ਫਰਕ ਹੈ ਜਿਹੜੇ ਬਾਜ਼ਮੀਰ ਨੇ ਤੇ ਜਿਹੜੇ ਬੇਜ਼ਮੀਰ ਨੇ। ਬਿਲਕੁਲ। ਇੱਕ ਉਹ ਨੇ ਜਿਹੜੇ ਵਿਕਣ ਲਈ ਤਿਆਰ ਰਹਿੰਦੇ ਨੇ, ਜਿਨ੍ਹਾਂ ਨੇ ਆਪਣੇ ਗਲ 'ਚ ਫੱਟਾ ਪਾਇਆ ਹੋਇਆ ਸਾਨੂੰ ਖਰੀਦੋ। ਔਰ ਜਦੋਂ ਅਸੀਂ ਈਵਨ ਬੀਤੇ ਦਾ ਇਤਿਹਾਸ ਵੀ ਦੇਖੀਏ ਸਿੱਖ ਕੌਮ ਦਾ ਜਾਂ ਬਾਕੀ ਕੌਮਾਂ ਦਾ ਵੀ, ਇੱਕ ਪਾਸੇ ਉਹ ਹੀਰੋ ਨੇ, ਉਹ ਸਰਦਾਰ ਨੇ, ਉਹ ਲੋਕ ਨੇ ਜਿਹੜੇ ਤੁਰੇ ਹੋਏ ਨੇ ਇਸ ਰਸਤੇ ਦੇ ਉੱਤੇ। ਕੱਲ ਅਸੀਂ ਗੱਲ ਜਥੇਦਾਰ ਜਗਤਾਰ ਸਿੰਘ ਹਵਾਰਾ ਦੀ ਕੀਤੀ ਸੀ ਕਿ ਕਿਵੇਂ ਉਹਨਾਂ ਨੂੰ ਬਿਲਕੁਲ ਡੇਂਗੂ ਦਾ ਸ਼ਿਕਾਰ ਹੋਏ, ਉਹਨਾਂ ਦਾ
RBC ਲੈਵਲ ਘਟਿਆ, RBC ਸੈੱਲਸ ਘਟੇ, ਕਿਵੇਂ ਉਹਨਾਂ ਨੂੰ ਇਗਨੋਰ ਕੀਤਾ। ਕੌਮ ਦਾ ਪ੍ਰੈਸ਼ਰ ਪਿਆ, ਅਕਾਲ ਤਖਤ ਸਾਹਿਬ ਤੇ ਅਰਦਾਸ ਵੀ ਅੱਜ ਉਹਨਾਂ ਦੇ ਹੋਈ ਔਰ ਹੁਣ ਇਹ ਸਾਹਮਣੇ ਆਇਆ ਕਿ ਵੀ ਉਹਨਾਂ ਨੂੰ ਉੱਥੋਂ ਉਹਨਾਂ ਨੇ ਪਹਿਲਾਂ ਇੱਕ ਹਸਪੀਟਲ ਸ਼ਿਫਟ ਕੀਤਾ, ਹੁਣ ਵਾਪਸ ਤਿਹਾੜ ਜੇਲ੍ਹ ਲੈ ਗਏ ਨੇ ਔਰ ਉਹਨਾਂ ਦੀ ਹਾਲਤ ਇੰਪਰੂਵ ਹੋਈ ਹੈ। ਹੁਣ ਜਗਤਾਰ ਸਿੰਘ ਹਵਾਰਾ ਉਹ ਦਹਾੜਨ ਵਾਲਾ ਸ਼ੇਰ ਹੈ, ਜਿੱਥੇ ਵੀ ਹੈ ਦੁਸ਼ਮਣ ਥਰ ਥਰ ਕੰਬਦਾ। ਫਿਰ ਅਸੀਂ ਵੀਰ ਹਰਪ੍ਰੀਤ ਸਿੰਘ ਰਾਣਾ ਜਿਹੜੇ ਸਾਨੂੰ ਵਿਛੋੜਾ ਦੇ ਗਏ ਨੇ ਔਰ ਅੱਜ ਜਦੋਂ ਅਸੀਂ ਗੱਲਬਾਤ ਕਰ ਰਹੇ ਹਾਂ, ਅੱਜ ਹੀ ਉਹਨਾਂ ਦੀ ਮਈਅਤ ਮ੍ਰਿਤਕ ਸਰੀਰ UK ਤੋਂ ਖਾਲਿਸਤਾਨੀ ਝੰਡੇ ਵਿੱਚ ਲਪੇਟਿਆ, ਉੱਥੋਂ ਵਿਦਾਇਗੀ ਔਰ ਜੈਕਾਰਿਆਂ ਦੀ ਗੂੰਜ ਦੇ ਵਿੱਚ ਉਹਨਾਂ ਨੂੰ ਤੋਰਿਆ ਗਿਆ ਔਰ ਜ਼ਾਹਰ ਹੈ ਉਹਨਾਂ ਦੀ ਯਾਦ ਸਹਿਜ ਪਾਠ ਆਰੰਭ ਹੋ ਚੁੱਕਾ ਹੈ। ਮੋਸਟ ਲਾਈਕਲੀ ਸੈਟਰਡੇ ਹੀ ਭੋਗ ਹੋਏਗਾ ਔਰ ਅੱਜ ਜਿਹੜੇ ਸਿੰਘ ਮਿਲਣ ਵੀ ਆਏ ਉਹਨਾਂ ਨੇ ਦੱਸਿਆ ਕਿ ਵੱਡੀ ਸ਼ਾਨੋ ਸ਼ੌਕਤ ਦੇ ਨਾਲ, ਜੈਕਾਰਿਆਂ ਤੇ ਨਗਾਰਿਆਂ ਦੇ ਨਾਲ ਔਰ ਚਾਰ ਚੁਫੇਰੇ ਖਾਲਿਸਤਾਨ ਦੇ ਝੰਡਿਆਂ ਨਾਲ ਇਸ ਯੋਧੇ ਨੂੰ ਜਿਹੜਾ ਉਹ ਵਿਦਾਇਗੀ ਦਿੱਤੀ ਜਾਏਗੀ। ਉਹ ਇਹ ਆਪਣੇ ਆਪ ਦੇ ਵਿੱਚ ਦੱਸਦਾ ਹੈ ਕਿ ਇੱਕ ਸੱਚ, ਹੱਕ, ਇਨਸਾਫ ਦੀ ਡਗਰ ਤੇ ਤੁਰਨ ਵਾਲੇ ਨੇ। ਤੇ ਇੱਕ ਜਦੋਂ ਅਸੀਂ ਇਹਨਾਂ ਖਬਰਾਂ ਦਾ ਜ਼ਿਕਰ ਕਰ ਰਹੇ ਹਾਂ, ਇਸ ਕਿਸਮ ਦੇ ਕੋੜੀ ਤੇ ਲਾਂਤੀ ਬੰਦੇ ਦਾ ਨਾਂ ਵੀ ਵੈਸੇ ਜੀਭ ਤੇ ਲਿਆਣਾ ਜਾਂ ਮੂੰਹ ਚੋਂ ਕੱਢਣਾ ਜਿਹੜਾ ਇਹ ਤਕਲੀਫ ਦੇ ਹੈ, ਮਨਜਿੰਦਰ ਸਿਰਸਾ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ 2 ਵਾਰ ਪ੍ਰਧਾਨ। ਬੇਸ਼ੱਕ ਮੈਨੂੰ ਤਾਂ ਕਦੇ ਵੀ ਸ਼ੱਕ ਨਹੀਂ ਹੋਇਆ ਕਿ ਵੀ ਉਹ ਜਿਵੇਂ ਅੱਜ ਦੀ ਆਵਾਜ਼ ਪ੍ਰੋਗਰਾਮ ਹੁੰਦਾ ਹੈ, ਟੋਰਾਂਟੋ ਤੋਂ ਮੇਰਾ ਇੰਟਰਵਿਊ ਹੁੰਦਾ ਹੈ ਪਿਛਲੇ 25 ਸਾਲ ਤੋਂ, ਤਾਂ ਮੈਂ ਉਹਦੇ 'ਚ ਐਕਸਪਲੇਨ ਕਰ ਰਿਹਾ ਸੀ। ਮੈਂ ਕਿਹਾ ਇੰਟੈਲੀਜੈਂਸ ਏਜੰਸੀਆਂ ਦੀ ਜ਼ਬਾਨ 'ਚ ਇੱਕ ਲਫ਼ਜ਼ ਹੁੰਦਾ ਹੈ ਮੋਲ। ਮੋਲ ਉਹਨਾਂ ਦਾ ਇੱਕ ਸਾਇਲੈਂਟ, ਉਹਨਾਂ ਨੇ ਏਜੰਟ ਹੁੰਦਾ, ਉਹਨਾਂ ਦਾ ਕੰਮ ਉਹਨਾਂ ਲਈ ਕਰ ਰਿਹਾ, ਵਿੱਚ ਬਿਠਾਇਆ ਹੁੰਦਾ। ਕਈ ਵਾਰ ਉਹ ਮੋਲ ਕਈ ਵਰੇ ਮੋਲ ਹੀ ਰਹਿੰਦਾ ਕਿਉਂਕਿ ਉਹਨਾਂ ਨੂੰ ਇਨਸਾਈਡਰ ਹੁੰਦਾ, ਉਹਨਾਂ ਦਾ ਜਿਹੜਾ ਪਾਲਿਸੀ ਨੂੰ ਇਫੈਕਟ ਕਰਦਾ ਹੈ, ਡਿਸਟਰੈਕਟ ਕਰਦਾ ਹੈ, ਜਿਹਨੂੰ ਉਹਨਾਂ ਜਿੱਥੇ ਉਹਨਾਂ ਨੂੰ ਲੱਗਦਾ ਵੀ ਫੋਕਸ ਨਹੀਂ ਹੋਣਾ ਚਾਹੀਦਾ। ਤੇ ਫਿਰ ਜਦੋਂ ਉਹਨਾਂ ਨੂੰ ਲੱਗੇ ਵੀ ਉਹਨਾਂ ਦੀ ਖੇਡ ਓਵਰ ਹੋ ਗਈ ਹੈ ਜਾਂ ਉਹਨਾਂ 'ਚ ਉਹਨਾਂ ਨੂੰ ਲੱਗੇ ਕਿ ਭਾਈ ਹੁਣ ਇਹਨੂੰ ਜ਼ਾਹਰ ਕਰਨਾ ਚਾਹੀਦਾ, ਫਿਰ ਉਹ ਖੁੱਲ੍ਹ ਕੇ ਸਾਹਮਣੇ ਆ ਜਾਂਦਾ। ਸੋ ਇਹ ਮਨਜਿੰਦਰ ਸਿਰਸਾ ਜਿਹੜਾ 12ਵੀਂ ਫੇਲ, ਉਹ ਹਾਲਾਂ ਉਹਨਾਂ ਦੇ ਉਹਦੇ 'ਚ ਆਇਆ ਜੇ ਕਿ ਦੂਜੇ ਸਾਲ 'ਚੋਂ ਹਟਿਆ ਹੋਇਆ ਸੀ BA 'ਚੋਂ, ਜਿਹਨੂੰ ਪੰਜਾਬੀ ਨਾ ਪੜ੍ਹਨੀ ਆਉਂਦੀ ਹੈ ਨਾ ਲਿਖਣੀ ਆਉਂਦੀ ਹੈ ਔਰ ਉਹਦਾ ਕੋਈ ਆਕੂਪੇਸ਼ਨ ਲਿਖਿਆ ਹੋਇਆ ਕਾਰੋਬਾਰੀ। ਕਾਰੋਬਾਰੀ ਸਿਰਸੇ 'ਚ ਜੰਮਿਆ ਇਹ ਗੁੰਡਾ ਉਹੀ ਕੰਮ ਕਰਦਾ ਰਿਹਾ ਜੋ ਉੱਥੇ ਉਸ ਕਿਸਮ ਦਾ ਮਾਫੀਆ ਕਰਦਾ ਹੈ ਕਿ ਭਾਈ ਪਹਿਲਾਂ ਕਿਸੇ ਦੀ ਕੋਠੀ ਤੇ ਕਬਜ਼ਾ ਕਰਵਾ ਦਿੱਤਾ, ਫਿਰ ਜਿਹੜਾ ਉਹ ਜਿਹਦਾ ਕੋਠੀ ਤੇ ਕਬਜ਼ਾ ਕੀਤਾ ਉਹਨੂੰ ਪਹੁੰਚ ਕਰਾਈ ਕਿ ਭਾਈ 10 ਅੱਧ ਦੇ ਵਿੱਚ ਤੁਹਾਨੂੰ ਵਿਕਵਾ ਦਿੰਨੇ, ਫਿਰ ਉਹਨੂੰ ਖਰੀਦਿਆ, ਉਧਰੋਂ ਵੀ ਪ੍ਰੋਫਿਟ ਲਿਆ। ਇਸ ਕਿਸਮ ਦੀ ਦਲਾਲੀ ਕਰਨ ਵਾਲਾ ਬੰਦਾ। ਤੇ ਜਿਹੜੇ ਖੁਦ ਦਲਾਲ ਹੁੰਦੇ ਨੇ ਉਹਨਾਂ ਨੂੰ ਅੱਗੋਂ ਦਲਾਲ ਚਾਹੀਦੇ ਹੁੰਦੇ ਨੇ। ਜੋ ਕੰਮ ਬਾਦਲ ਕੋੜਮੇ ਨੇ ਕੀਤਾ, ਅਸੀਂ ਅਗਲੇ ਸੈਗਮੈਂਟ 'ਚ ਗੱਲ ਕਰਾਂਗੇ ਕਿ ਕਿਵੇਂ ਸ਼ਾਨਦਾਰ ਅਕਾਲੀ ਦਲ ਦਾ 100 ਸਾਲ ਦਾ ਇਤਿਹਾਸ ਔਰ ਸਿੱਖ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਨੂੰ ਕਲੰਕਿਤ ਕੀਤਾ ਹੈ ਇਹਨਾਂ ਨੇ। ਸੋ ਉਹਨਾਂ ਨੂੰ ਉਸ ਕਿਸਮ ਦੇ ਹੀ ਬਦਮਾਸ਼ ਚਾਹੀਦੇ ਹੁੰਦੇ ਨੇ, ਉਸ ਕਿਸਮ ਦੇ ਹੀ ਠੱਗ ਚਾਹੀਦੇ ਹੁੰਦੇ ਨੇ ਜਿਨ੍ਹਾਂ ਰਾਹੀਂ ਉਹ ਪ੍ਰਾਪਰਟੀ ਤੇ ਕੰਟਰੋਲ ਰੱਖਣ। ਪੰਜਾਬ ਦੇ ਵਿੱਚ ਤਾਂ ਸਿੱਧੇ ਤੌਰ ਤੇ ਉਹਨਾਂ ਦੇ ਗੁੰਡੇ ਨੇ, ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਤੋਂ ਲੈ ਕੇ ਗੁਰਦੁਆਰਿਆਂ ਦੇ ਮੈਨੇਜਰਾਂ ਤੱਕ ਉਹਨਾਂ ਦੇ ਨੇ। ਹਰਿਆਣੇ ਦੇ ਵਿੱਚ ਇਸ ਕੰਮ ਦੇ ਲਈ ਉਹਨਾਂ ਨੇ ਇੱਕ ਵਿਰਕ ਨਾਂ ਦਾ ਬੰਦਾ, ਰਘਬੀਰ ਸਿੰਘ ਵਿਰਕ ਹੈ ਸ਼ਾਇਦ ਉਹਦਾ ਨਾਂ, ਉਹ ਪਿਛਲੇ 30 ਸਾਲ ਤੋਂ ਜਾਂ ਸ਼੍ਰੋਮਣੀ ਕਮੇਟੀ ਦਾ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਹੁੰਦਾ ਜਾਂ ਜੂਨੀਅਰ ਹੁੰਦਾ, ਹੁਣ ਵੀ ਉਹਨੂੰ ਜੂਨੀਅਰ ਜਾਂ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਬਣਾਇਆ, ਸੀਨੀਅਰ ਬਣਾਇਆ। ਹੁਣ ਉਹਦਾ ਕੰਮ ਕੀ ਹੈ ਕਿ ਹਰਿਆਣੇ ਦੇ ਵਿੱਚ ਜਿੱਥੇ ਬਹੁਤ ਸਾਰੇ ਹਸਪਤਾਲ, ਟਰਸਟ, ਮੀਰੀ ਪੀਰੀ ਟਰਸਟ, ਉਹਨਾਂ ਦੀਆਂ ਜ਼ਮੀਨਾਂ ਨੇ, ਉਹਨਾਂ ਨੂੰ ਉਹ ਅੱਗੋਂ ਹਜ਼ਾਰਾਂ ਰੁਪਏ ਦੇ ਉੱਤੇ ਠੇਕੇ ਤੇ ਦਿੰਦਾ ਤੇ ਅਕਾਊਂਟ 'ਚ ਸੈਂਕੜਿਆਂ ਲਿਖੇ ਹੁੰਦੇ ਨੇ ਔਰ ਇਸ ਕਿਸਮ ਦੀ ਥਾਊਜ਼ੈਂਡਸ ਆਫ ਏਕੜਸ ਦੀ ਜ਼ਮੀਨ ਤੇ ਕਰੋੜਾਂ ਰੁਪਏ ਜਿਹੜਾ ਉਹ ਸਿੱਧਾ ਹੀ ਮੁਨਸ਼ੀ ਹੈ ਬਾਦਲਾਂ ਦਾ। ਇਸੇ ਕੰਮ ਲਈ ਮਨਜਿੰਦਰ ਸਿਰਸਾ ਜਿਸ ਦੇ ਇਸ ਕਿਸਮ ਦੇ ਗੁੰਡਾ ਟ੍ਰੇਡ ਬਾਦਲਾਂ ਨੇ ਆਇਡੈਂਟੀਫਾਈ ਕੀਤੇ, ਇਹਨੂੰ ਦਿੱਲੀ ਦੀ ਸਿਆਸਤ 'ਚ ਵਾੜਿਆ ਕਿਉਂਕਿ ਦਿੱਲੀ ਦੇ ਵਿੱਚ ਇੱਕ ਸਟੇਜ ਸੀ, ਕਿਉਂਕਿ ਦਿੱਲੀ ਦੇ ਵਿੱਚ ਮੈਜੋਰਿਟੀ ਆਬਾਦੀ ਰਾਵਲਪਿੰਡੀ, ਪੋਠੋਹਾਰ ਤੋਂ ਆਉਣ ਵਾਲੇ ਸ਼ਹਿਰੀ ਸਿੱਖ, ਦੂਸਰੇ ਕਿਰਤੀ ਸਿੱਖ ਉਹਨਾਂ ਦੀ ਰਹੀ ਔਰ ਉਹਨਾਂ ਜ਼ਮਾਨਿਆਂ ਦੇ ਵਿੱਚ ਜਥੇਦਾਰ ਸੰਤੋਖ ਸਿੰਘ ਤੇ ਦੂਸਰੇ ਤੀਸਰੇ ਰਛਪਾਲ, ਹਾਲਾਂ ਉਹਨਾਂ ਦਾ ਵੀ ਇੱਕ ਆਪਣੇ ਕਿਸਮ ਦਾ ਟੇਟਰ ਰੋਲ ਰਿਹਾ। ਪਰ ਕਿਵੇਂ ਇਹਨਾਂ ਨੇ ਪੰਜਾਬ ਦੇ ਇਸ ਬਾਦਲਾਂ ਦੇ ਟੋਲੇ ਨੇ ਮਨਜਿੰਦਰ ਸਿਰਸੇ ਨੂੰ ਅੱਗੇ ਲਾ ਕੇ ਹਾਈਜੈਕ ਕੀਤਾ, ਕਿਵੇਂ ਉੱਥੋਂ ਦੀ ਸਿਆਸਤ ਦੇ ਵਿੱਚ ਇੱਕ ਗੁੰਡਾ ਐਲੀਮੈਂਟ, ਇੱਕ ਚੋਰ ਐਲੀਮੈਂਟ, ਇੱਕ ਠੱਗ ਐਲੀਮੈਂਟ, ਕਿਉਂਕਿ ਇਹਨਾਂ ਨੂੰ ਸੀ ਵੀ ਦਿੱਲੀ ਦੇ ਵਿੱਚ ਤੁਹਾਡਾ ਜਿਹੜਾ ਉਹ ਬੇਸ ਰਹਿਣਾ ਚਾਹੀਦਾ। ਪਰ ਇਸ ਤੋਂ ਵੀ ਵਰਸਟ ਕਿਵੇਂ ਹਿੰਦੂਤਵਾ ਦਾ ਕਾਰਡ, ਕਿਵੇਂ ਬਾਦਲ ਖੁਦ ਜਿਹਨੇ
ਭਾਰਤੀ ਜਨਸੰਘ ਦੇ ਨਾਲ ਅਲਾਈਅੰਸ ਕੀਤਾ, ਪਤੀ ਪਤਨੀ ਵਾਲਾ ਰਿਸ਼ਤਾ ਬਿਆਨਿਆ ਉਸ ਰਿਲੇਸ਼ਨਸ਼ਿਪ ਨੂੰ, ਆਰਐਸਐਸ ਨੂੰ ਘੁਸਪੈਠ ਦਿੱਤੀ। 1999 ਦੇ ਵਿੱਚ ਜਦੋਂ 300 ਸਾਲਾ ਖਾਲਸਾ ਸਾਜਨਾ ਦਿਵਸ ਸੀ ਔਰ ਉੱਥੇ ਆਰਐਸਐਸ ਦਾ ਆ ਕੇ ਔਰ ਬਾਦਲਾਂ ਦਾ ਖਾਸਮ ਖਾਸ ਬਾਦਲ ਕਿਸੇ ਨੂੰ ਕਹਿ ਰਿਹਾ ਹੈ ਕਿ ਭਾਈ ਮੇਰਾ ਤਾਂ ਇਹ ਦਿਲ ਕਰਦਾ ਜਿਵੇਂ ਇਹਨਾਂ ਦਾ ਡਿਸਪਲਿਨ ਔਰ ਜਿਵੇਂ ਇਹਨਾਂ ਦਾ ਏਜੰਡਾ ਹੈ ਕਿ ਮੈਂ ਖੁਦ ਖਾਕੀ ਨਿੱਕਰ ਪਾ ਕੇ ਮਾਰਚ ਕਰਾਂ। ਔਰ ਸੰਤ ਪਿੰਡਰਾਣੇ ਨੇ ਕਿਹਾ ਵੀ ਇਹਦੀ ਪਤਲੂਨ ਲਵਾ ਕੇ ਦੇਖੋ, ਇਹਦੇ ਥੱਲੇ ਖਾਕੀ ਨਿੱਕਰ ਪਾਈ ਹੋਈ ਹੈ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹਨਾਂ ਨੂੰ ਹੋਲਡ ਦੇਣਾ, ਆਰਐਸਐਸ ਨੂੰ ਇੰਟਰੂਡ ਕਰਵਾਉਣਾ ਸਿੱਖ ਸਭਾ ਦੇ ਵਿੱਚ। ਔਰ ਇਹੀ ਮਨਜਿੰਦਰ ਸਿਰਸਾ ਜਿਹੜਾ ਹੁਣ 2021 ਦੇ ਵਿੱਚ ਦਿੱਲੀ ਕਮੇਟੀ ਦੀਆਂ ਚੋਣਾਂ ਹੋਈਆਂ, ਆਪਣੀ ਸੀਟ ਹਾਰ ਗਿਆ। ਇਹਦੇ ਬਾਵਜੂਦ ਸੁਖਬੀਰ ਬਾਦਲ, ਕਿਉਂਕਿ ਦਿੱਲੀ ਕਮੇਟੀ, ਪਟਨਾ ਸਾਹਿਬ ਕਮੇਟੀ, ਹਜ਼ੂਰ ਸਾਹਿਬ ਕਮੇਟੀ, ਇਹਨਾਂ ਤਿੰਨਾਂ ਦੇ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਕੁਝ ਮੈਂਬਰ ਨਾਮਜ਼ਦ ਕੀਤੇ ਜਾਂਦੇ, ਉਹਨਾਂ ਦੇ ਕਨਸਟੀਟਿਊਸ਼ਨ ਦਾ ਹਿੱਸਾ ਹੈ। ਹਾਰਨ ਤੋਂ ਬਾਅਦ ਇਹਦੇ ਬਾਵਜੂਦ ਕਿ ਦਿੱਲੀ ਦੇ ਸਿੱਖਾਂ ਨੇ ਰਿਜੈਕਟ ਕੀਤਾ, ਬਾਦਲਾਂ ਨੇ ਇਹਨੂੰ ਸ਼੍ਰੋਮਣੀ ਕਮੇਟੀ ਦੇ ਕੋਟੇ ਚੋਂ ਦਿੱਲੀ ਦੇ ਵਿੱਚ ਨੋਮੀਨੇਟ ਕੀਤਾ, ਪ੍ਰਧਾਨ ਬਣਾਇਆ। ਪਰ ਦਿੱਲੀ ਕਮੇਟੀ ਦੇ ਕਨਸਟੀਟਿਊਸ਼ਨ 'ਚ ਇੱਕ ਕਲੌਜ਼ ਹੈ ਕਿ ਉਹੀ ਮੈਂਬਰ ਬਣ ਸਕਦਾ ਹੈ ਜਿਹਨੂੰ ਪੰਜਾਬੀ ਪੜ੍ਹਨੀ ਆਉਂਦੀ ਹੋਏ, ਲਿਖਣੀ ਆਉਂਦੀ ਹੋਏ, ਗੁਰਬਾਣੀ ਪੜ੍ਹਨੀ ਆਉਂਦੀ ਹੋਏ। ਇਹ ਕਿਤੇ ਨਾ ਕਿਤੇ ਸਰਨਾ ਭਰਾਵਾਂ ਨੂੰ ਪਤਾ ਸੀ ਕਿ ਇਹ ਤਾਂ ਕੋਰਾ ਜਿਹੜਾ ਖੋਤਾ ਹੈ, ਬਿਲਕੁਲ ਇਹਦਾ ਤਾਂ ਕੋਈ ਸਿੱਖੀ ਨਾਲ ਸੰਬੰਧ ਤਾਂ ਹੈ ਹੀ, ਮਾਫੀਆ ਮੈਨ ਹੈ। ਉਹਨਾਂ ਨੇ ਜਿਹੜਾ ਉਹਨਾਂ ਦਾ ਇਲੈਕਸ਼ਨ ਕਮਿਸ਼ਨਰ ਸੀ, ਜਿਹੜਾ ਵੀ ਉਹਨੂੰ, ਉਹਦੇ ਅੱਗੇ ਸ਼ਿਕਾਇਤ ਕੀਤੀ ਕਿ ਵੀ ਇਹਨੂੰ ਪੰਜਾਬੀ ਪੜ੍ਹਾਓ, ਇਹ ਤਾਂ ਆਉਂਦਾ ਨਹੀਂ ਕੁਛ ਵੀ। ਉਹਦੇ ਸਾਹਮਣੇ ਰੱਖਿਆ ਤੇ ਉਹ ਕਾਲਾ ਅੱਖਰ ਭੈਂਸ ਬਰਾਬਰ, ਔਰ ਉਹਦੀ ਮੈਂਬਰਸ਼ਿਪ ਰਿਜੈਕਟ ਕੀਤੀ ਉਹਨਾਂ ਨੇ। ਹੁਣ ਉਹ ਅਦਾਲਤ 'ਚ ਗਿਆ, ਉਹਨੂੰ ਪਤਾ ਸੀ ਕਿ ਭਾਈ ਇਹ ਰਿਜੈਕਟ ਹੋਣਾ। ਇਨ ਦਾ ਮੀਨ ਟਾਈਮ ਇਹਦਾ ਜਿਹੜਾ ਸਾਰਾ ਰੋਲ ਥਰੂ ਆਊਟ ਰਿਹਾ, ਜੇ ਤੁਸੀਂ ਮਨਜਿੰਦਰ ਸਿਰਸੇ ਦੀਆਂ ਪਿਛਲੇ ਵਰਿਆਂ ਦੀਆਂ ਸਾਰੀਆਂ ਸਟੇਟਮੈਂਟਾਂ ਕੱਢ ਲਓ ਤੇ ਸਭ ਤੋਂ ਜ਼ਿਆਦਾ ਪਾਕਿਸਤਾਨ ਦੇ ਖਿਲਾਫ, ਮੁਸਲਮਾਨਾਂ ਦੇ ਖਿਲਾਫ, ਜਿੱਥੇ ਕੋਈ ਪ੍ਰੋਬਲਮ ਨਹੀਂ ਵੀ ਹੈ, ਸ੍ਰੀਨਗਰ ਦੇ ਵਿੱਚ ਇੱਕ ਸਿੱਖ ਬੱਚੀ ਦਾ ਮਾਮਲਾ ਹੁੰਦਾ ਹੈ, ਇਹ ਜਾ ਕੇ ਉੱਥੇ ਬਕਵਾਸ ਕਰਦਾ ਹੈ। ਲੋਕਲ ਸਿੱਖ ਕਹਿੰਦੇ ਨੇ ਵੀ ਤੂੰ ਇੱਥੋਂ ਚੱਲ, ਅਸੀਂ ਇੱਥੇ ਰਹਿਣਾ, ਸਾਨੂੰ ਪਤਾ ਹੈ ਅਸੀਂ ਇਸ ਸਿਚੁਏਸ਼ਨ ਨੂੰ ਕਿਵੇਂ ਡੀਲ ਕਰਨਾ। ਆ ਕਰਤਾਰਪੁਰ ਸਾਹਿਬ ਕੋਰੀਡੋਰ ਪਹਿਲਾਂ ਨਾ ਖੁੱਲਣ ਦੇਣ ਲਈ ਇਹ ਆਈਐਸਆਈ ਉੱਥੇ ਅੱਤਵਾਦ ਲੈ ਆਏਗੀ। ਦੂਜਾ ਹੁਣ ਇੱਕ ਸਧਾਰਨ ਜਿਹੜੀ ਹੈ ਘਟਨਾ, ਉਹਨੂੰ ਕਿਸ ਹੱਦ ਤੱਕ ਇਹ ਲੈ ਕੇ ਜਾਂਦੇ ਨੇ, ਇੱਕ ਜਿਵੇਂ ਪਾਕਿਸਤਾਨੀ ਮਾਡਲ ਜਿਸ ਦੀਆਂ ਤਸਵੀਰਾਂ ਨੰਗੇ ਸਿਰ ਜਿਹੜੀਆਂ ਨੇ ਉਹ ਇੰਸਟਾਗ੍ਰਾਮ, ਇੱਕਦਮ ਪਾਕਿਸਤਾਨ ਦੀ ਹਕੂਮਤ ਹਰਕਤ ਕਰਦੀ ਹੈ, ਜਿਹੜਾ ਉਹਦੇ ਵੱਲੋਂ ਮਾਫੀ ਵੀ ਮੰਗੀ ਜਾਂਦੀ ਹੈ, ਮੰਨਤ ਕੰਪਨੀ ਵੀ ਜਿਹੜੀ ਹੈ ਉਹ ਮਾਫੀ ਮੰਗਦੀ ਹੈ, ਫਿਰ ਵੀ ਕੇਸ ਰਜਿਸਟਰ ਹੋਣ ਦੀ। ਔਰ ਇਹ ਕਿਸ ਹੱਦ ਤੱਕ ਉਹਨੂੰ ਨੈਗੇਟ ਕਰਦਾ ਹੈ ਸਾਰੇ ਇਸ਼ੂ ਨੂੰ। ਪਾਕਿਸਤਾਨ ਦੇ ਸਿਰ ਜਿਹੜਾ ਉਹ ਮੜਨ ਦੀ ਲਾਈਨ ਕਿ ਇੰਡੀਅਨ ਐਕਸਟਰਨਲ ਅਫੇਅਰਸ ਮਿਨਿਸਟਰੀ ਪਾਕਿਸਤਾਨ ਦੇ ਐਨਵਾਏ ਨੂੰ ਬੁਲਾ ਕੇ ਜਿਹੜਾ ਉਹਨੂੰ ਜ਼ਲੀਲ ਕਰਦੇ ਨੇ। ਲੇਕਿਨ ਇਸ ਬੀਜੇਪੀ ਦੇ ਇਸ ਮੋਲ ਦਾ, ਆਰਐਸਐਸ ਦਾ ਮੋਲ, ਗੁਰਦੁਆਰਾ ਗਿਆਨ ਗੋਦੜੀ ਹਰਿਦੁਆਰ 'ਚ ਜਿਹੜਾ ਉਹ ਨਾਮੋ ਨਿਸ਼ਾਨ ਮਿਟਾ ਦਿੱਤਾ ਗਿਆ, ਇਹਦੀ ਜ਼ਬਾਨ ਨਹੀਂ ਖੁੱਲਦੀ। ਮੰਗੂ ਮੱਠ ਜਗਨਨਾਥਪੁਰੀ 'ਚ ਗੁਰਦੁਆਰਾ ਡੌਂਗਮੌਰ, ਹੁਣ ਜਦੋਂ ਅੱਜ ਉਹਨੇ ਟਪੂਸੀ ਮਾਰ ਕੇ, ਜਿਵੇਂ ਤੁਸੀਂ ਕਿਹਾ, ਉਹ ਬੀਜੇਪੀ ਦੇ ਵਿੱਚ ਗਿਆ ਔਰ ਫੌਰਨ ਅਮਿਤ ਸ਼ਾਹ ਦੇ ਨਾਲ ਮਿਲਦਾ ਔਰ ਉਹ ਇੰਟਰਵਿਊ ਕਹਿੰਦਾ ਜੀ ਮੈਂ ਹਿੰਦੂ ਸਿੱਖ ਏਕਤਾ ਨੂੰ ਮੁੜ ਬਹਾਲ ਕਰਵਾਉਣਾ। ਵੀ ਕਿਹੜੀ ਹਿੰਦੂ ਸਿੱਖ ਏਕਤਾ ਦਾ, ਜਿਹੜਾ ਜਿਸ ਬਾਦਲ ਜਿਹੜੀ ਗੱਲ 50 ਸਾਲ ਸਿੱਖਾਂ ਨੂੰ ਵੇਚਦਾ ਰਿਹਾ ਹੈ ਕਿ ਜੀ ਇਹ ਅਸੀਂ ਕਮਿਊਨਲ ਹਾਰਮਨੀ ਕੀਤੀ ਹੈ। ਪੰਜਾਬ 'ਚ ਦੇਖੋ ਕਿਵੇਂ ਭਰਾਵਾਂ ਵਾਂਗ ਹਿੰਦੂ ਸਿੱਖਾਂ ਨੇ ਕਦੋਂ ਕਿਸੇ ਨੂੰ ਇੱਕ ਦੂਜੇ ਨੂੰ ਮਾਰਿਆ। ਈਵਨ ਸਟੇਟ ਨੇ ਤਾਂ ਜ਼ੁਲਮ ਕੀਤੇ, ਸਾਡੇ 1.5 ਲੱਖ ਤੋਂ ਜ਼ਿਆਦਾ ਸਿੱਖ ਨੌਜਵਾਨ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰੇ, ਲੇਕਿਨ ਨਾਲ ਦੀ ਨਾਲ ਉਹ ਕਹਿ ਰਿਹਾ ਹੁਣ ਹਿੰਦੂ ਸਿੱਖ ਏਕਤਾ ਕਰਨ ਦਾ ਔਰ ਇਹਨੂੰ ਜੰਪ ਕਰਾਉਣ ਦਾ ਉਹੀ ਹੈ ਜਿਹੜੀ ਗੱਲ ਇੱਕ ਉਹਨੇ ਸ਼ਾਇਦ ਦੀਪਕ ਮੰਡਲ ਨੇ, ਆਪਣੇ ਦਲੀਪ ਮੰਡਲ ਨੇ ਲਿਖੀ ਸੀ ਕਿ ਵੀ ਇਹ ਈਵਨ ਕਿਸਾਨ ਕਾਨੂੰਨਾਂ ਦਾ ਵਾਪਸ ਹੋਣਾ ਵੀ ਜਿਹੜਾ ਹੈ ਉਹ ਟ੍ਰਿਗਰਿੰਗ ਪੁਆਇੰਟ ਸੀ ਕਿ ਜਦੋਂ ਗੁੜਗਾਵਾਂ 'ਚ ਪਬਲਿਕ ਪਲੇਸਿਸ ਤੇ ਨਮਾਜ਼ ਤੇ ਪਾਬੰਦੀ ਲਾਈ, 5 ਗੁਰਦੁਆਰਿਆਂ ਦੀ ਕਮੇਟੀ ਨੇ ਕਿਹਾ ਜੀ ਠੀਕ ਹੈ ਤੁਸੀਂ ਗੁਰਦੁਆਰਿਆਂ ਦੇ ਨਾਲ ਲੱਗਦੇ ਹਾਲਸ ਦੇ ਵਿੱਚ ਆਪਣੀ ਫਰਾਈਡੇ ਪ੍ਰੇਅਰ ਜੁਮੇ ਦੀ ਪੜ੍ਹ ਸਕਦੇ ਹੋ। ਉਹਨੇ ਕਿਹਾ ਵੀ ਨਾਗਪੁਰ 'ਚ ਇਹ ਟੱਲੀਆਂ ਖੜਕ ਗਈਆਂ ਕਿ ਵੀ ਇਹ ਸਿੱਖ ਤਾਂ 200 ਮਿਲੀਅਨ ਮੁਸਲਮਾਨਾਂ ਦੀ ਢਾਲ ਬਣ ਕੇ ਖਲੋ ਗਏ, ਵੀ ਅਸੀਂ ਤਾਂ ਇਹਨਾਂ ਨੂੰ ਤਲਵਾਰ ਬਣਾ ਕੇ ਰੱਖਿਆ ਹੋਇਆ ਸੀ ਉਹਨਾਂ ਦੇ ਗਲ 'ਚ ਮਾਰਨ ਲਈ। ਔਰ ਇਹੀ ਕੰਮ ਜਿਹੜਾ ਇਹ ਮਨਜਿੰਦਰ ਸਿਰਸੇ ਤੋਂ ਕਰਵਾਉਂਦੇ ਰਹੇ, ਹੁਣ ਇਹ ਉਹੀ ਬਿਟਰਨੈਸ ਵਾਪਸ ਖੜੀ ਕਰਨਗੇ। ਔਰ ਉਸ ਦੇ ਨਾਲ ਨਾਲ ਉਹਨੇ ਕਿਹਾ ਜੀ ਮੈਂ ਸਿੱਖ ਮਸਲੇ ਹੱਲ ਕਰਵਾਉਣ ਦੇ ਲਈ ਇਹ ਬੜਾ ਜ਼ਰੂਰੀ ਸੀ। ਕਿਹੜੇ ਮਸਲੇ, ਕਿਹੜਾ ਹੱਲ, ਜਿਹੜੇ ਤੇਰੇ ਆਕਾ ਨੇ ਬਾਦਲ ਟੱਬਰ, ਜਿਨ੍ਹਾਂ ਨੇ ਆਰਐਸਐਸ ਦੇ ਨਾਲ ਸਾਂਝ ਪਵਾਈ ਸੀ,
ਜੇ ਉਹਨਾਂ ਨੇ ਇਸ ਸਾਰੇ ਦੇ ਵਿੱਚ ਸਭ ਤੋਂ ਵੱਡਾ ਗੁਨਾਹ ਕੀਤਾ ਹੈ ਕਿ ਕਿਵੇਂ ਆਰਐਸਐਸ ਨੂੰ ਇੰਟਰੂਡ ਕਰਵਾਇਆ, ਤੇ ਇਹ ਜਿਹੜਾ ਆਰਐਸਐਸ ਦਾ ਛਲੈਡਾ ਮੋਲ ਹੈ ਹੁਣ ਖੁੱਲ ਕੇ ਬਾਹਰ ਆਇਆ ਹੈ। ਔਰ ਪੰਜਾਬ ਦੇ ਵਿੱਚ ਸਿੱਖ ਚੰਗੀ ਤਰ੍ਹਾਂ ਸਮਝਦੇ ਨੇ, ਲੇਕਿਨ ਇੱਕ ਕਲਾਸ ਆਉਣ ਵਾਲੇ ਪੀਰੀਅਡ 'ਚ ਇਹ ਅਜੇ ਇੱਕ ਦਰਵਾਜ਼ਾ ਖੁੱਲ੍ਹਿਆ। ਤੁਹਾਨੂੰ ਆਉਣ ਵਾਲੇ ਦਿਨਾਂ 'ਚ ਬਾਦਲ ਦੇ ਨਾਲ ਇਸ ਕਿਸਮ ਦੇ ਲੱਗੇ ਹੋਏ ਹੋਰ ਵੀ ਜਿਨ੍ਹਾਂ ਨੂੰ ਲੱਗਦਾ ਕਿ ਹੁਣ ਬਾਦਲ ਦੀ ਕੋਠੀ 'ਚ ਦਾਣੇ ਮੁੱਕ ਗਏ ਨੇ ਤੇ ਨਵੀਂ ਥਾਂ ਤੋਂ ਕੁਝ ਨਿਕਲੇਗਾ, ਉਹ ਤੁਹਾਨੂੰ ਉਧਰ ਨੂੰ ਜੰਪ ਕਰਦੇ ਨਜ਼ਰ ਆਣਗੇ। ਔਰ ਇਸ ਸਾਰੇ 'ਚੋਂ ਅਸੀਂ ਤਾਂ ਇਹੀ ਕਹਿ ਸਕਦੇ ਹਾਂ ਕਿ ਹਰਦੂ ਲਾਨਤ, ਹਰਦੂ ਲਾਨਤ, ਹਰਦੂ ਲਾਨਤ। ਲੇਕਿਨ ਇਹ ਕੋਈ ਘਬਰਾਉਣ ਵਾਲੀ ਗੱਲ ਨਹੀਂ ਹੈ। ਇਹ ਹਮੇਸ਼ਾ ਹੀ ਉਹ ਮੀਰ ਜ਼ਾਫਰ ਔਰ ਦੂਸਰਿਆਂ ਦੀ ਕਹਾਣੀ ਹਮੇਸ਼ਾ ਸੁਣਾਈ ਜਾਂਦੀ ਹੈ, ਤੇ ਇਹ ਉਹੀ ਨੇ। ਇੱਕ ਪਾਸੇ ਉਹ ਲੋਕ ਨੇ ਜਿਨ੍ਹਾਂ ਬਾਰੇ ਅਲਾਮਾ ਇਕਬਾਲ ਨੇ ਕਿਹਾ ਕਿ ਇਹ ਤਾਇਰੇ ਲਾਹੂਤੀ उस रिज़्क से मौत अच्छी जिस रिज़्क से आती हो परवाज में कोताही। जी डॉक्टर साहब थोड़ा बहुत बहुत शुक्रिया, तुसीं अपने विचार साडे दर्शकों नाल साझे कीते ने। आस करदे साडे दर्शकों नूं पहला सेगमेंट पसंद आया होएगा। सो इत्थे लेने ब्रेक तो पहला असीं अपने दर्शकों ते सरोतिਆਂ ਨੂੰ अपील ते बेनती करदी है व्यूअर्स, ਅੱਜ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰੀਆਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸਕੇਪ, ਵਰਜੀਨੀਆ 24486। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਵੀਅਰਸ, ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਸਿੱਖਾਂ ਦੀ ਸ਼੍ਰੋਮਣੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਬਾਅਦ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਹੈ। ਦਿੱਲੀ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿਰਸੇ ਦਾ ਬੀਜੇਪੀ ਵਿੱਚ ਸ਼ਾਮਲ ਦੱਸਦਾ ਹੋਣਾ ਹੈ ਕਿ ਕਿਵੇਂ ਬਾਦਲ ਟੱਬਰ ਨੇ ਅਕਾਲੀ ਦਲ ਅਤੇ ਸਿੱਖ ਸੰਸਥਾਵਾਂ ਵਿੱਚ ਆਰਐਸਐਸ ਦੀ ਘੁਸਪੈਠ ਕਰਵਾ ਕੇ ਇਹਨਾਂ ਸੰਸਥਾਵਾਂ ਦਾ ਬੇੜਾ ਕਰ ਕੀਤਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਪਹਿਲੇ ਸੈਗਮੈਂਟ 'ਚ ਵੀ ਅਸੀਂ ਇਸ਼ਾਰਤਨ ਨੇ ਗੱਲ ਕੀਤੀ ਕਿ ਕਿਵੇਂ 20ਵੀਂ ਸਦੀ ਦੇ ਵਿੱਚ ਯੂਨੀਕ ਇਤਿਹਾਸ ਵਾਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਿਹਦੇ ਬਣਨ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ 1920 ਦੇ ਵਿੱਚ ਹੋਂਦ ਦੇ ਵਿੱਚ ਆਉਂਦਾ ਹੈ, ਔਰ ਉਹਨਾਂ ਦੇ ਨਾਂ ਨਾਲ ਲੱਗਾ ਲਫ਼ਜ਼ ਅਕਾਲੀ, ਜਿਹੜਾ ਕਿ ਇਹ ਯਾਦ ਦਹਾਨੀ ਕਰਵਾਉਂਦਾ ਸੀ ਕਿ ਕਿਵੇਂ ਜੰਗ ਦੇ ਮੈਦਾਨ ਦੇ ਵਿੱਚ ਜੂਝਦੇ ਹੋਏ ਅਕਾਲੀ ਜਿਹੜੇ ਕਿ ਤਲਵਾਰ ਘੁਮਾਉਂਦਿਆਂ ਵੀ ਅਕਾਲ ਅਕਾਲ ਗੁਜਾਉਂਦੇ ਸਨ। ਕਾਲ ਮੌਤ ਨੂੰ ਕਹਿੰਦੇ ਨੇ, ਅਕਾਲ
ਉਹ ਰੱਬ ਹੈ ਜਿਹੜਾ ਮਰਦਾ ਨਹੀਂ ਹੈ, ਜਿਨ੍ਹਾਂ ਦਾ ਕਿਉਂਕਿ ਸਿਰਫ ਤੇ ਸਿਰਫ ਫੇਥ ਰੱਬ ਦੇ ਉੱਤੇ ਹੈ, ਅਕਾਲ ਦੇ ਇਸ ਰਸਤੇ ਤੇ ਤੁਰਦੇ ਆ, ਉਹਨਾਂ ਨੇ ਆਪਣੀ ਜ਼ਿੰਦਗੀ ਜਿਹੜੀ ਹੈ ਉਹ ਸੱਚ ਹੱਕ ਇਨਸਾਫ ਦੇ ਨਾਂ ਤੇ ਦਿੱਤੀ। ਔਰ ਇਹਨਾਂ ਨੇ ਬੇਸ਼ੱਕ ਅਕਾਲੀ ਆਪਣਾ ਪੂਰਾ ਬਾਣਾ ਉਹਨਾਂ ਦਾ ਨੀਲੇ ਰੰਗ ਦਾ, ਕਿਉਂਕਿ ਫਿਰ ਪ੍ਰਗਟੇ ਸਿੰਘ ਭੁਜੰਗੀਏ ਨੀਲੰਬਰ ਧਾਰਾ, ਨੀਲੇ ਅੰਬਰ ਨੀਲੇ ਕੱਪੜੇ, ਇਹਨਾਂ ਨੇ ਨੀਲੀ ਦਸਤਾਰ ਜਿਹੜਾ ਹੈ ਉਹ ਰੱਖਿਆ, ਲੇਕਿਨ ਪਾਰਟੀ ਦਾ ਨਾਂ ਅਕਾਲੀ ਨੀਲਾ ਰੰਗ ਚੁਣਿਆ। ਔਰ ਇਹ ਇਵੇਂ ਇਸ ਅਕਾਲੀ ਦਲ ਦਾ ਇਤਿਹਾਸ 1920 ਚ ਸ਼ੁਰੂ ਹੁੰਦਾ ਹੈ। ਉਸ ਦਾ ਇੱਕ ਪਿਛੋਕੜ ਹੈ। ਜੇ ਵੈਸੇ ਗੱਲ ਮੈਂ ਸ਼ੁਰੂ ਕਰਾਂ ਤਾਂ ਮੈਂ 5.5 ਸਦੀਆਂ ਪਿੱਛੇ ਜਾ ਸਕਦਾ ਹਾਂ ਕਿ ਕਿਵੇਂ ਗੁਰੂ ਨਾਨਕ ਸਾਹਿਬ ਦੀ ਨਰੋਈ, ਨਿਰੋਲ, ਯੂਨੀਕ ਵਿਚਾਰਧਾਰਾ, ਆਈਡੀਓਲੋਜੀ, ਫਿਲਾਸਫੀ, ਜੀਵਨ ਜਾਚ, ਜਿਸ ਨੂੰ ਅਸੀਂ ਗੁਰਮਤ ਵਿਚਾਰਧਾਰਾ ਕਹਿੰਦੇ ਹਾਂ, ਉਸ ਦਾ ਪਹਿਲੇ ਦਿਨ ਤੋਂ ਹੀ ਬ੍ਰਾਹਮਣਵਾਦ ਦੀ ਬੋਧੀ, ਵਿਤਕਰੇ ਭਰੀ ਡਿਸਕ੍ਰਿਮੀਨੇਟਰੀ ਆਈਡੀਓਲੋਜੀ ਦੇ ਨਾਲ ਟੱਕਰ ਹੁੰਦੀ ਹੈ। 11-12 ਸਾਲ ਦੀ ਉਮਰ 'ਚ ਗੁਰੂ ਨਾਨਕ ਸਾਹਿਬ ਪੰਡਤ ਦਾ ਹੱਥ ਫੜ ਲੈਂਦੇ ਨੇ ਕਿ ਇਹ ਜਨੇਊ ਜਿਹੜਾ ਹਿੰਦੂ ਬਣਾਉਂਦਾ ਮੈਂ ਨਹੀਂ ਪਾਉਣਾ, ਇਹ ਡਿਸਕ੍ਰਿਮੀਨੇਟਰੀ ਹੈ, ਇਹ ਜਨੇਊ ਨਾ ਔਰਤ ਨੂੰ ਪਾਉਣ ਦਾ ਹੱਕ ਹੈ, ਨਾ ਸ਼ੂਦਰ ਨੂੰ ਪਾਉਣ ਦਿੱਤਾ ਜਾਂਦਾ ਹੈ, ਔਰ ਤੂੰ ਜਿਹੜਾ ਜਨੇਊ ਪਾਉਣ ਵਾਲਾ ਹੈ ਤੂੰ ਮੋਸਟ ਕਰਪਟ ਹੈ, ਲਸਟ ਨਾਲ ਭਰਿਆ ਹੋਇਆ ਹੈ, ਗਰੀਡੀ ਹੈ, ਝੂਠਾ ਹੈ, ਤੇ ਤੂੰ ਇਹੀ ਕਿਸੇ ਮਜ਼ਹਬ ਦੇ ਟ੍ਰੇਟ ਨੇ ਕਿ ਕੋਈ ਇਮਾਨਦਾਰ ਹੋਏ, ਕੋਈ ਜੀਵਨ ਦੇ ਅੰਦਰ ਸੰਤੋਖ ਹੋਏ, ਸਭ ਨੂੰ ਮੁਹੱਬਤ ਕਰਨ ਵਾਲਾ ਹੋਏ, ਰੱਬ ਦੀ ਖਲਕਤ ਨੂੰ ਇੱਕ ਸਮਝੇ, ਤੂੰ ਤਾਂ ਇਹਨਾਂ ਤੋਂ ਸਖਣਾ, ਤੇ ਇਹ ਤੇਰਾ ਬ੍ਰਾਹਮਣਵਾਦ ਜਿਹੜਾ ਇਹਨੂੰ ਮੈਂ ਲੌਕ ਸਟਾਕ ਐਂਡ ਬੈਰਲ ਜਿਹੜਾ ਉਹ ਰਿਜੈਕਟ ਕਰਦਾ। ਇੱਥੋਂ ਲੜਾਈ ਸ਼ੁਰੂ ਹੁੰਦੀ ਹੈ। ਔਰ ਇਹ ਲਗਾਤਾਰ 10 ਜਾਮਿਆਂ ਦੇ ਵਿੱਚ 10 ਗੁਰੂ ਸਾਹਿਬਾਨ ਦੇ ਵੇਲੇ ਕਿਵੇਂ ਬ੍ਰਾਹਮਣਵਾਦੀ ਤਾਕਤਾਂ ਨੇ ਸਿੱਧੇ ਤੌਰ ਤੇ, ਫਿਰ ਕਿਵੇਂ 22 ਤਾਰ ਦੇ ਪਹਾੜੀ ਰਾਜਿਆਂ ਨੇ, ਕਿਵੇਂ ਜੇ 14 ਜੰਗਾਂ 10ਵੇਂ ਪਾਤਸ਼ਾਹ ਨੇ ਲੜੀਆਂ, ਜਿਹੜੀਆਂ 12 ਨੇ ਉਹਨਾਂ ਚੋਂ 22 ਤਾਰ ਦੇ ਪਹਾੜੀ ਰਾਜਿਆਂ ਦੇ ਨਾਲ ਨੇ, ਔਰ ਫਿਰ ਕਿਵੇਂ ਜਾ ਕੇ ਔਰੰਗਜ਼ੇਬ ਨੂੰ ਦੇ ਦਰਬਾਰ ਦੇ ਵਿੱਚ ਇਹ ਫਰਿਆਦੀ ਹੁੰਦੇ ਨੇ। ਔਰ ਜ਼ਫਰਨਾਮਾ ਜਿਹੜਾ 10ਵੇਂ ਪਾਤਸ਼ਾਹ ਨੇ ਔਰੰਗਜ਼ੇਬ ਨੂੰ ਲਿਖਿਆ, ਉਹਦੇ 'ਚ ਇੱਕ ਸ਼ੇਅਰ ਹੈ, ਗੁਰੂ ਸਾਹਿਬ ਨੇ ਉਹਨੂੰ ਕਿਹਾ ਵੀ ਤੂੰ ਵੀ ਬੁੱਤੋ ਸ਼ਿਕਨ ਹੈ, ਮੈਂ ਵੀ ਬੁੱਤੋ ਸ਼ਿਕਨ ਹੈ। ਸ਼ਿਕਨ ਹੁੰਦਾ ਤੋੜਨ ਵਾਲਾ, ਬੁੱਤ ਤੋੜਨ ਵਾਲਾ, ਪਰ ਤੂੰ ਬੁੱਤ ਪ੍ਰਸਤ ਹਿੰਦੂ ਰਾਜਿਆਂ ਦੇ ਕਹਿਣ ਤੇ ਅਨੰਦਪੁਰ ਸਾਹਿਬ ਦੇ ਉੱਤੇ ਫੌਜ ਚੜਾਈ। ਹੁਣ ਲੇਕਿਨ ਇਸ ਸਾਰੇ ਪੀਰੀਅਡ 'ਚ ਮੁਗਲਿਆ ਦੌਰ ਗੁਜ਼ਰਿਆ, ਸਿੱਖਾਂ ਨੇ ਲਿਆ ਕੇ ਉਹਨਾਂ ਨੂੰ ਆਪਣੇ ਨਾਲ ਦੇ ਬਰਾਬਰ ਦੇ ਭਾਈਵਾਲ ਹੀ ਨਹੀਂ ਬਣਾਇਆ, ਰਾਦਰ ਤਖਤ ਤੇ ਬਿਠਾ ਦਿੱਤਾ। ਜਦੋਂ ਅਸੀਂ ਡੋਗਰਿਆਂ ਦੀ ਦਾਸਤਾਨ ਧਿਆਨ ਸਿੰਘ, ਗੁਲਾਬ ਸਿੰਘ, ਸੁਚੇਤ ਸਿੰਘ ਜਾਂ ਯੂਪੀ ਦੇ ਬਾਹਮਣਾ ਲਾਲ ਸਿੰਘ, ਤੇਜ ਸਿੰਘ ਦੀ ਕਹਾਣੀ ਕਹਿੰਦੇ ਹਾਂ, ਤੇ ਇਹ ਸਿੱਖ ਰਾਜ ਜਾਣ ਦੀ ਕਹਾਣੀ 'ਚ ਸਭ ਤੋਂ ਅਹਿਮ ਕਿਰਦਾਰ ਇਹਨਾਂ ਲੋਕਾਂ ਦਾ। ਫਿਰ ਅੰਗਰੇਜ਼ਾਂ ਦੇ ਨਾਲ ਆ ਕੇ ਰਲ ਜਾਂਦੇ ਨੇ। ਔਰ ਇਸ ਗੱਲ ਦਾ ਧਿਆਨ ਰਹੇ ਕਿ ਬੇਸ਼ੱਕ ਮੁਗਲਾਂ ਦੇ ਨਾਲ ਸਿੱਖ ਲੜੇ ਇੱਕ ਸਦੀ, ਪਰ ਜਦੋਂ ਸਿੱਖ ਰਾਜ ਸਥਾਪਿਤ ਹੁੰਦਾ ਤੇ ਕਿਵੇਂ ਉਹੀ ਸਿੱਖ ਬਹਾਦਰੀ ਦੇ ਨਾਲ ਔਰ ਫਰਾਖ ਦਿਲੀ ਦੇ ਨਾਲ ਸਾਰਿਆਂ ਨੂੰ ਨਾਲ ਲੈ ਕੇ ਚੱਲਦੇ ਨੇ। ਪੰਜਾਬ ਦਾ ਮੁਸਲਮਾਨ, ਈਵਨ ਫਰੰਟੀਅਰ ਦਾ ਜਿਹੜੇ ਰਹਿਣ ਵਾਲੇ ਨੇ, ਉਹ ਸਿੱਖ ਫੌਜ ਦਾ ਹਿੱਸਾ ਬਣਦੇ ਨੇ। ਔਰ ਲਾਇਲੀ, ਕੱਲ੍ਹ ਹੀ ਮੈਂ ਦੇਖ ਰਿਹਾ ਸੀ ਆਫਤਾਬ ਇਕਬਾਲ, ਉਹਨਾਂ ਦੇ ਬੜੇ ਅੱਛੇ ਹੋਸਟ ਨੇ, ਉਹਨਾਂ ਨੇ ਰੰਗ ਪੰਜਾਬ ਦੇ ਇੱਕ ਪੰਜਾਬੀ ਦੇ ਵਿੱਚ ਪ੍ਰੋਗਰਾਮ ਸ਼ੁਰੂ ਕੀਤਾ ਜਿਹਦੇ 'ਚ ਉਹ ਪੋਠੋਹਾਰੀ ਡਾਇਲੈਕਟ, ਜਾਂਗਲੀ ਔਰ ਦੂਸਰੇ ਜਿਹੜੇ ਸ਼ਾਹਪੁਰੀ ਔਰ ਇੱਕ ਸਰਦਾਰ ਸਾਹਿਬ ਵੀ ਸੀ ਜਿਨ੍ਹਾਂ ਦੀ ਖੜੀ ਬੋਲੀ ਹੈ, ਜ਼ਾਹਰ ਹੈ ਉਹ ਸਾਡੇ ਈਸਟ ਪੰਜਾਬ ਦਾ ਡਾਇਲੈਕਟ ਹੈ ਜ਼ਿਆਦਾ, ਉਸ ਦੇ ਵਿੱਚ ਉਹ ਗੱਲ ਕਰਦੇ ਆ। ਜਦੋਂ ਹੀ ਜ਼ਿਕਰ ਆਇਆ ਮਹਾਰਾਜਾ ਰਣਜੀਤ ਸਿੰਘ ਦਾ, ਔਰ ਉਹਨਾਂ ਨੇ ਬੜੇ ਮਾਣ ਨਾਲ, ਔਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਹੁਣ ਉਸ ਖਿੱਤੇ ਦੇ ਵਿੱਚ ਇਤਿਹਾਸ ਨੂੰ ਠੀਕ ਪਰਸਪੈਕਟਿਵ 'ਚ ਸਮਝਣ ਦੀ ਕੋਸ਼ਿਸ਼ ਕੀਤੀ ਜਾ ਰਹੀ, ਜਿਵੇਂ ਅਸੀਂ ਵੀ ਕਰਦੇ ਹਾਂ। ਫਿਰ ਵੀ ਟਕਰਾਅ ਨੇ, ਕਿਤੇ ਨਾ ਕਿਤੇ ਅਪਵਾਦ ਵੀ ਹੋਣਗੇ, ਡਿਫਰੈਂਸਿਸ ਵੀ ਹੋਣਗੇ, ਲੇਕਿਨ ਜਦੋਂ ਜੇ ਉਸ ਧਰਤੀ ਦੇ ਗੁਜਰਾਂਵਾਲੇ ਦਾ ਰਹਿਣ ਵਾਲਾ ਕੋਈ, ਉਹ ਭਾਵੇਂ ਸੁਹੇਲ ਵੜੈਚ ਵਰਗੇ ਜਿਹੜੇ ਹੋਣ ਜਾਂ ਸੁਹੇਲ ਅਹਿਮਦ, ਜਿਹੜੇ ਜਿਨ੍ਹਾਂ ਦਾ ਸੁਹੇਲ ਅਹਿਮਦ ਦਾ ਸੰਬੰਧ ਗੁਜਰਾਂਵਾਲੇ ਨਾਲ ਹੈ, ਜਦੋਂ ਕਹਿਣਗੇ ਜੀ ਸਾਡੇ ਸ਼ਹਿਰ 'ਚ ਮਹਾਰਾਜਾ ਰਣਜੀਤ ਸਿੰਘ ਅਸੀਂ ਦਿੱਤਾ ਹੈ, ਅਸੀਂ ਜਨਰਲ ਹਰੀ ਸਿੰਘ ਨਲੂਆ ਦਿੱਤਾ ਹੈ, ਤਾਂ ਇੱਕ ਗੱਲ ਆਪਣੇ ਆਪ 'ਚ ਚੰਗਾ ਲੱਗਦਾ ਕਿ ਵੀ ਠੀਕ ਹੈ, ਅਸੀਂ ਤਾਂ ਉਹਨਾਂ ਨੂੰ ਸਿੱਖ ਹਿਸਟਰੀ ਦੇ ਪਰਸਪੈਕਟਿਵ 'ਚ ਦੇਖਦੇ, ਪਰ ਉਸ ਧਰਤੀ ਦਾ ਮਾਣ ਨੇ। ਔਰ ਇਹ ਜਦੋਂ ਅਸੀਂ ਇਸ ਸਾਰੇ ਸਫ਼ਰ ਨੂੰ ਦੇਖਦੇ ਹਾਂ, ਔਰ ਇੱਕ ਵੀ ਪੰਜਾਬੀ ਮੁਸਲਮਾਨ ਜਿਹੜਾ ਤੋਪਖਾਨੇ ਦੇ ਇੰਚਾਰਜ ਵੀ ਸੀ, ਫੌਜੀ ਵੀ ਸੀ, ਕਿਸੇ ਨੇ ਬਿਟਰੇ ਨਹੀਂ ਕੀਤਾ ਹੈ ਸਿੱਖ ਰਾਜ ਨੂੰ। ਔਰ ਇਹਨਾਂ ਦੇ ਸਾਰੇ ਮਿਸਰ ਔਰ ਡੋਗਰੇ
ਕਿਵੇਂ ਅੰਗਰੇਜ਼ਾਂ ਦੇ ਨਾਲ ਰਲੇ ਜਦੋਂ ਸ਼ਾਹ ਮੁਹੰਮਦ ਨੇ ਕਿਹਾ ਕਿ ਸ਼ਾਹ ਮੁਹੰਮਦ ਦਾ ਇੱਕ ਸਰਕਾਰ ਬਾਜੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੇ, ਇਹਨਾਂ ਨੇ ਹਰਾਇਆ ਇਸ ਵਿਕੀ ਹੋਈ ਗਦਾਰ ਲੀਡਰਸ਼ਿਪ ਨੇ। ਅੰਗਰੇਜ਼ ਆਏ, ਇਹਨਾਂ ਨੇ ਕਿਵੇਂ ਜਿਹੜੇ ਸਨਾਤਨੀ ਕਿਸਮ ਦੇ ਮਹੰਤ ਸੀ ਉਹਨਾਂ ਦੀ ਪਿੱਠ ਠੋਕੀ, ਕਿਵੇਂ ਸਿੱਖੀ ਦੇ ਵਿਰੋਧ 'ਚ ਉਹ ਆਰੀਆ ਸਮਾਜੀ ਹੋਣ, ਸਨਾਤਨੀ ਹੋਣ, ਕਿਵੇਂ ਖਲੋਤੇ। ਇਹ ਇੱਕ ਵੱਖਰਾ ਚੈਪਟਰ ਹੈ ਕਿ ਜੇ ਇਹਨਾਂ ਨੂੰ ਇਹ ਸੀ ਕਿ ਵਾਪਸ ਇੱਕ ਪਾਸੇ ਈਸਾਈ ਲੱਗੇ ਹੋਏ ਸੀ, ਅੰਗਰੇਜ਼ ਆਏ ਈਸਾਈ ਮਿਸ਼ਨਰੀ ਵੀ ਇਹਨਾਂ ਨੂੰ ਈਸਾਈ ਬਣਾ ਲਓ, ਜਿਵੇਂ ਅੱਜ ਵੀ ਇੱਕ ਅਟੈਂਪਟ ਸ਼ੁਰੂ ਹੋਇਆ ਹੋਇਆ ਬੜੇ ਜ਼ੋਰ ਨਾਲ। ਇਹਨਾਂ ਨੂੰ ਸੀ ਕਿ ਵੀ ਵਾਪਸ ਇਹਨਾਂ ਨੂੰ ਸਿੱਖੀ ਨੂੰ ਜਿਹੜਾ ਇਹ ਨਿਕਲ ਕੇ ਸਾਡੇ ਚੋਂ ਜਿਨ੍ਹਾਂ ਨੇ ਚੈਲੰਜ ਕੀਤਾ ਸਾਡੇ ਬ੍ਰਾਹਮਣ ਵਿਚਾਰਧਾਰਾ, ਇਹਨਾਂ ਨੂੰ ਵਾਪਸ ਲਿਆਓ। ਦਰਬਾਰ ਸਾਹਿਬ ਦੀਆਂ ਪ੍ਰਕਰਮਾਂ 'ਚ ਮੂਰਤੀਆਂ ਰੱਖ ਦਿੱਤੀਆਂ, ਕਿਸ ਕਿਸਮ ਦਾ ਇਹਨਾਂ ਨੇ ਸਨਾਤਨੀ। ਔਰ ਜਦੋਂ ਇਹਨਾਂ ਨੇ ਇਸ ਕਿਸਮ ਦੇ ਜਿਹੋ ਜਿਹੇ ਹੁਣ ਮਨਜਿੰਦਰ ਸਿਰਸੇ ਵਰਗੇ ਜਾਂ ਇਸ ਕਿਸਮ ਦੇ ਟੁੱਚੇ ਹੋਰ ਵੀ ਹੋਣਗੇ ਆਉਣ ਵਾਲੇ ਦਿਨਾਂ 'ਚ, ਇੱਕ ਇਸ ਕਿਸਮ ਦੇ ਟੁੱਚੇ ਤੋਂ ਜਿਹਦੇ ਨਾਂ ਨਾਲ ਬੇਦੀ ਕੇ ਸੋਢੀ ਲੱਗਾ ਹੋਇਆ ਸੀ, ਉਹਦੇ ਤੋਂ ਕਿਤਾਬ ਲਿਖਵਾਈ ਹਮ ਹਿੰਦੂ ਹੈ। ਔਰ ਇਹਦੇ ਜਵਾਬ 'ਚ ਫਿਰ ਭਾਈ ਕਾਹਨ ਸਿੰਘ ਨਾਭਾ, ਜਿਨ੍ਹਾਂ ਦੀ ਆਪਣੀ ਕਿਸਮ ਦੀ ਟ੍ਰੇਨਿੰਗ ਯੂਨੀਕ ਗੁਰਮਤ ਵਿਚਾਰਧਾਰਾ ਦੀ ਸੀ, ਉਹਨਾਂ ਨੇ ਲਗਭਗ ਜਿਹੜੀ ਹੈ ਉਹ 1798-99 ਦੇ ਵਿੱਚ ਕਿਤਾਬ ਲਿਖੀ ਹਮ ਹਿੰਦੂ ਨਹੀਂ। ਉਹਨਾਂ ਤੇ ਮੁਕੱਦਮਾ ਹੋਇਆ, ਉਹਨਾਂ ਦੇ ਖਿਲਾਫ ਈਵਨ ਇੱਕ ਦੋ ਮਹਾਰਾਜੇ ਵੀ ਜਿਹੜੇ ਨੇ ਨਾਭੇ ਵਰਗੇ ਔਰ ਦੂਜੇ ਆਨੰਦ ਮੈਰਿਜ ਐਕਟ ਦੇ ਅਗੇਂਸਟ ਭੁਗਤਣ ਵਾਲੇ। ਪਰ ਇਹ ਮੈਂ ਪਿਛੋਕੜ ਇਸ ਲਈ ਦੇ ਰਿਹਾ ਹਾਂ ਕਿ ਇਹ ਅਟੈਂਪਟ 1947 ਤੋਂ ਪਹਿਲਾਂ ਵੀ ਰਿਹਾ, ਇਹਨਾਂ 5 ਸਦੀਆਂ 'ਚ ਹੀ, ਕਿ ਭਾਈ ਕਿਵੇਂ ਨਾ ਕਿਵੇਂ ਸਿੱਖਾਂ ਨੂੰ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਭਾਵੇਂ ਅੰਗਰੇਜ਼ਾਂ ਨੇ ਆਪਣੀ ਗਰਜ਼ ਦੇ ਤਹਿਤ ਉਹਨਾਂ ਨੇ ਸਿੱਖ ਫੌਜ ਦੇ ਵਿੱਚ ਯਕੀਨੀ ਬਣਾਇਆ ਕਿ ਅੰਮ੍ਰਿਤ ਛਕੇ ਦਾ ਸਰਟੀਫਿਕੇਟ ਹੋਏ, 5 ਕਕਾਰੀ ਰੂਪ ਦੇ ਵਿੱਚ ਸਿੱਖ ਹੋਣ। ਔਰ ਉਹਨੇ ਸਾਨੂੰ ਦੁਨੀਆ ਭਰ 'ਚ ਵੀ ਜਿੱਥੇ ਅੰਗਰੇਜ਼ ਸੀ ਸਿੱਖ ਪਹੁੰਚ ਗਏ, ਉਹਨੇ ਸਾਡੀ 5 ਕਕਾਰੀ ਆਈਡੈਂਟੀਟੀ ਨੂੰ, ਯੂਨੀਕਨੈਸ ਨੂੰ, ਔਰ ਉਹਦੇ 'ਚ ਜ਼ਾਹਰ ਹੈ ਕਿ ਕਨਿੰਗਮ, ਮੈਕਾਲਫ ਔਰ ਫਿਰ ਸਾਡੇ ਆਪਣੇ ਸਾਹਿਤਕਾਰ ਭਾਈ ਸਾਹਿਬ ਭਾਈ ਵੀਰ ਸਿੰਘ ਔਰ ਅਕਾਲੀ ਕੌਰ ਸਿੰਘ ਔਰ ਇਹਨਾਂ ਸਾਰਿਆਂ ਨੇ, ਵੱਡਾ ਭਾਈ ਕਾਹਨ ਸਿੰਘ ਨਾਭਾ ਔਰ ਪ੍ਰਿੰਸੀਪਲ ਗੰਡਾ ਸਿੰਘ ਜਿਨ੍ਹਾਂ ਨੇ ਫਿਰ ਹਿਸਟਰੀ ਕੀਤਾ, ਕਰਮ ਸਿੰਘ ਹਿਸਟੋਰੀਅਨ, ਇਹ ਉਹ ਸਾਰੇ ਵੱਡੇ ਨਾਂ ਨੇ ਜਿਨ੍ਹਾਂ ਨੇ ਇਸ ਹਿੰਦੂਤਵੀ ਖਾਰੇ ਸਮੁੰਦਰ 'ਚ ਡੁੱਬਣ ਤੋਂ ਕੱਢਦਿਆਂ ਜਿਹੜਾ ਯੂਨੀਕਨੈਸ ਸੀ ਸਿੱਖ ਫਿਲਾਸਫੀ ਦੀ, ਉਸ ਦੇ ਉੱਤੇ ਫੋਕਸ ਕੀਤਾ। 47 ਤੋਂ ਬਾਅਦ ਇਹਨਾਂ ਦੇ ਹੱਥ 'ਚ ਪਾਵਰ ਆ ਗਈ, ਇਹਨਾਂ ਨੇ ਕ੍ਰਿਮੀਨਲ ਟ੍ਰਾਈਬ ਵੀ ਬਣਾਇਆ ਤੇ ਆਰਟੀਕਲ 25B ਦੇ ਥੱਲੇ ਸਾਨੂੰ ਬਹੁਤੀਆਂ ਜੈਨੀਆਂ ਦੇ ਨਾਲ ਸਿੱਖਾਂ ਨੂੰ ਵੀ ਨੂੜ ਕੇ ਹਿੰਦੂਆਂ ਦੇ ਖਾਤੇ 'ਚ ਲਿਆਂਦਾ। ਹੁਣ ਗੱਲ ਜੇ ਅਕਾਲੀ ਪੋਲਿਟਿਕਸ ਦੀ ਕਰੀਏ ਤੇ ਅਕਾਲੀ ਲਹਿਰ ਜਿਹੜੀ 1920 'ਚ ਹਿੰਦੂ ਸਨਾਤਨੀ ਕਿਸਮ ਦੇ ਮਹੰਤਾਂ ਤੋਂ ਗੁਰਦੁਆਰੇ ਖੋਹਣ ਦੀ ਸੀ, ਉਹ ਆਪਣੀ ਲਹਿਰ ਵੀ ਕਾਮਯਾਬ ਹੋਈ, ਲੇਕਿਨ ਉਹਦੇ ਨਾਲ ਜਿਹੜੀਆਂ ਸਿੱਖੀ ਵੈਲਿਊਜ਼ ਨੇ, ਜਿਵੇਂ ਅੱਜ ਅਸੀਂ ਕਿਸਾਨ ਮੋਰਚੇ ਦੇ ਵਿੱਚ ਦੇਖਦੇ ਹਾਂ ਕਿ ਸਿੱਖਾਂ ਦੀ ਜੈਨਰੋਸਿਟੀ, ਲੰਗਰ, ਬਰਾਬਰੀ, ਸਾਰੇ ਬਹਿ ਕੇ ਖਾ ਰਹੇ ਨੇ, ਕੰਪੈਸ਼ਨ ਦੂਜਿਆਂ ਦੇ ਲਈ, ਉਹ ਹੈ ਇਵੇਂ ਹੀ ਜਦੋਂ 1920 ਦੀ ਅਕਾਲੀ ਲਹਿਰ ਚੱਲੀ ਹੈ, ਉਹਨੇ ਬਹੁਤ ਸਾਰੇ, ਕਿਉਂਕਿ ਸਿੱਖ ਰਾਜ ਗਏ 70-75 ਸਾਲ ਹੋ ਗਏ ਸੀ, ਬਿਲਕੁਲ ਗਵਾਚੇ ਜੇ ਹੋਏ ਲੋਕ ਸੀ, ਪਰ ਜਿਸ ਡਿਸਪਲਿਨ ਨਾਲ ਸ਼ਾਂਤਮਈ ਰਹਿੰਦੇ ਆ, ਡਾਂਗਾਂ ਖਾਧੀਆਂ ਗੁਰੂ ਕੇ ਬਾਗ 'ਚ, ਜੈਤੋ 'ਚ ਸਾਹਮਣੇ ਖਲੋਤੇ, ਜਥੇ ਗ੍ਰਿਫਤਾਰੀ ਦੇ ਲਈ ਜਾਣ ਤੋਂ ਪਹਿਲਾਂ ਪਿੰਡਾਂ ਵਿੱਚੋਂ ਗੁਜ਼ਰਦੇ ਸੀ, ਜਿਵੇਂ ਹਰ ਪਿੰਡ ਦੇ ਵਿੱਚ ਉਹਨਾਂ ਦਾ ਸਵਾਗਤ ਹੁੰਦਾ ਸੀ, ਉਹਨਾਂ ਦੀ ਸੇਵਾ ਹੁੰਦੀ ਸੀ। ਔਰ ਕਿਵੇਂ ਪੰਜਾਬ ਦੇ ਵਿੱਚ ਜਿਵੇਂ ਅੱਜ ਕਿਸਾਨ ਲਹਿਰ ਨੇ ਇੱਕ ਜਿਹੜਾ ਉਹ ਉਤਸ਼ਾਹ ਪੈਦਾ ਕੀਤਾ, ਇਹੋ ਜਿਹਾ ਹੀ ਮਾਹੌਲ ਉਸ ਪੀਰੀਅਡ ਸੀ। ਔਰ ਅਕਾਲੀ ਦਲ ਜਿਹਨੇ ਪਹਿਲੀ ਵਾਰ ਉਹ ਬ੍ਰਿਟਿਸ਼ ਜਿਨ੍ਹਾਂ ਦਾ ਸੂਰਜ, ਜਿਨ੍ਹਾਂ ਦੇ ਰਾਜ ਕਦੇ ਡੁੱਬਦਾ ਨਹੀਂ ਸੀ, ਉਹਨਾਂ ਨੂੰ ਡਿਫੀਟ ਕੀਤਾ, ਮਹੰਤਾਂ ਤੋਂ ਗੁਰਦੁਆਰੇ ਲਏ, ਗੁਰਦੁਆਰਾ ਐਕਟ 1924 ਦੇ ਵਿੱਚ ਬਣਦਾ ਹੈ, 1925 ਚ ਉਹਦੀ ਗੈਸਟਿੰਗ। ਔਰ ਅਕਾਲੀ ਦਲ ਇੱਕ ਵੱਡੀ ਤਾਕਤ ਦੇ ਤੌਰ ਤੇ 19 ਆਬਾਦੀ, ਹੁਣ ਤਾਂ ਅਸੀਂ 30-35 ਮਿਲੀਅਨ ਹੈ, ਉਦੋਂ 8-9 ਮਿਲੀਅਨ ਸੀ ਸਾਰੀ। ਔਰ ਇਸ ਸਾਰੇ ਚੋਂ ਗਾਂਧੀ ਵਰਗਾ ਫਿਰ ਜਿਹੜਾ ਉਹ ਚਾਬੀਆਂ ਦਾ ਮੋਰਚਾ ਫਤਹ ਹੁੰਦਾ ਹੈ, ਟੈਲੀਗ੍ਰਾਮ ਕਰਦਾ, ਕੰਗ੍ਰੈਚੁਲੇਸ਼ਨ, ਯੂ ਹੈਵ ਵਨ ਦਾ ਫਸਟ ਬੈਟਲ ਆਫ ਫਰੀडम ਆਫ ਇੰਡੀਆ, ਹੁਣ ਬਾਕੀਆਂ ਨੂੰ ਲਿਬਰੇਟ ਕਰਾਓ। ਔਰ ਕਿਵੇਂ ਸਿੱਖ ਰਾ ਮਟੀਰੀਅਲ ਬਣੇ ਫਿਰ ਕਾਂਗਰਸ ਦਾ, ਔਰ ਕਿਵੇਂ 47 ਤੱਕ ਪਹੁੰਚਦੇ ਆ ਆਪਣੇ ਹਾਨ ਲਾਭ ਵਿਚਾਰੇ ਬਿਨਾਂ ਸਾਡੀ ਲੀਡਰਸ਼ਿਪ ਨੇ ਆਪਣੇ ਆਂਡੇ ਕਾਂਗਰਸ ਦੀ ਟੋਕਰੀ 'ਚ ਰੱਖੇ, ਤੇ ਨਤੀਜਾ ਕੀ ਹੋਇਆ ਕਿ ਭਾਈ ਇੱਕ ਬ੍ਰਿਟਿਸ਼ ਦੀ ਗੁਲਾਮੀ 'ਚੋਂ ਨਿਕਲ ਕੇ ਇੱਧਰ ਆ ਗਏ। ਉਹ ਤਾਂ ਇੱਕ ਹਿਸਟੋਰੀਕਲ ਬਲੰਡਰ ਸੀ, ਲੇਕਿਨ ਇਹਦੇ ਬਾਵਜੂਦ ਪੋਸਟ 47 ਦੀ ਅਕਾਲੀ ਲੀਡਰਸ਼ਿਪ, ਮਾਸਟਰ ਤਾਰਾ ਸਿੰਘ ਜਦੋਂ ਤੱਕ 1967 ਤੱਕ ਜਿਉਂਦੇ ਰਹੇ, ਉਹਨਾਂ ਨੇ ਪੰਜਾਬੀ ਸੂਬਾ ਮੋਰਚਾ, ਪੰਜਾਬੀ ਜ਼ਬਾਨ ਦੀ ਰੈਕਗਨੀਸ਼ਨ ਔਰ ਸਿੱਖਾਂ ਦੀ ਅਡਰੀ ਹੋਂਦ
ਪੰਜ ਕਕਾਰੀ ਰੂਪ ਦੀ ਔਰ ਸਿੱਖਾਂ ਦੀ ਨਿਰੋਲ ਵਿਚਾਰਧਾਰਾ। ਅਕਾਲੀ ਹੋਣ ਦਾ ਮਤਲਬ ਹੀ ਇਹ ਹੁੰਦਾ ਸੀ ਕਿ ਭਾਈ ਤੁਸੀਂ ਤਿਆਗ ਦੀ ਮੂਰਤ ਹੋ, ਤੁਸੀਂ ਕਰਪਟ ਨਹੀਂ ਹੋ, ਤੁਸੀਂ ਜੇਲ੍ਹਾਂ 'ਚ ਜਾਣ ਤੋਂ ਨਹੀਂ ਡਰਦੇ। ਉਹਨਾਂ ਦਾ ਹੁੰਦਾ ਸੀ ਕਿ ਭਾਈ ਜਿਉਂ ਹੀ ਮੋਰਚਾ ਖਤਮ ਹੋਇਆ ਵਾਪਸ ਆਏ ਫਿਰ ਸੁਨੇਹਾ ਆ ਜਾਂਦਾ ਸੀ ਜੀ ਖਾਲਸਾ ਜੀ ਮੋਰਚਾ ਲੱਗ ਗਿਆ, ਉਹਨੇ ਆਪਣੇ ਕਹਿਣਾ ਨਿਆਣੇ ਨੂੰ ਕਾਕਾ ਜਾ ਕਛਹਿਰਾ ਲਾ ਲਿਆ, ਉਹ ਮੋਢੇ ਤੇ ਰੱਖਿਆ, ਦੂਸਰੇ ਵਾਰੀ ਜੇਲ੍ਹ ਜਾਣ। ਹੁਣ ਉਸ ਕਿਸਮ ਦੀ ਜਿਹੜੀ ਗਲੋਰੀਅਸ ਹਿਸਟਰੀ ਸੀ, ਜੇ 100 ਸਾਲ ਦੇ ਵਿੱਚ ਮੈਂ ਗੱਲ ਕਰਾਂ, ਜਦੋਂ ਹੀ ਇਹ ਟੌੜਾ ਬਾਦਲ ਤਲਵੰਡੀ ਦੀ ਇਹ ਜਿਹੜੀ ਬੇਈਮਾਨ ਤਿਕੜੀ ਦੇ ਹੱਥ 'ਚ ਗੱਲ ਦੀ ਸ਼ੁਰੂਆਤ ਹੁੰਦੀ ਹੈ, ਭਾਵੇਂ ਇੰਡੀਵਿਜੂਅਲੀ ਕੋਈ ਟੌੜੇ ਨੂੰ ਥੋੜਾ ਚੰਗਾ ਕਹਿ ਲੇ, ਤਲਵੰਡੀ ਨੂੰ ਕੋਈ ਮੂਰਖ ਕਹਿ ਲੇ, ਪਰ ਬੇਈਮਾਨ ਨਾ ਮੰਨੇ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਬਾਦਲਾਂ ਨੇ, ਟੌੜਾ ਵੀ ਤੁਰ ਗਿਆ, ਤਲਵੰਡੀ ਵੀ ਤੁਰ ਗਿਆ, ਲੇਕਿਨ ਜਿਵੇਂ ਬਾਦਲ ਨੇ ਔਰ ਇਹਦੇ ਫਿਰ ਕੋੜਮੇ ਨੇ ਅੱਗੋਂ, ਇਹਦਾ ਪੁੱਤਰ ਔਰ ਪੁੱਤਰ ਦਾ ਅੱਗੋਂ ਸਾਲਾ ਬਿਕਰਮ ਮਜੀਠੀਆ, ਔਰ ਇਹਨਾਂ ਸਾਰਿਆਂ ਨੇ ਪਿਛਲੀ ਅੱਧੀ ਸਦੀ ਦੇ ਵਿੱਚ, ਕਿਉਂਕਿ ਬਾਦਲਾਂ ਦੀ ਆਮਦ 1970 ਐਮਰਜੈਂਸੀ ਤੋਂ ਬਾਅਦ ਜੇ ਗਿਣਨਾ ਹੋਏ, ਬਰੀਫ ਪੀਰੀਅਡ ਬਰਨਾਲਾ ਆ ਗਿਆ, ਟੌੜੇ ਨੂੰ ਵੀ ਖੂੰਜੇ ਜੇ ਲਾ ਕੇ ਸ਼੍ਰੋਮਣੀ ਕਮੇਟੀ ਉਹਦੇ ਹਵਾਲੇ ਕੀਤੀ ਹੋਈ ਸੀ। ਹਾਲਾਂਕਿ ਟੌੜਾ ਕਰਪਟ ਨਹੀਂ ਸੀ ਉਸ ਲਿਆ, ਉਹਨੇ ਯਾਰ ਪਾਸ਼ੇ ਤਾਂ ਰਜਾਏ, ਲੇਕਿਨ ਬਾਦਲ ਨੇ ਕਰਪਸ਼ਨ ਉੱਤੋਂ ਥੱਲੇ ਤੱਕ ਇੰਸਟੀਟਿਊਸ਼ਨਸ ਡਿਸਟਰੋਏ ਕੀਤੀਆਂ, ਔਰ ਸਭ ਤੋਂ ਵਰਸਟ ਭਾਰਤੀ ਜਨਸੰਘ ਦੇ ਨਾਲ ਇਲਹਾਕ, ਹਿੰਦੂਤਵਾ ਆਈਡੀਓਲੋਜੀ ਦੇ ਨਾਲ, ਔਰ ਉਹਨਾਂ ਨੂੰ ਵਿੱਚ ਵਾੜ ਕੇ ਜਿਵੇਂ ਆਰਐਸਐਸ ਦੀ ਘੁਸਪੈਠ ਹੋਈ, 5 ਵਾਰ ਇਹ ਪੰਜਾਬ ਦਾ ਚੀਫ ਮਿਨਿਸਟਰ ਬਣਿਆ, ਕਿਵੇਂ ਆਰਐਸਐਸ ਪਿੰਡਾਂ ਤੱਕ ਪਹੁੰਚਿਆ, 1999 ਤੱਕ ਪਹੁੰਚਦੇ ਆ, ਅਨੰਦਪੁਰ ਸਾਹਿਬ ਦੇ ਇਤਿਹਾਸਕ ਮੁਕਾਮ ਦੇ ਉੱਤੇ ਖਾਕੀ ਨਿੱਕਰਾਂ ਨਾਲ ਇਹ ਜਿਹੜੇ ਨੇ ਪੈਰੇਡ ਕਰਦੇ ਨੇ, ਔਰ ਚੱਲਦੇ ਇੱਥੋਂ ਤੱਕ ਕਹਿਣਾ ਜੀ ਸਾਡਾ ਤਾਂ ਪਤੀ ਪਤਨੀ ਦਾ ਰਿਸ਼ਤਾ ਹੈ। ਔਰ ਇਹਨਾਂ ਹਿੰਦੂ ਤਵੀਆਂ ਦਾ ਹੀ ਨਤੀਜਾ ਅੱਜ ਕਿ ਦਿੱਲੀ ਕਮੇਟੀ ਦਾ ਪ੍ਰਧਾਨ ਸਿਰਸਾ, ਜਿਹੜਾ 2 ਵਾਰ ਪ੍ਰਧਾਨ ਰਿਹਾ, ਉਹਨੂੰ ਚੋਰ ਦਰਵਾਜ਼ਿਓਂ ਵੀ ਇਹਨਾਂ ਨੇ ਵਾੜਨਾ ਚਾਹਿਆ, ਇਹਦੇ ਬਾਵਜੂਦ ਕਿ ਇਲੈਕਸ਼ਨ ਉਹ ਹਾਰਿਆ, ਉਹ ਜਾ ਕੇ ਟਪੂਸੀ ਮਾਰ ਕੇ ਅਮਿਤ ਸ਼ਾਹ ਦੀ ਗੋਦ 'ਚ ਬਹਿ ਗਿਆ। ਔਰ ਹੁਣ ਆਉਣ ਵਾਲੇ ਦਿਨਾਂ 'ਚ ਵੀ ਅਸੀਂ ਦੇਖਾਂਗੇ ਪੰਜਾਬ ਦੀਆਂ ਚੋਣਾਂ ਹੋਣ ਤੱਕ ਲੰਬੀ ਲਾਈਨ ਲੱਗੇਗੀ, ਅਕਾਲੀਆਂ 'ਚੋਂ ਵੀ ਜਾਣਗੇ, ਕਾਂਗਰਸ 'ਚੋਂ ਵੀ, ਕਿਉਂਕਿ ਉਹਨਾਂ ਨੇ ਕਿਹਾ ਜੀ ਕਿ ਅਸੀਂ ਬੀਜੇਪੀ 117 ਸੀਟਾਂ ਪੰਜਾਬ 'ਚ ਅਸੀਂ ਸਰਕਾਰ ਬਣਾਵਾਂਗੇ ਔਰ ਅਸੀਂ ਇੱਧਰ ਉੱਧਰ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸਾਰੀ ਪ੍ਰੋਸੈਸ 'ਚ ਬਾਦਲ ਨੇ ਸ਼੍ਰੋਮਣੀ ਕਮੇਟੀ ਨੂੰ ਪੰਗੂ ਬਣਾਇਆ, ਬਿਲਕੁਲ ਹੈਂਡੀਕੈਪ ਕੀਤਾ, ਉਹਦਾ ਏਜੰਡਾ ਬਦਲਿਆ। ਸੁਖਬੀਰ ਬਾਦਲ ਉੱਥੋਂ ਆਪਣੇ ਚੱਲਦਾ ਲੰਬੀ ਤੋਂ ਬੱਸ ਲੈ ਕੇ ਕਿੱਥੇ ਜੀ, ਹਿੰਦੂ ਤੀਰਥਾਂ ਦੀ ਯਾਤਰਾ ਤੇ ਜਾ ਰਿਹਾ, ਰਾਜਸਥਾਨ 'ਚ ਬੈਠਾ, ਉਹ ਫਲਾਣਾ ਤੀਰਥ ਫਲਾਣਾ ਉੱਥੇ ਪੂਜਾ ਕਰ ਰਿਹਾ, ਨਹੀਂ ਪਹਿਲਾਂ ਉਹ ਸਿਰ 'ਚ ਸਵਾਹ ਪਾ ਕੇ ਹੋਲੀ ਖੇਡ ਰਿਹਾ। ਔਰ ਉਹ ਜਗੀਰ ਕੌਰ ਜਿਹੜੀ ਹੁਣ ਭੁਲੱਥ ਤੋਂ ਲੜੇਗੀ, ਉਹਨੂੰ ਜਦੋਂ ਪੱਤਰਕਾਰ ਪੁੱਛਦੇ ਨੇ ਕਿ ਜੀ ਇਹ ਕਦੇ ਸੁਣਿਆ ਸੀ ਵੀ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਹਿੰਦੂ ਮੰਦਰਾਂ 'ਚ ਜਾ ਕੇ ਪੂਜਾ ਕਰ ਰਿਹਾ ਔਰ ਪੂਰਾ ਟ੍ਰਿਪ ਨਾਲ ਹੋਰ ਪੱਗਾਂ ਵਾਲਿਆਂ ਨੂੰ ਲੈ ਗਿਆ, ਕਹਿੰਦੇ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ। ਹੁਣ ਜਿੱਥੇ ਇਸ ਹੱਦ ਤੱਕ ਡੀਜਨਰੇਸ਼ਨ, ਕਿਸੇ ਨੇ ਨਹੀਂ ਕਿਹਾ ਕਿ ਭਾਈ ਤੁਸੀਂ ਕਿਸੇ ਧਰਮ ਦਾ ਅਪਮਾਨ ਕਰੋ, ਪਰ ਕਦੇ ਤੁਸੀਂ ਇਹ ਦੇਖਿਆ ਕਿ ਵੀ ਉਹ ਅਕਾਲੀਆਂ ਦਾ ਪ੍ਰਧਾਨ ਜਾਂ ਉਹ ਸਿੱਖ ਪ੍ਰਿੰਸੀਪਲ ਜਿਹਦੇ ਸਾਹਮਣੇ ਹੋਏ ਕਿ ਬਿਨਾਂ ਗੁਰੂ ਗ੍ਰੰਥ ਸਾਹਿਬ ਤੋਂ ਕਿਸੇ ਅੱਗੇ ਸਿਰ ਨਹੀਂ ਝੁਕਣਾ, ਸਿਰਫ ਤੇ ਸਿਰਫ ਇਹਦਾ ਮਤਲਬ ਇਹ ਨਹੀਂ ਹੈ ਵੀ ਤੁਸੀਂ ਕਿਸੇ ਨੂੰ ਅਪਮਾਨਿਤ, ਮੁਬਾਰਕ ਹਿੰਦੂਆਂ ਨੂੰ ਆਪਣੇ ਮੰਦਰ ਮੁਬਾਰਕ, ਆਪਣਾ ਦੂਸਰਾ, ਪਰ ਕਿਸ ਹੱਦ ਤੱਕ ਇਸ ਬਾਦਲ ਕੋੜਮੇ ਨੇ ਡਿਸਟਰੋਏ ਕਰ ਦਿੱਤਾ ਸਿੱਖ ਇੰਸਟੀਟਿਊਸ਼ਨ। ਅਕਾਲ ਤਖਤ ਦਾ ਜਥੇਦਾਰ ਲਿਫਾਫੇ ਚੋਂ ਸ਼੍ਰੋਮਣੀ ਕਮੇਟੀ ਪ੍ਰਧਾਨ ਨਿਕਲਦਾ, ਅੱਗੋਂ ਪ੍ਰਧਾਨ ਦੇ ਲਿਫਾਫੇ ਚੋਂ ਜਥੇਦਾਰ ਨਿਕਲਦਾ। ਹੁਣ ਆ ਸਾਰਾ ਕੁਝ ਸਾਹਮਣੇ ਵਾਪਰ ਰਿਹਾ। ਗਿਆਨੀ ਹਰਪ੍ਰੀਤ ਸਿੰਘ ਆ ਗਿਆ ਜੀ, PhD ਕੀਤੀ ਹੈ ਜੀ, ਫਲਾਣਾ ਹੈ ਜੀ, ਬੜੇ ਉਹ ਖਰਬੂਜੇ ਦੇ ਪਿੱਛਾਂ ਵਾਂਗੂ ਪੱਗ ਬੰਨੀ ਹੁੰਦੀ ਹੈ, ਮੈਂ ਕਿਹਾ 2 ਘੰਟੇ ਸ਼ੀਸ਼ੇ ਸਾਹਮਣੇ ਖਲੋਂਦਾ ਹੋਣਾ, ਉਹਨੂੰ ਕੋਈ ਨਜ਼ਰ ਨਹੀਂ ਆਇਆ ਕਿ ਵੀ ਇਹਨੇ ਕਿਵੇਂ ਸਾਰੀਆਂ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਬੇਅਦਬੀ ਹੁੰਦੀ ਹੈ, ਪ੍ਰੈਸ ਦੇ ਵਿੱਚ ਕਿੰਨੇ ਛਪਦੇ ਨੇ, ਉਹਦਾ ਕੀ ਹਿਸਾਬ ਕਿਤਾਬ ਹੈ। ਸੋ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ। ਹੁਣ ਜਦੋਂ ਟੋਟਲ ਡੀਜਨਰੇਸ਼ਨ ਹੁੰਦੀ ਹੈ ਉਹਦੇ 'ਚੋਂ ਹੀ ਕੁਝ ਨਵਾਂ ਨਿਕਲਦਾ ਹੈ। ਮੇਰਾ ਖਿਆਲ ਹੈ ਕਿ ਵੀ ਇਹ ਹੁਣ ਵਕਤ ਹੈ, ਇਕੱਲਾ ਇਹੀ ਨਹੀਂ ਕਿ ਰਿਲੀਜੀਅਸ, ਜਦੋਂ ਅਸੀਂ ਸਿੱਖਜ਼ਮ ਅੰਡਰ ਬ੍ਰਹਿਮਨਿਕਲ ਸੀਜ ਦੀ ਗੱਲ ਕਰਦੇ ਹਾਂ, ਘੇਰਾਬੰਦੀ, ਇੱਕ ਪਾਸੇ ਅੰਦਰੂਨੀ ਘੇਰਾਬੰਦੀ ਹੈ ਜਿਹਦਾ ਨਤੀਜਾ ਸਾਨੂੰ ਦਿੱਲੀ ਕਮੇਟੀ, ਸ਼੍ਰੋਮਣੀ ਕਮੇਟੀ ਆਪਣੇ ਤਖਤਾਂ ਤੋਂ ਨਜ਼ਰ ਆਉਂਦਾ ਹੈ, ਇੱਕ ਬਾਹਰਲੀ ਸੀਜ ਹੈ ਜਿਹੜੀ ਕਿ ਖਾਲਿਸਤਾਨ ਦੀ ਸਟਰਗਲ ਹੀ ਉਸ ਘੇਰੇ ਨੂੰ ਤੋੜ ਸਕਦੀ ਹੈ। ਪਰ ਇਹ ਅੱਜ ਸ਼ੀਸ਼ੇ ਵਾਂਗ ਸਿੱਖਾਂ ਨੂੰ ਨਜ਼ਰ ਆ ਰਿਹਾ ਕਿ ਭਾਈ ਇਹ ਇਸ ਬਾਦਲ ਕੋੜਮੇ ਨੇ ਕਿਵੇਂ ਡਿਸਟਰੋਏ ਕੀਤੀਆਂ ਨੇ ਸਿੱਖ ਇੰਸਟੀਟਿਊਸ਼ਨ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣੇ ਬ੍ਰੇਕ ਵਿਊਅਰਸ ਆ, ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕਦੋਂ ਤੱਕ, ਹਾਂ ਕਦੋਂ ਤੱਕ
ਅਸੀਂ ਭਾਰਤ ਅਤੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ ਤੇ ਭਾਰਤੀ ਚੈਨਲਾਂ ਦਾ ਝੂਠਾ ਪ੍ਰੋਪੇਗੈਂਡਾ ਬਰਦਾਸ਼ਤ ਕਰਦੇ ਰਹਾਂਗੇ। ਆਓ ਮੇਰੇ ਨਾਲ ਜੁੜੋ ਪ੍ਰੋਗਰਾਮ ਗੁਫ਼ਤਗੂ ਵਿੱਚ। ਸਿੱਖ ਨਜ਼ਰੀਏ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰੀਏ। ਲਾਈਵ ਕਾਲਸ ਅਤੇ ਈਮੇਲਸ ਰਾਹੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੋ। ਮੰਡੇ ਟੂ ਫਰਾਈਡੇ ਰਾਤ 9:30 ਵਜੇ ਸਿਰਫ ਟੀਵੀ 84 ਤੇ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਾਂਗੇ ਕਿ 3 ਖੇਤੀ ਕਾਨੂੰਨਾਂ ਨੂੰ ਭਾਰਤੀ ਲੋਕ ਸਭਾ ਅਤੇ ਰਾਜ ਸਭਾ ਵੱਲੋਂ ਰੱਦ ਕੀਤੇ ਜਾਣ ਤੋਂ ਬਾਅਦ ਹੁਣ ਰਾਸ਼ਟਰਪਤੀ ਨੇ ਵੀ ਇਸ ਤੇ ਦਸਤਖਤ ਜਿਹੜੇ ਕਰ ਦਿੱਤੇ ਨੇ। ਸੋ ਕਿਸਾਨਾਂ ਦੀਆਂ ਬਾਕੀ ਮੰਗਾਂ ਭਾਵੇਂ ਅਜੇ ਤੱਕ ਹਵਾ ਵਿੱਚ ਹੀ ਲਟਕ ਰਹੀਆਂ ਹਨ, ਪਰ ਮੋਦੀ ਵੱਲੋਂ ਖੇਤੀ ਕਾਨੂੰਨਾਂ ਨੂੰ ਰਿਪੀਲ ਕਰਨ ਦੇ ਫੈਸਲੇ ਨੇ ਮੋਦੀ ਦੇ ਸਟਰੋਂਗਮੈਨ ਹੋਣ ਦੇ ਰੈਪੂਟੇਸ਼ਨ ਨੂੰ ਭਾਰੀ ਸੱਟ ਮਾਰੀ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਅਨਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਵੈਸੇ ਤਾਂ ਜਿਹੜੀ ਮੋਹਰ ਲੱਗਣ ਦੀ ਅਹਿਮੀਅਤ ਹੈ ਉਹ ਸਾਡਾ ਸਧਾਰਨ ਜਿਹੜਾ ਸ਼ਹਿਰੀ ਹੈ ਉਹ ਵੀ ਚੰਗੀ ਤਰ੍ਹਾਂ ਸਮਝਦਾ ਹੈ। ਉਹ ਜਦੋਂ ਕੋਈ ਵੀ ਕੰਮ ਕਰਾਉਣ ਲਈ ਜਾਂਦਾ ਹੈ ਤਾਂ ਉਹਨੂੰ ਪਤਾ ਹੈ ਕਿ ਵੀ ਦਸਤਖਤ ਵੀ ਭਾਵੇਂ ਕੋਈ ਕਰ ਦੇ, ਜਦੋਂ ਤੱਕ ਉੱਤੋਂ ਮੋਹਰ ਨਾ ਲੱਗੇ ਇਹਦਾ ਮਤਲਬ ਵੀ ਅਸਲੀ ਕਾਗਜ਼ ਨਹੀਂ ਹੈ। ਔਰ ਕਰਪਸ਼ਨ ਦਾ ਲੈਵਲ ਇਹ ਹੁੰਦਾ ਹੈ ਕਿ ਜੇ ਕੋਈ ਇਮਾਨਦਾਰ ਕਦੇ ਆ ਵੀ ਜਾਏ ਤੇ ਬਿਨਾਂ ਪੈਸੇ ਲਿਆ ਉਹ ਦਸਤਖਤ ਕਰਕੇ ਮੋਹਰ ਲਾ ਦੇ ਮੈਜਿਸਟ੍ਰੇਟ ਦੀ ਜਾਂ ਜੋ ਵੀ ਤਹਿਸੀਲਦਾਰ ਦੀ, ਤੇ ਉਹਨੂੰ ਯਕੀਨ ਨਹੀਂ ਹੁੰਦਾ ਵੀ ਇਹ ਮੋਹਰ ਅਸਲੀ ਹੈ। ਉਹ ਜਾ ਕੇ ਫਿਰ ਦਿਖਾਏਗਾ ਚਾਰਾਂ ਨੂੰ, ਦੇਖੋ ਵੀ ਇਹ ਅਸਲੀ ਨਹੀਂ ਲੱਗਦੀ। ਕਿ ਵੀ ਜਦੋਂ ਮੋਹਰ ਲੱਗ ਜਾਂਦੀ ਉਦੋਂ ਹੁੰਦਾ ਕਿ ਵੀ ਹੁਣ ਜਿਹੜਾ ਇਹ ਅਸਲੀ ਕੰਮ ਹੋਇਆ ਕਿ ਉਹਦੇ ਤੇ ਮੋਹਰ ਲੱਗੇ, ਉਹ ਵੀ ਪੈਸੇ ਦੇ ਕੇ। ਹੁਣ ਬੇਸ਼ੱਕ ਮੋਦੀ ਨੇ 19 ਨਵੰਬਰ ਨੂੰ ਐਲਾਨ ਕਰ ਦਿੱਤਾ ਸੀ ਕਿ ਜੀ ਅਸੀਂ ਇਹ ਰਿਪੀਲ ਕਰਾਂਗੇ, और ਉੱਥੋਂ ही वो अपनी मैसेज कह रहा है कि आप किसान घरों में जाओ और अपने परिवारों के साथ और अपने खेतों में जाओ, लेकिन कोई नहीं हिलना। तो की सी उन्होंने जो किसानों ने पूछा, कहता है ये जुमलेबाज इन्हें पता नहीं इन्हों के जुमले इन्हें कई मारे ने, भी किसी जुमला ही ना होए कि भी असी तो नहीं जानते जो तक पहला पार्लीमेंट दे विच ये हुंदा। ये अपने आप च इस गल दा सबूत सी जे तुसी किसी इंस्टीट्यूशन दे उत्ते डिसट्रस्ट देखना होए तो इस तो वड्डा डिसट्रस्ट कोई नहीं हो सकता, क्योंकि किसानी एक छोटा तबका नहीं है। 50 ਤੋਂ 55% लोग भारत दे विच किसानी दे उत्ते डिपेंडेंट ने फुली। उन्हां चों अगों 20% ऐसे ने नाल उहदे होर जिहड़े पार्शली ने, जिहड़े कोई होर काम भी करदे ने, पर जे उन्हां दी माड़ी मोटी खेतीबाड़ी ना होए तो वो सरवाइव नहीं कर सकते। हुण इस सब तो बाद जदों तक फिर पार्लीमेंट दा उन्होंने कहा असीं नहीं जांदे किते, पहला ये जिहड़ा पार्लीमेंट च होए, पार्लीमेंट हुण किसान ये समझते सी कि भाई ये जिहड़ा इन्हां ने जबर कीता 1 साल 700 तो ज़्यादा साडे वीर भैणां मारे गए। और जिहड़ा कल्ले मेरे ख्याल हरियाणे दे विच ही मैं नंबर किन्ना दे रहा सी कि 28,000 के किन्ने केस क्रिमिनल केस हरियाणे च रजिस्टर होए ने, यूपी च ने, पंजाब च तां उहने चन्नी ने कहा, पर वो भी पता नहीं ऐलान ही करन दे उत्ते हुंदा भी मैं वापस लैना भी ये केस ने, फिर मंग के भी कंपनसेशन। लेकिन उस सारिਆਂ ਦੇ हर एक की अख लगी हुई सी ਉਹਦੇ ਤੇ कि भी क्योंकि उन्होंने सी कि जो पार्लीमेंट ਦੇ ਵਿੱਚ डिबेट होएगी ਇਹਨਾਂ खेती कानूनों ਨੂੰ वापस ਲੈਣ ਦੇ ਉੱਤੇ, ਪਹਿਲਾਂ ਆਏਗਾ ਵੀ ਤੁਸੀਂ ਲਿਆਂਦੇ ਕਿਵੇਂ ਸੀ। ਔਰ ਇਹਦੇ 'ਚ ਵੀ ਜਿਵੇਂ ਅਸੀਂ ਆਲਰੇਡੀ ਇਸ ਤੇ ਗੱਲ ਕਰ ਚੁੱਕੇ ਹਾਂ ਕਿ ਇੱਕ ਮੋਦੀ ਦਾ ਫੈਸਲਾ ਲਿਆਉਣ ਦਾ ਸੀ ਬਿਨਾਂ ਡਿਬੇਟ ਤੋਂ ਪਾਸ ਕਰ ਦਿੱਤੇ ਗਏ ਸੀ, ਬਿਨਾਂ ਡਿਬੇਟ ਤੋਂ ਹੀ ਰਿਜੈਕਟ ਕਰ ਦਿੱਤੇ ਗਏ। ਔਰ ਈਵਨ ਜਿਹੜਾ ਜੇ ਤੁਸੀਂ ਉਹਦੀ ਇਬਾਰਤ ਦੇਖੋ, ਹਾਲਾਂ ਅੱਜ BBC ਨੇ ਇਸ ਦੇ ਉੱਤੇ ਕਾਫੀ डिटेल स्टोरी की है, पर वक्त करके मैं उन्होंने साझी नहीं कर सकांगा कि भाई खेती कानून रद्द करने वाले कागज़ ते मोदी ने की लिखवाई इबारत
ਜਿਹੜੀ ਉਹਨਾਂ ਦੀ ਇਬਾਰਤ ਹੈ ਉਹਦੇ 'ਚ ਕੋਈ ਇਹ ਨਹੀਂ ਹੈ, ਉਹਦੇ 'ਚ ਇਹੀ ਹੈ ਕਿ ਜੀ ਇਹ ਬਿਲਕੁਲ ਇਹ 3 ਕਾਨੂੰਨ ਕਿਸਾਨਾਂ ਦੇ ਫਾਇਦੇ 'ਚ, ਇਕਨੋਮੀ ਨੂੰ ਹੋਰ ਬੈਟਰ ਕਰਨਾ, ਐਮਪਾਵਰਮੈਂਟ ਆਫ ਦਾ ਫਾਰਮਰਸ, ਇਹ ਉਹ, ਤੇ ਜੋ ਉਹਨੇ 19 ਨਵੰਬਰ ਨੂੰ ਕਿਹਾ ਸੀ ਪਰ ਕੁਝ ਕਿਸਾਨਾਂ ਨੂੰ ਜਿਹੜਾ ਇਹ ਅਸੀਂ ਨਹੀਂ ਸਮਝਾ ਸਕੇ। ਔਰ ਇਸ ਦੇ ਲਈ ਔਰ ਇਹ ਜਿਨ੍ਹਾਂ ਹਲਕਿਆਂ ਵੱਲੋਂ ਜਿਨ੍ਹਾਂ ਦੇ ਵਿੱਚ ਈਵਨ ਐਗਰੀਕਲਚਰ ਐਕਸਪਰਟ ਨੇ ਇਹ ਕਹਿਣਾ ਕਿ ਵੀ ਇਹ ਇਸ ਤੋਂ ਵੀ ਵਰਸਟ ਕਿਸਮ ਦੇ ਬਰੂਟ ਮੈਜੋਰਿਟੀ ਆ ਉਹਨਾਂ ਦੇ ਕੋਲ। ਸੋ ਉਸ ਸਾਰੀ ਇਬਾਰਤ 'ਚ ਵੀ ਨਾ ਤਾਂ ਇੱਕ ਵੀ ਲਾਈਨ ਜਿਹੜੇ 700 ਤੋਂ ਜ਼ਿਆਦਾ ਕਿਸਾਨ ਮਾਰੇ ਗਏ ਉਹਨਾਂ ਦੇ ਲਈ ਹਮਦਰਦੀ ਦੀ, ਨਾ ਇਸ ਸਾਰੇ ਚੋਂ ਕਿ ਭਾਈ ਅੱਗੋਂ ਲਈ ਜਿਹੜਾ ਅਸੀਂ ਇਸ ਕਿਸਮ ਦਾ ਨਹੀਂ, ਅਸੀਂ ਹਾਂ ਉਹਨਾਂ ਨੇ ਕਿਹਾ ਜੀ ਠੀਕ ਹੈ ਇੱਕ ਕਮੇਟੀ ਐਕਸਪਰਟਸ ਦੀ ਬਣਾ ਦਿੰਨੇ, ਸੰਯੁਕਤ ਕਿਸਾਨ ਮੋਰਚੇ ਨੂੰ ਕਿਹਾ ਵੀ ਤੁਸੀਂ ਆਪਣੇ 5 ਨੁਮਾਇੰਦੇ ਦੇ ਦਿਓ, ਪਰ ਉਹਦੇ 'ਚ ਇੰਨੇ ਕੁ ਐਕਸਪਰਟ ਇਹਨਾਂ ਨੇ ਵਾੜ ਦੇਣੇ ਨੇ ਕਿ ਜੇ 5 ਦੇ 5 ਇੱਕ ਪਾਸੇ ਵੀ ਹੋਣ, ਅਲਟੀਮੇਟਲੀ ਕਮੇਟੀਆਂ 'ਚ ਫੈਸਲੇ ਤਾਂ ਮੈਜੋਰਿਟੀ ਮਾਈਨੋਰਿਟੀ ਨਾਲ ਹੁੰਦੇ ਨੇ। ਅੱਛਾ। ਔਰ ਇਹ ਉਹਨਾਂ ਨੇ ਫਿਊਚਰ ਲਈ ਰੱਖ ਲਿਆ ਕਿ ਭਾਈ ਕਦਮ ਭਾਵੇਂ ਪਿੱਛੇ ਜਾਣਾ ਪਿਆ ਬਟ ਵੀਲ ਫਾਈਟ ਅਨਦਰ ਡੇ, ਕਿਉਂਕਿ ਜਿਹੜਾ ਰਿਪੀਲ ਡਾਕੂਮੈਂਟ ਹੈ ਉਹਦੀ ਜੇ ਤੁਸੀਂ ਇਬਾਰਤ ਦੇਖੋਗੇ ਤੇ ਤੁਹਾਨੂੰ ਬੇਈਮਾਨੀ ਨਜ਼ਰ ਆਉਂਦੀ ਹੈ ਕਿ ਜੇ ਤੁਹਾਡੇ 'ਚ ਰਿਪੈਂਟੈਂਸ ਹੀ ਨਹੀਂ ਹੈ, ਤੁਹਾਨੂੰ ਲੱਗਦਾ ਹੈ ਵੀ ਇਹਨਾਂ ਕਾਨੂੰਨਾਂ ਦੇ ਵਿੱਚ ਕੋਈ ਵੀ ਕੁਝ ਵੀ ਗਲਤ ਨਹੀਂ ਹੈ, ਸਿਰਫ ਇਹ ਹੈ ਵੀ ਇੱਕ ਤਬਕਾ ਉਹਨੂੰ ਅਸੀਂ ਸਮਝਾ ਨਹੀਂ ਸਕੇ, ਇਹਦਾ ਮਤਲਬ ਇਹ ਹੈ ਕਿ ਇਹ ਵਾਪਸ ਆਉਣਗੇ, ਵਾਪਸ ਲਿਆਂਦੇ ਜਾਣਗੇ। ਔਰ ਤੁਸੀਂ ਕੈਲਸਨੈਸ ਦੇਖੋ, ਹੁਣ ਜਿਹੜੀ ਮੰਗ ਕਿਸਾਨਾਂ ਦੀ ਹੈ ਕਿ ਜਿਹੜਾ ਉਹ ਕੰਪਨਸੇਸ਼ਨ ਦਿੱਤਾ ਜਾਏ ਜਿਹੜੇ 700 ਤੋਂ ਜ਼ਿਆਦਾ ਮਰੇ ਨੇ। ਹੁਣ ਪਾਰਲੀਮੈਂਟ ਦੇ ਵਿੱਚ ਜਦੋਂ ਨਰਿੰਦਰ ਤੋਮਰ ਐਗਰੀਕਲਚਰ ਮਿਨਿਸਟਰ ਨੂੰ ਇਹ ਪੁੱਛਿਆ ਜਾਂਦਾ ਹੈ ਕਿ ਭਾਈ ਕੀ ਤੁਸੀਂ ਕੰਪਨਸੇਸ਼ਨ ਦਾ ਕਰੋਗੇ, ਔਰ ਉਹਦੇ 'ਚ ਉਹਨੇ ਇਹ ਕਿਹਾ ਕਿ ਤੋਮਰ ਨੇ ਕਿਹਾ ਗਵਰਨਮੈਂਟ ਹੈਜ਼ no information about farmers' death during the protest and therefore question of financial assistance doesn't arise। ਉਹਨੇ ਕਿਹਾ ਮਰਿਆ ਹੀ ਕੋਈ ਨਹੀਂ। ਉਹ ਜਿਵੇਂ ਹਜ਼ਾਰਾਂ ਆਕਸੀਜਨ ਦੀ ਨਾ ਹੋਣ ਕਰਕੇ ਮਰ ਗਏ ਤੇ ਉਹਨਾਂ ਦਾ ਹੈਲਥ ਮਿਨਿਸਟਰ ਖਲੋ ਕੇ ਕਹਿੰਦਾ ਜੀ ਸਾਡੇ ਕੋਲ ਕੋਈ ਡਾਟਾ ਹੀ ਨਹੀਂ, ਕੋਈ ਨਹੀਂ ਮਰਿਆ ਆਕਸੀਜਨ ਤੋਂ, ਆਕਸੀਜਨ ਦੀ ਕਮੀ ਨਾਲ ਥੋੜੀ ਮਰੇ। ਹੁਣ ਮਤਲਬ ਹਾਲਾਂ ਫੈਕਟ ਇਹ ਹੈ ਕਿ ਜਿਹੜੇ ਪੰਜਾਬ ਦੇ ਕਿਸਾਨ ਮਰੇ ਉਹਨਾਂ ਨੂੰ ਪੰਜਾਬ ਸਰਕਾਰ ਨੇ ਕਿਤੇ ਕਿਤੇ 1,50,000 ਕੰਪਨਸੇਸ਼ਨ ਵੀ ਦਿੱਤਾ ਹੈ। ਹਰਿਆਣੇ ਦੇ ਵਿੱਚ ਜਿਹੜੇ ਨੇ ਉਹਨਾਂ ਦਾ ਵੀ ਡਾਟਾ ਸਾਹਮਣੇ ਹੈ ਕਿ ਭਾਈ ਕੌਣ ਨੇ। ਯੂਪੀ ਦੇ ਵਿੱਚ ਜਿਹੜੇ ਮਰੇ ਉਹਨਾਂ ਦਾ ਵੀ ਡਾਟਾ ਹੈ। ਤੁਸੀਂ ਝੂਠ ਹੀ ਬੋਲਣਾ, ਤੁਸੀਂ ਕਹੋ ਜੀ ਨਹੀਂ 700 ਨਹੀਂ, ਸਾਡੇ ਕੋਲ ਤਾਂ 400 ਪੰਜਾਬ ਦੇ, 150 ਹਰਿਆਣੇ ਦਾ, 50 ਯੂਪੀ ਦੇ, ਇਹਨਾਂ ਦਾ ਡਾਟਾ ਹੈ। ਲੇਕਿਨ ਹੁਣ ਤੁਸੀਂ ਸਫੇਦ ਝੂਠ ਤੁਸੀਂ ਮੁੱਕਰ ਹੀ ਜਾਂਦੇ ਹੋ ਕਿ ਵੀ ਤੁਹਾਡੇ ਕੋਲ ਕੁਝ ਹੈ ਹੀ ਨਹੀਂ। ਇਸ ਤੋਂ ਤੁਸੀਂ ਅੰਦਾਜ਼ਾ ਲਾਓ ਵੀ ਇਹ ਬੇਈਮਾਨੀ ਦਾ ਲੈਵਲ ਕੀ ਹੈ। ਔਰ ਇਸ ਸਾਰੇ ਦੇ ਚੱਲਦੇ ਆ ਇੱਕ ਪਾਰਟ ਜ਼ਰੂਰ ਇਸ ਸਾਰੇ ਚੋਂ, ਕਿਉਂਕਿ ਅਸੀਂ ਲਗਾਤਾਰਤਾ ਦੇ ਨਾਲ ਇਸ ਮੂਵਮੈਂਟ ਨਾਲ ਰਿਲੇਟਡ ਐਨਾਲਿਸਿਸ ਕਰ ਰਹੇ ਹਾਂ, ਕਿਉਂਕਿ ਜਿੰਨੀ ਹਿੰਮਤ ਦੇ ਨਾਲ ਇਹ ਕਿਸਾਨ ਐਜੀਟੇਸ਼ਨ ਲੜੀ ਗਈ, ਜਿੰਨੀ ਇਨਵੈਸਟਮੈਂਟ ਹੈ, ਹੁਣ ਨੂੰ ਤਾਂ ਹੋ ਸਕਦਾ ਜੀ ਅਸੀਂ ਆਲਰੇਡੀ ਕਰ ਹੀ ਲਈ ਆ ਗੱਲ, ਜਿੱਤ ਗਏ, ਨਹੀਂ, ਅਸੀਂ ਇਸ ਦੀਆਂ ਜਦੋਂ ਪ੍ਰਾਪਤੀਆਂ, ਔਰ ਅੱਜ ਵੀ ਮੈਂ ਇੱਕ ਪ੍ਰੋਗਰਾਮ 'ਚ ਕਹਿ ਰਿਹਾ ਸੀ, ਮੈਂ ਕਿਹਾ ਇਹ ਇੰਨੀ ਵੱਡੀ ਇੱਕ ਪਾਸਿਓਂ ਪ੍ਰਾਪਤੀ, ਇਹਦੇ ਬਾਵਜੂਦ ਕਿ ਇਹ ਨਾਸ਼ੁਕਰੇ, ਬੇਈਮਾਨ, ਕਪਟੀ, ਕਨਵੋਲੂਟਡ ਮਾਈਂਡਡ ਐਨਮੀ ਹੈ, ਇਹਨਾਂ ਨੇ ਇਵੇਂ ਹੀ ਕਰਨਾ ਹੈ। ਲੇਕਿਨ ਇਸ ਦੇ ਉੱਤੇ ਰਿਸਰਚਿਸ ਹੋਣਗੀਆਂ ਕਿਸਾਨ ਮੂਵਮੈਂਟ ਦੀ ਸਕਸੈਸ ਤੇ, PhDs ਕੀਤੀਆਂ ਜਾਣਗੀਆਂ, ਕਿਤਾਬਾਂ ਲਿਖੀਆਂ ਜਾਣਗੀਆਂ, ਵਰਲਡ ਹਿਸਟਰੀ ਦੇ ਵਿੱਚ ਕੋਟ ਕੀਤਾ ਜਾਏਗਾ ਕਿ ਕਿਵੇਂ ਲੱਖਾਂ ਦੀ ਗਿਣਤੀ ਦੇ ਵਿੱਚ ਪਾਰਟਿਸਿਪੇਸ਼ਨ ਸਧਾਰਨ ਲੋਕਾਂ ਨੇ ਕੀਤੀ ਜਿਨ੍ਹਾਂ ਦੇ ਕੋਲ, ਔਰ ਕਿੰਨਾ ਮੁਸ਼ਕਲਾਂ ਦਾ ਉਹਨਾਂ ਨੇ ਸਾਹਮਣਾ ਕੀਤਾ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਜਿਹੜੇ ਇੰਡੀਪੈਂਡੈਂਟ ਸਾਰੇ ਨੂੰ ਦੇਖਦੇ ਨੇ, ਬੇਸ਼ੱਕ ਮੋਦੀ ਕਿਆਂ ਦਾ ਕੀ ਬਿਹੇਵੀਅਰ ਹੋਏਗਾ, ਕਿਵੇਂ ਹੈ, ਉਹ ਸਾਹਮਣੇ ਹੈ। ਜਿਵੇਂ ਇੱਕ ਆਰਟੀਕਲ ਆਸ਼ਿਕ ਅਲਿਤ ਦਾ ਬਹੁਤ ਸਾਰੀਆਂ ਥਾਵਾਂ ਤੇ ਮੈਂ ਦੇਖਿਆ, ਔਰ ਉਹਦਾ ਹੈਡਲਾਈਨ ਹੀ ਉਹਨਾਂ ਨੇ ਦਿੱਤਾ ਹੈ, The Indian farmers movement has shattered ਨਰਿੰਦਰ ਮੋਦੀਜ਼ ਸਟਰੋਂਗ ਮੈਨ ਇਮੇਜ। ਜਿਹੜਾ 7 ਸਾਲ ਅਸੀਂ ਤਾਂ ਸਾਦਾ ਪੰਜਾਬੀ 'ਚ ਕਹਿੰਦੇ ਹਾਂ ਕਿ ਉਹਦੇ ਧੌਣ 'ਚ ਜਿਹੜਾ ਸਰੀਆ ਫਸਿਆ ਹੋਇਆ ਸੀ ਉਹ ਸਿੱਖ ਕਿਰਸਾਣੀ ਨੇ ਕੱਢ ਦਿੱਤਾ ਹੈ। ਔਰ ਇਸ ਦੇ ਵਿੱਚ ਬੜੀ ਡੀਟੇਲ ਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਵੇਂ ਇਹ ਹਿੰਦੂ ਤਵੀਆਂ ਦੇ ਜਿਨ੍ਹਾਂ ਨੇ ਆਰਟੀਕਲ 370 ਜਿਹੜਾ ਐਬਰੋਗੇਟ ਕੀਤਾ, ਜਿਹੜਾ CAA ਔਰ ਦੂਸਰੇ ਲਿਆਂਦੇ, ਔਰ ਉਹਨਾਂ ਸਾਰੀਆਂ ਨੂੰ ਜਿਹੜੀਆਂ ਐਜੀਟੇਸ਼ਨ ਸੀ ਇਹਨਾਂ ਨੇ ਟੇਮ ਕਰ ਦਿੱਤਾ ਹੈ। ਔਰ ਕਿਵੇਂ ਇਸ ਕਿਸਾਨ ਮੋਰਚੇ ਨੇ ਦਾ ਪ੍ਰੋਟੈਕਟਡ ਫਾਰਮਰਸ ਪ੍ਰੋਟੈਸਟ ਹੈਜ਼ ਬ੍ਰੋਕਨ ਦਾ ਪੈਟਰਨ, ਇਹਨੇ ਉਹ ਸਾਰਾ ਪੈਟਰਨ ਬਦਲਿਆ ਹੈ। ਇਟ ਟੇਮਡ ਦਾ ਇੰਸਟੀਟਿਊਸ਼ਨਲ ਵਾਇਲੈਂਸ ਆਫ ਦਾ ਇੰਡੀਅਨ ਸਟੇਟ ਐਂਡ ਦਾ ਹਿੰਦੂਤਵਾ ਫਾਰ ਰਾਈਟ by forging a broad unity of social forces
that were otherwise staunch adversaries in a society, ਜਿੱਥੇ ਕਾਸਟ ਹਾਇਰਾਰਕੀ, ਸੋਸ਼ਲ ਪੋਲਰਾਈਜੇਸ਼ਨ, ਦਲਿਤ ਲੇਬਰਸ, ਆੜਤੀਏ, ਦੂਜੇ ਕਿਵੇਂ ਉਹਨਾਂ ਨੇ ਇੱਕ ਪਲੇਟਫਾਰਮ ਦੇ ਉੱਤੇ ਲਿਆ ਕੇ ਇਸ ਲੜਾਈ ਨੂੰ ਲੜਿਆ ਔਰ ਉਹਨਾਂ ਨੇ ਇਹ ਕਹਿ ਕੇ ਕਿ ਭਾਈ ਕਿਵੇਂ ਉਹਨਾਂ ਨੇ ਇਹ ਜਿਹੜੀ ਹਿੰਦੂਤਵੀ ਫੋਰਸਿਸ ਦੇ ਨਾਲ ਐਗਜ਼ਿਸਟੈਂਸ਼ੀਅਲ ਬੈਟਲ ਸੀ, ਹਿੰਦੂਤਵਾ ਫੋਰਸਿਸ ਕਲੇਮਡ their political opponents and Sikh secessionists Khalistanis had misled the farming community. ਵੀ ਪਹਿਲਾਂ ਉਹਨਾਂ ਨੇ ਇਹੀ ਕਿਹਾ ਜੀ ਖਾਲਿਸਤਾਨੀਆਂ ਨੇ. However, the protesters were thoroughly conscious of their material interests. They rejected the exclusionary political narrative of BJP and its allies based on religion, caste and ethnicity. The protest placed the Kisan identity and class solidarity at the center of the struggle, weakening the attempts to define the protesting farmers as Sikhs and Jats. कि भी उस सारे ਨੂੰ ਇਹ ਬੜਾ ਲੰਬਾ ਚੌੜਾ ਆਰਟੀਕਲ ਹੈ ਔਰ ਉਸ ਸਾਰੇ ਚ ਉਹਨਾਂ ਨੇ ਕਿਹਾ ਵੀ ਜਿਹੜੀ ਸਿੱਖ ਸਪਿਰਿਟ ਹੈ ਕਿ ਵੀ ਕਿਵੇਂ ਉਹਨਾਂ ਨੇ ਜਿਹੜੀਆਂ ਨੇ what parliament can do the streets can undo. ਇਹ ਐਕਚੁਅਲੀ ਇੱਕ ਡਾਕਟਰ ਰਾਮਨੋਹਰ ਲੋਹੀਆ ਬਹੁਤ ਵੱਡੇ ਸੋਸ਼ਲਿਸਟ ਲੀਡਰ ਹੋਏ ਨੇ, ਲਾਲੂ ਪ੍ਰਸਾਦ ਯਾਦਵ, ਮੁਲਾਇਮ ਯਾਦਵ, ਇਹ ਸਾਰੇ ਉਹਨਾਂ ਦੇ ਚੇਲੇ ਸੀ, ਸਤਪਾਲ ਮਲਕ ਵੀ, ਤੇ ਉਹਦੇ ਚ ਉਹਨੇ ਕਿਹਾ ਸੀ ਕਿ ਵੀ ਜੇ ਸਟਰੀਟ ਦੇ ਉੱਤੇ ਪ੍ਰੋਟੈਸਟ ਨਾ ਹੋਣਗੇ ਤੇ ਪਾਰਲੀਮੈਂਟ ਅਵਾਰਾ ਹੋ ਜਾਏਗੀ. ਔਰ ਇਹ ਜਦੋਂ ਇਹ ਹੈ ਕਿ what parliament can do the streets can undo, ਜਿਹੜੀ RSS ਪੋਸਟਰ ਬॉय ਰੰਜਨਾ ਉਹਨੇ ਉਹ ਕਿਹਾ ਕਿ ਜੀ ਇਹ ਲਾਅ ਜਿਹੜੇ ਨੇ ਸਟਰੀਟ ਮੌਬਸ ਬਣਾਉਣਗੀਆਂ, ਹਾਂ ਸਟਰੀਟ ਮੌਬਸ ਬਣਾਉਣਗੀਆਂ, ਔਰ ਉਹਨਾਂ ਨੇ ਦੱਸਿਆ ਕਿ ਤੁਹਾਡੀ ਅਵਾਰਾ ਪਾਰਲੀਮੈਂਟ ਵੱਲੋਂ ਬਣਾਏ ਲਾਅ ਨੂੰ ਕਿਵੇਂ ਅੰਡੂ ਕੀਤਾ. ਉਹਨਾਂ ਨੇ ਕਿਹਾ ਕਿ ਸਟਰੀਟਸ ਕੈਨ ਅੰਡੂ, ਔਰ ਨਾਲ ਦੀ ਨਾਲ ਇਸ ਸਾਰੇ 'ਚ the surrender and apology from strongman Modi has dealt a severe blow to popular faith in his leadership. ਕਿ ਜਿਹੜਾ ਗੁੱਡਾ ਬਣਿਆ ਹੋਇਆ ਸੀ, ਜਿਵੇਂ ਉਹਨੇ ਸਰੈਂਡਰ ਕੀਤਾ, ਜਿਵੇਂ ਉਹਨੇ ਐਪੋਲੋਜਾਈਜ਼ ਕੀਤਾ, ਫਿਰ ਉਹਨਾਂ ਨੇ ਨੈਕਸਟ ਸਟੈਪ ਕਿਹਾ ਕਿ ਭਾਈ ਇਹ ਕਿਵੇਂ ਇਸ ਸਾਰੇ ਨੂੰ ਮੇਨਟੇਨ ਰੱਖਣ ਦੀ ਲੋੜ ਹੈ, ਕਿਉਂਕਿ ਜਦੋਂ ਇਹ ਲੋਕ ਮੇਨਟੇਨ ਕਹਿੰਦੇ ਨੇ ਫਿਰ ਇਹ ਸਿੱਖਾਂ ਨੂੰ ਐਜ਼ ਏ ਰਾ ਮਟੀਰੀਅਲ ਇਸਤੇਮਾਲ ਕਰਨਾ ਚਾਹੁੰਦੇ ਨੇ ਕਿ ਵੀ ਹੁਣ ਤੁਸੀਂ ਸਾਰੇ ਦੇਸ਼ ਦੀ ਲੜਾਈ, ਜਿਵੇਂ ਉਹ ਗਾਂਧੀ ਨੇ ਗੁਰਦੁਆਰਾ ਮੂਵਮੈਂਟ ਸਿੱਖਾਂ ਨੇ ਲੜੀ, ਬਜਾਏ ਕਿ ਸਿੱਖ ਆਪਣੀ ਆਈਡੈਂਟੀਟੀ ਦੀ ਲੜਾਈ ਲੜਦੇ. ਮੈਂ ਸਮਝਦਾ ਵੀ ਸਾਨੂੰ ਇਸ ਗੱਲ ਤੋਂ ਸੁਚੇਤ ਹੋਣ ਦੀ ਲੋੜ ਹੈ ਕਿ ਜਿਵੇਂ 1920 'ਚ ਅਸੀਂ ਨੈਸ਼ਨਲਿਜ਼ਮ ਦਾ ਝੰਡਾ ਬਰਦਾਰ ਗਾਂਧੀ ਨਹਿਰੂ ਦਾ ਜਿਹੜੀ ਡਿਸੈਪਸ਼ਨ ਸੀ ਉਹਦੇ 'ਚ ਉਹਨਾਂ ਦਾ ਰਾ ਮਟੀਰੀਅਲ ਬਣੇ. ਹੁਣ ਹੋ ਗਿਆ ਬਥੇਰਾ, ਅਸੀਂ ਜਿੱਤ ਲਈ ਹੈ ਲੜਾਈ. ਹੁਣ ਸਿੱਖ ਆਪਣੀ ਆਈਡੈਂਟੀਟੀ ਨੂੰ, ਆਪਣੀ ਫਰੀडम ਨੂੰ, ਆਪਣੀ ਕੌਮੀ ਆਜ਼ਾਦੀ ਨੂੰ ਜਿਹੜਾ ਖਾਲਿਸਤਾਨ ਦੀ ਕਾਇਮੀ ਦੇ ਲਈ ਫੋਕਸ ਕਰਨ. ਅਦਰਵਾਈਜ਼ ਯੋਗਿੰਦਰ ਯਾਦਵ ਜਾਂ ਟਕੈਤ ਭਰਾ ਜਾਂ ਦੂਜੇ ਤੀਜੇ ਉਹ ਸਿੱਖਾਂ ਦੇ ਰਿਸੋਰਸਿਸ ਨੂੰ ਜਾਂ ਕੌਮ ਨੂੰ, ਔਰ ਉਹਦੇ 'ਚ ਇੱਕ ਹਿੱਸਾ ਕਾਮਰੇਡਾਂ ਦਾ ਸਾਡੇ 'ਚ ਵੀ ਬੜਿਆ ਹੋਇਆ, ਜਿਹੜਾ ਇਹਨੂੰ ਹੋਰ ਡਾਇਰੈਕਸ਼ਨ 'ਚ ਲਿਜਾਣ ਦੀ ਕੋਸ਼ਿਸ਼ ਕਰ ਰਹੇ ਜੀ. ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ. ਸਾਥ ਲੈਣਾ ਬ੍ਰੇਕ, ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ. ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ. ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇਦਾਂ ਦਾ. ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ. ਬੌਬਟੇਲ ਤੁਹਾਡੀਆਂ ਇਨਵੌਇਸਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees. ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ. 410 204 2084. Again 410 204 2084. Are you tired of property violations, ECB court hearings wasting your time? AM Expediting Drafting and Design is the solution for your problems. AM Expediting Drafting and Design offers services that range from architectural drawings to expediting services to DOB, FDNY, and other agencies. Or visit their location at 116-15 Myrtle Avenue in Richmond Hill. Call AM Expediting Drafting and Design now at 718-725-0059. ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ. ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਯੂਨਾਈਟਿਡ ਨੇਸ਼ਨਸ ਦਾ ਕਹਿਣਾ ਹੈ ਕਿ ਅਫਗਾਨਿਸਤਾਨ ਇਸ ਵੇਲੇ ਭਾਰੀ ਵਿੱਤ ਸੰਕਟ ਵਿੱਚ ਹੈ ਅਤੇ ਉਸ ਦੀ 20% GDP ਖਤਮ ਹੋ ਚੁੱਕੀ ਹੈ. ਤਾਲਿਬਾਨ ਸਰਕਾਰ ਨੇ ਅਮਰੀਕਾ ਤੋਂ ਮੰਗ ਕੀਤੀ ਹੈ ਕਿ ਅਫਗਾਨਿਸਤਾਨ ਦੇ ਫ੍ਰੀਜ਼ ਕੀਤੇ ਹੋਏ $9 ਬਿਲੀਅਨ ਅਫਗਾਨਿਸਤਾਨ ਨੂੰ ਦਿੱਤੇ ਜਾਣ ਤਾਂ ਕਿ ਉਹ ਆਰਥਿਕ ਸੰਕਟ ਦਾ ਮੁਕਾਬਲਾ ਕਰ ਸਕਣ. ਔਰ ਦੂਸਰੇ ਪਾਸੇ ਤਾਲਿਬਾਨ ਸਰਕਾਰ ਨੇ ਚੀਨ ਨੂੰ
ਅਤ ਕੀਮਤੀ ਜਿਹੜੀ ਮੈਟਲ ਲਿਥੀਅਮ ਲੱਭਣ ਵਾਲੇ ਪ੍ਰੋਜੈਕਟ ਦੀ ਆਗਿਆ ਦੇ ਦਿੱਤੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰ ਨੇ? ਦੇਖੋ 15 ਅਗਸਤ ਨੂੰ ਤਾਲਿਬਾਨ ਨੇ ਕਾਬਲ ਦੇ ਉੱਤੇ ਕਬਜ਼ਾ ਕੀਤਾ ਔਰ ਹੁਣ ਜਦੋਂ ਅਸੀਂ ਦੇਖ ਰਹੇ ਹਾਂ ਕਿ ਦਸੰਬਰ ਦਾ ਮਹੀਨਾ ਆ ਗਿਆ, ਐਕਸਟ੍ਰੀਮ ਵਿੰਟਰ, ਅਫਗਾਨਿਸਤਾਨ ਦਾ ਜਿਹੜਾ ਟੈਰੇਨ ਹੈ ਉਹ ਮਾਊਂਟੇਨਸ ਹੈ, ਪਹਾੜ ਨੇ, ਬਹੁਤ ਠੰਡ ਹੁੰਦੀ ਹੈ ਔਰ ਲਗਾਤਾਰਤਾ ਨਾਲ ਪਹਿਲਾਂ ਯੂਨਾਈਟਿਡ ਨੇਸ਼ਨਸ ਦੀ ਫੂਡ ਏਜੰਸੀ ਔਰ ਦੂਸਰੀਆਂ, ਕਿਉਂਕਿ ਬਹੁਤੀ ਮਦਦ ਉੱਥੇ UN ਦੇ ਰਾਹੀਂ ਜਾਂਦੀ ਹੈ, ਉਹ ਲਗਾਤਾਰ ਵਾਰਨ ਕਰਦੇ ਰਹੇ ਨੇ ਇੰਟਰਨੈਸ਼ਨਲ ਕਮਿਊਨਿਟੀ ਨੂੰ ਕਿ ਵੀ ਬਹੁਤ ਬੁਰਾ ਹਾਲ ਹੈ ਔਰ ਇਹ ਜਿਹੜੀਆਂ ਨੇ ਬਹੁਤ ਸਾਰੀਆਂ ਮੌਤਾਂ ਭੁੱਖ ਦੇ ਨਾਲ ਹੋਣਗੀਆਂ। ਸੋ ਉਸ ਦਾ ਤਾਂ ਜ਼ਰੂਰ ਪੋਜ਼ਿਟਿਵ ਅਸਰ ਹੋਇਆ ਕਿ ਵੀ ਫੰਡਸ ਵੀ ਰਿਲੀਜ਼ ਹੋਏ ਔਰ ਬਹੁਤ ਸਾਰੀ ਮਦਦ ਪਾਕਿਸਤਾਨ ਵੱਲੋਂ ਵੀ ਔਰ ਈਵਨ ਪਾਕਿਸਤਾਨ ਨੇ ਗੁੱਡਵਿਲ ਜੈਸਚਰ ਕਰਦੇ ਆ ਜਿਹੜੀ ਭਾਰਤ ਦੀ ਹਿਊਮੈਨਿਟੇਰੀਅਨ ਏਡ ਜਾਣੀ ਸੀ ਟਰੱਕਾਂ ਰਾਹੀਂ ਜਾਂ ਦੂਜੇ, ਉਹਦੇ ਲਈ ਉਹਨਾਂ ਨੇ ਰਾਹਦਾਰੀ ਦਿੱਤੀ, ਲਾਂਘਾ ਦਿੱਤਾ ਹੈ ਔਰ ਉਸ ਦਾ ਕਾਫੀ ਹੱਦ ਤੱਕ ਜਿਹੜਾ ਹੈ ਔਰ ਹਾਲਾਂਕਿ ਕੰਟੀਨਿਊਸ ਸਪਲਾਈ ਹੋਏਗੀ ਉਹਨਾਂ ਦੇ ਲਈ, ਲੇਕਿਨ ਅਲਟੀਮੇਟਲੀ ਸਿਰਫ ਜੇ ਤੁਸੀਂ ਲੋੜਾਂ ਜਾਂ ਕਿਸੇ ਮੁਲਕ ਦੀ ਇਕੋਨਮੀ ਜਾਂ ਆਰਥਿਕਤਾ ਸਿਰਫ ਦੋ ਵੇਲੇ ਦੀ ਮੰਗਵੀਂ ਰੋਟੀ ਨਾਲ ਤਾਂ ਨਹੀਂ ਜੁੜੀ ਹੁੰਦੀ ਔਰ ਕਿਉਂਕਿ ਜਿੰਨੀ ਕੁ ਅਫਗਾਨਿਸਤਾਨ ਦੀ ਟੋਟਲ ਇਕੋਨਮੀ ਰਹੀ ਹੈ ਪਿਛਲੇ ਪੀਰੀਅਡ 'ਚ ਵੀ ਅਸ਼ਰਫ ਗਨੀ ਦੇ ਪੀਰੀਅਡ ਜਾਂ ਹਾਮਦ, ਉਹ 20 ਤੋਂ 25 ਬਿਲੀਅਨ 20 ਬਿਲੀਅਨ ਹੈ। ਹੁਣ ਉਹਦੇ 'ਚ ਆਲਮੋਸਟ ਜਿਹੜੀ 15 ਬਿਲੀਅਨ ਹੈ ਉਹ ਫੋਰਨ ਏਡ ਦੇ ਉੱਤੇ ਹੀ ਰਹੀ, ਬਾਹਰਲੇ ਮੁਲਕਾਂ ਦੀ, ਜਿਹਦੇ 'ਚ ਹਰ ਇੱਕ ਨੇ ਕੰਟਰੀਬਿਊਟ ਕੀਤਾ। ਹੁਣ ਇਹੀ ਨਹੀਂ ਵੀ ਉਹ ਬੰਦ ਕਰ ਦਿੱਤੀ ਗਈ, ਪਰ ਜਿਹੜੇ $9 ਬਿਲੀਅਨ ਦੇ ਲਗਭਗ ਅਫਗਾਨਿਸਤਾਨ ਦੇ ਦੀ ਮਨੀ ਜਿਹੜੀ ਹੈ ਉਹ ਅਮਰੀਕਨ ਬੈਂਕਾਂ 'ਚ ਜਾਂ IMF ਜਾਂ ਦੂਸਰਿਆਂ ਦੇ ਕੋਲ ਪਈ ਹੈ, ਉਹਨੂੰ ਇਹਨਾਂ ਨੇ ਫਰੀਜ਼ ਕਰ ਦਿੱਤਾ ਹੈ। ਨਤੀਜੇ ਦੇ ਤੌਰ ਤੇ ਹਾਰਡਸ਼ਿਪ ਇਹ ਹੈ ਔਰ ਅੱਜ ਯੂਨਾਈਟਿਡ ਨੇਸ਼ਨ ਦੀ ਸਟੇਟਮੈਂਟ ਹੈ, ਜਿਹੜੀ ਏਜੰਸੀ ਫ੍ਰੈਂਚ ਪ੍ਰੈਸ ਹੈ, ਅਫਗਾਨਿਸਤਾਨ ਫੇਸਿਸ fiscal shock. For decades now, Afghanistan's economy has been undermined by war and drought and was propped up by billions in international aid. और इन जी UN के हवाले नाल खबर है कि Afghanistan's GDP could contract 20% within a year. The UN predicted in a new report on Wednesday, saying that withdrawal of international aid after Taliban's turn to power is an unprecedented fiscal shock. उन्होंने कहा भी ये बहुत फिजिकल शॉक है और ये जी है 20% उन्होंने GDP जी है उड़ गई। और जो असी ये गलबात कर रहे हैं नाल दी नाल असी देखते हैं कि भी तालिबान ने अज फिर जिथे, हालांकि दोहा दे विच गलबात तालिबान दे नुमाइंदियां दी चल रही है अमरीकना दे नाल, तालिबान अर्ज US टू रिलीज फ्रोजन फंड्स। उन्होंने जोड़ा दोहा दे विच सैकंड राउंड गलबात का चलिया और तालिबान के फॉरेन मिनिस्टर ने अमीर खान मुतक्की और उन्होंने मीटिंग की मिस्टर टॉम वेस्ट जोड़े US स्पैशल रिप्रैजेंटेटिव ने अफगानिस्तान के लिए और ये सैकंड राउंड होया गलबात का कतर दे विच, दोहा दे विच। और उहदे जी उन्होंने अब्दुल उन्होंने मिनिस्टर फॉरेन मिनिस्ट्री का स्पोक्समैन है अब्दुल कहार बलखई, उन्होंने कहा द टू डेलीगेशंस डिस्कस्ड पॉलिटिकल, इकोनॉमिक, ह्यूमन, हेल्थ, एजुकेशन एंड सिक्योरिटी इशूज एज वेल एज प्रोवाइडिंग नैसेसरी बैंकिंग एंड कैश फैसिलिटीज। सो मतलब ये है भी एक चंगा साइन है कि भी कल एड के हवाले नाल ही गल नहीं हो रही, ह्यूमन, हेल्थ, एजुकेशन ये सारे मुद्दों ते डिस्कशन हो रही है। और उन्होंने कहा द अफगान डेलीगेशन एश्योर्ड US साइड ऑफ सिक्योरिटी एंड अर्ज दैट अफगानिस्तान फ्रोजन मनी should be released unconditionally, blacklist and sanctions must end and human issues be separated from political ones। कि भाई सियासत आर्ड रखो, ह्यूमन राइट्स आर्ड रखो। तुसी डील करदे ही हो, सऊदी अरेबिया के किहड़े ह्यूमन राइट्स उन्होंने दिते हुए ने, जां जदों चाइना नाल इन्ना वक्त डील करते रहे ने, जां रशिया नाल डील किन्ने उस इशू नूं हुंदे ने। और ये जिहड़ा अमाउंट 9.5 बिलियन है अफगान सेंट्रल बैंक का, ये अमरीका ने उन्होंने ਜਿਹੜਾ ਜ਼ਬਤ ਕੀਤਾ ਹੋਇਆ और इसे तरह ਜਿਹੜਾ इंटरनेशनल मॉनिटरी फंड वर्ल्ड बैंक उन्होंने भी अफगानिस्तान च एक्टिविटीज़ बंद कीतियां हुई हैं और $340 मिलियन ਜਿਹੜਾ ਉਹਨਾਂ ਦਾ रिजर्व है वो वर्ल्ड बैंक के कोल पिया। सो कुल मिला के रफली कहना होए कि $10 बिलियन जे पंप हुंदा है उन्हां दी इकोनॉमी च
ਔਰ ਜਿਹੜੀ UN ਨੇ ਰਿਪੋਰਟ ਕੀਤੀ ਹੈ ਕਿ 20% ਉਹਨਾਂ ਦੀ GDP ਵਾਈਪ ਆਊਟ ਹੋਈ ਹੈ, ਉਹਨੂੰ ਉਹ ਸਟੇਬਲ ਕਰ ਸਕਦਾ ਹੈ। ਫਿਰ ਅਫਗਾਨ ਮਿਹਨਤੀ ਐਂਟਰਪ੍ਰਾਈਜ਼ਿੰਗ ਲੋਕ ਨੇ ਔਰ ਵੱਡਾ ਅਫਗਾਨ ਡਾਇਸਪੋਰਾ ਵੀ ਹੈ, ਜੇ ਹਾਲਾਤ ਉੱਥੇ ਨਾਰਮਲ ਹੁੰਦੇ ਨੇ। ਹੁਣ ਜੇ ਅਸੀਂ ਇੰਡੀਆ ਜਾਂ ਪਾਕਿਸਤਾਨ ਦੇ ਹਵਾਲੇ ਨਾਲ ਦੇਖਣਾ ਹੋਏ, ਇਸ ਵੇਲੇ ਇੰਡੀਆ ਦੇ ਮੇਰਾ ਖਿਆਲ ਹੈ ਵੀ ਜੇ ਜ਼ਿਆਦਾ ਨਹੀਂ ਤੇ 1.5 ਕਰੋੜ, ਸਵਾ ਤੋਂ 1.5 ਕਰੋੜ ਲੋਕ ਬਾਹਰ ਰਹਿੰਦੇ ਨੇ ਔਰ ਉਹਨਾਂ ਦੀ ਜਿਹੜੀ ਬਾਹਰੋਂ ਗਈ ਕੰਟਰੀਬਿਊਸ਼ਨ ਹੈ ਉਹਨੇ ਨੇਸ਼ਨ ਦੀ ਇਕਨੋਮੀ ਨੂੰ ਖੜਾ ਇਵੇਂ ਹੀ ਪਾਕਿਸਤਾਨੀ, ਜੇ ਪਾਕਿਸਤਾਨ ਦੀ ਹਕੂਮਤ ਨੇ ਇਹ ਫੈਸਲਾ ਲਿਆ ਕਿ ਬਾਹਰ ਪਾਕਿਸਤਾਨੀ ਨੇ ਜਿਹੜੇ ਉਹਨਾਂ ਨੂੰ ਵੋਟ ਦਾ ਹੱਕ ਹੋਣਾ ਚਾਹੀਦਾ ਹੈ, ਤੇ ਇਹ ਬਿਲਕੁਲ ਜੈਨੂਇਨ ਹੈ ਕਿਉਂਕਿ ਉਹਨਾਂ ਦੀ ਇੰਨੀ ਜ਼ਿਆਦਾ ਕੰਟਰੀਬਿਊਸ਼ਨ ਹੈ, ਉਹਦੇ ਬਿਨਾਂ ਤਾਂ ਖਲੋ ਹੀ ਨਹੀਂ ਸਕਦਾ। ਸੋ ਅਫਗਾਨਿਸਤਾਨ ਨੂੰ ਇੱਕ ਵਾਰ ਜੇ $10 ਬਿਲੀਅਨ ਇਹ ਉਹਨਾਂ ਦੀ ਇਕਨੋਮੀ ਦੇ ਵਿੱਚ ਪੰਪ ਇਨ ਹੁੰਦਾ ਔਰ ਇਹੀ ਨਹੀਂ ਕਿ ਅਫਗਾਨਿਸਤਾਨ ਵਾਲੇ ਤਾਲਿਬਾਨ ਹਕੂਮਤ ਦੂਸਰੇ ਐਕਸਪਲੋਰ ਨਹੀਂ ਕਰ ਰਹੇ। ਅਸੀਂ ਅੱਗੇ ਵੀ ਜ਼ਿਕਰ ਕੀਤਾ ਸੀ ਕਿ ਅਫਗਾਨਿਸਤਾਨ ਦੇ ਵਿੱਚ ਇੱਕ ਬੜੀ ਰੇਅਰ ਮੈਟਲ ਲਿਥੀਅਮ ਹੈ ਜੀ, ਉਹਦੇ ਥਿਕ ਡਿਪੋਜ਼ਿਟ ਨੇ ਔਰ ਇੱਕ ਅੰਦਾਜ਼ੇ ਔਰ ਇਹ ਲਿਥੀਅਮ ਮੈਟਲ ਬੜੀ ਜਿਹਦੀ ਕੰਪਿਊਟਰਸ ਦੇ ਵਿੱਚ, ਚਿਪਸ ਦੇ ਵਿੱਚ, ਮਾਈਕਰੋ ਚਿਪਸ, ਕਈ ਪਾਸੇ ਇਸ ਦਾ ਇਸਤੇਮਾਲ ਹੁੰਦਾ ਹੈ। ਦੁਨੀਆ ਦੇ 1-2 ਬੜੇ ਰੇਅਰ ਥਾਵਾਂ ਤੋਂ ਇਹ ਮਿਲਦੀ ਹੈ ਔਰ ਇੱਕ ਅੰਦਾਜ਼ਾ ਇਹ ਹੈ ਕਿ $3 ਟ੍ਰਿਲੀਅਨ ਦੇ ਲਿਥੀਅਮ ਡਿਪੋਜ਼ਿਟ ਜਿਹੜੇ ਨੇ ਉਹ ਅਫਗਾਨਿਸਤਾਨ 'ਚ ਨੇ। ਪਰ ਜਿਵੇਂ ਜਦੋਂ ਤੁਸੀਂ ਤੇਲ ਕੱਢਣਾ ਹੈ, ਪਹਿਲਾਂ ਉਹਦੀਆਂ ਰਿਸਰਚਸ ਹੁੰਦੀਆਂ ਨੇ, ਫਿਰ ਤੁਸੀਂ ਜਿਹੜਾ ਉੱਥੇ ਮਸ਼ੀਨਰੀ ਲਿਜਾਂਦੇ ਹੋ, ਕੱਢਦੇ ਹੋ, ਕਰੂਡ ਆਇਲ ਹੁੰਦਾ ਹੈ ਉਹਨੂੰ। ਇਸੇ ਤਰ੍ਹਾਂ ਇਹ ਤਾਂ ਨਹੀਂ ਹੈ ਕਿ ਵੀ ਤੁਸੀਂ ਜ਼ਮੀਨ ਖੋਦੀ ਤੇ ਲਿਥੀਅਮ ਪਿਆ, ਇਵੇਂ ਤਾਂ ਗੋਲਡ ਵੀ ਨਹੀਂ ਨਿਕਲਦਾ, ਉਹ ਵੀ ਔਰ ਚੋਂ ਜਾਂ ਕਿਵੇਂ ਕੱਢਿਆ ਜਾਂਦਾ ਹੈ ਜਾਂ ਇੱਕ ਪ੍ਰੋਸੈਸ ਹੁੰਦੀ ਹੈ। ਹੁਣ ਤਾਲਿਬਾਨ ਹਕੂਮਤ ਨੇ ਇਹ ਦੇਖਦੇ ਆ, ਹਾਲਾਂ ਚਾਈਨਾ ਦੇ ਨਾਲ ਪਹਿਲਾਂ ਐਗਰੀਮੈਂਟ ਰਹੇ, ਫਿਰ ਉਹਨਾਂ ਦੀ ਵਾਰ ਚੱਲਦੀ ਰਹੀ 10 ਸਾਲ, ਅਮਰੀਕਾ ਦੇ ਨਾਲ 20 ਸਾਲ ਔਰ ਅਮਰੀਕਾ ਦਾ ਵੀ ਪ੍ਰੈਸ਼ਰ ਸੀ, ਫੌਜ ਇਹਨਾਂ ਦੀ ਬੈਠੀ ਸੀ, ਚੀਨ ਨੂੰ ਪਹੁੰਚ ਨਹੀਂ ਸੀ ਦੇਣਾ ਚਾਹੁੰਦੇ। ਪਰ ਹੁਣ ਜਦੋਂ ਕਿ ਅਮਰੀਕਾ ਵੀ ਐਨਗੇਜ ਕਰ ਰਿਹਾ ਗੱਲਬਾਤ, ਪਰ ਚਾਈਨਾ ਨੇ, ਰਸ਼ੀਆ ਨੇ, ਪਾਕਿਸਤਾਨ ਨੇ, ਟਰਕੀ ਨੇ ਆਪਣੀਆਂ ਐਮਬੈਸੀਆਂ ਤਾਂ ਬੰਦ ਨਹੀਂ ਕੀਤੀਆਂ, ਉਹ ਤਾਂ ਰੈਗੂਲਰਲੀ ਇਨ ਟੱਚ ਨੇ। ਉਹਨਾਂ ਨੇ ਏਡ ਵੀ ਕੀਤੀ, ਜਿਹੜੀ ਹਿਊਮੈਨਿਟੇਰੀਅਨ ਏਡ ਸੀ। ਔਰ ਇਹ ਖਬਰ ਹੈ Chinese firms eye Afghanistan's lithium. With Taliban nod, companies have begun inspections of possible projects to tap lithium deposits. So Taliban alternately ਦੇਖ ਰਹੇ ਨੇ ਕਿ ਵੀ ਅਸੀਂ ਕੋਈ ਫੋਰਨ ਏਡ ਦੇ ਉੱਤੇ ਨਹੀਂ ਬੈਠੇ ਰਹਿਣਾ, ਤੇ ਜੇ $3 ਟ੍ਰਿਲੀਅਨ ਚੋਂ ਈਵਨ 1/3 ਵੀ ਇਮੀਡੀਏਟਲੀ ਕੁਝ ਸਾਲਾਂ 'ਚ ਉਹਨਾਂ ਦੀ ਇਕਨੋਮੀ 'ਚ ਆਉਂਦਾ ਹੈ ਤੇ ਉਹ ਸਾਊਥ ਏਸ਼ੀਆ ਦੀਆਂ ਅਮੀਰ ਮੁਲਕਾਂ 'ਚੋਂ ਹੋਣਗੀਆਂ। और ये खबर है कि a number of Chinese companies have already begun on-site inspections of possible projects to tap lithium deposits in Afghanistan, having received the green light to do so from Taliban regime। और इसनूं Chinese media ने कोट किया है और उन्होंने कहा कि लिथियम जिहड़ा वो अफगानिस्तान च वड्डे उहदे डिपॉजिट ने, but as yet untapped, largely because years of political instability ਤੇ infrastructure नहीं है। ਇਸੇ ਤਰ੍ਹਾਂ Chinese companies secured the rights to mine one of the world's biggest copper reserves in Afghanistan at Anak more than a decade ago, but has not yet begun work on extract। ਇਸੇ ਤਰ੍ਹਾਂ ਦੁਨੀਆ ਦਾ ਕਾਪਰ, ਤਾਂਬਾ, ਉਹਦਾ ਸਭ ਤੋਂ ਵੱਡਾ ਡਿਪੋਜ਼ਿਟ ਅਫਗਾਨਿਸਤਾਨ 'ਚ ਹੈ। ਚਾਈਨੀਜ਼ ਕੰਪਨੀ ਨੇ ਉਹਦਾ ਪਿਛਲੇ 10 ਸਾਲ ਤੋਂ ਉੱਥੇ ਨੇ, ਲੇਕਿਨ ਹੁਣ ਉਹ ਨਹੀਂ ਸੀ ਉਹਨਾਂ ਨੂੰ ਚੱਲਦਿਆਂ ਜੰਗ ਦੇ ਕਰ ਸਕੇ, ਹੁਣ ਉਹ ਕਰ ਰਹੇ ਨੇ। ਔਰ ਇਸੇ ਤਰ੍ਹਾਂ ਇਹ ਗਲੋਬਲ ਟਾਈਮਸ ਦੀ ਖਬਰ ਹੈ ਚਾਈਨੀਜ਼ ਮੀਡੀਆ ਦੀ, ਔਰ ਉਹਨਾਂ ਨੇ ਚਾਈਨੀਜ਼ ਬਿਜ਼ਨਸਮੈਨ ਨੂੰ ਕੋਟ ਕੀਤਾ ਕਿ ਵੀ ਰਿਪਰੈਜ਼ੈਂਟੇਟਿਵਸ ਆਫ ਸੈਵਰਲ ਚਾਈਨੀਜ਼ ਕੰਪਨੀਜ਼ ਹੈਵ ਅਰਾਈਵਡ ਇਨ ਅਫਗਾਨਿਸਤਾਨ ਔਨ ਸਪੈਸ਼ਲ ਵੀਜ਼ਾਸ ਐਂਡ ਆਰ ਕੰਡਕਟਿੰਗ on-site inspections of potential lithium projects, while others have made contact about such projects। ਸੋ ਅਸੀਂ ਇਸ ਨੂੰ ਇੱਕ ਜਿਹੜਾ ਪੋਜ਼ਿਟਿਵ ਐਂਗਲ ਦੇ ਤੌਰ ਤੇ ਦੇਖਦੇ ਹਾਂ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਇਹ ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ ਔਰ ਵਨ ਬੈਲਟ ਵਨ ਰੋਡ, ਕਿਉਂਕਿ ਅਫਗਾਨਿਸਤਾਨ ਵੀ ਉਸੇ ਰਸਤੇ ਤੇ ਹੈ, ਅੱਜ ਦੀ ਸਿਚੁਏਸ਼ਨ 'ਚ ਭਾਵੇਂ ਸਟਰਗਲਿੰਗ ਨੇ ਸਾਡੇ ਅਫਗਾਨ ਭਰਾ ਭੈਣ, ਪਰ ਮੈਂ ਸਮਝਦਾ ਵੀ ਬਹੁਤ ਜਲਦੀ ਜਿਹੜੇ ਆਪਣੇ ਮੁਲਕ ਦੀ ਆਜ਼ਾਦੀ ਦੇ ਲਈ ਜਾਨਾਂ ਤਲੀ ਤੇ ਰੱਖ ਕੇ ਕੁਰਬਾਨੀਆਂ ਦੇ ਸਕਦੇ ਨੇ, ਉਹ ਜਦੋਂ ਵੀ ਉਹਨਾਂ ਦੇ ਕੋਲ ਓਪਰਚੁਨਿਟੀ ਆਏਗੀ ਉਹ ਜਿਹੜੇ ਨੇ ਖੁਸ਼ਹਾਲ ਵੀ ਹੋਣਗੇ। ਔਰ ਕੁਦਰਤ ਨੇ ਜੇ ਮਿਡਲ ਈਸਟ ਵਾਲਿਆਂ ਨੂੰ ਤੇਲ ਦਿੱਤਾ, ਜੇ ਲਿਥੀਅਮ ਔਰ ਕਾਪਰ ਦੇ ਡਿਪੋਜ਼ਿਟ ਇਸ ਲੈਵਲ ਦੇ ਨੇ, ਤੇ ਉਹਨਾਂ ਦੀ ਵੀ ਸੁਣੀ ਜਾਏਗੀ ਰੱਬ ਦੀ ਦਰਗਾਹ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣੇ ਬ੍ਰੇਕ, ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।
ਵਿਊਅਰਸ ਵੈਲਕਮ ਬੈਕ ਆਨ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਾਂਗੇ ਕਿ ਸਿੱਖਾਂ ਦੇ ਜੈਕਾਰੇ ਬੋਲੇ ਸੋ ਨਿਹਾਲ ਸੱਚਿਆ ਅਕਾਲ ਦਾ ਮਤਲਬ ਕੀ ਹੈ ਔਰ ਇਸ ਦੀ ਅਹਿਮੀਅਤ ਕੀ ਹੈ, ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਹੀ ਗੁਰਬਾਣੀ ਵਿਚਾਰਾਂ ਦੀ ਸਾਂਝੀ ਤੁਹਾਡੇ ਨਾਲ ਪਾਈ ਜਾ ਰਹੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਸਾਡੇ ਇੱਕ ਪਾਕਿਸਤਾਨੀ ਵੀਰ ਨੇ ਸਵਾਲ ਕੁਝ ਦਿਨ ਪਹਿਲਾਂ ਪੁੱਛਿਆ ਸੀ, ਕਿਉਂਕਿ ਜਦੋਂ ਕਿਸਾਨ ਮੋਰਚੇ ਦੀ ਫਤਹ ਦਾ ਵੀ ਐਲਾਨ ਹੋਇਆ ਮੋਦੀ ਦਾ ਔਰ ਸਾਰੇ ਦੁਨੀਆ ਭਰ ਦੇ ਕੈਮਰੇ ਜਿਹੜੇ ਨੇ ਮੀਡੀਆ ਵਾਲਿਆਂ ਦੇ ਉੱਥੇ ਲੱਗੇ ਹੋਏ ਸੀ, ਤੇ ਬੇਸ਼ੱਕ ਉੱਥੇ ਕਹਿਣ ਨੂੰ ਕਿਸੇ ਦਾ ਲਾਲ ਝੰਡਾ ਹੈ, ਕਿਸੇ ਦਾ ਕਿਸਾਨੀ ਝੰਡਾ ਜਾਂ ਦੂਜਾ, ਪਰ ਇਸ ਦਾ ਸਵਾਗਤ ਜਕਾਰਿਆਂ ਦੇ ਨਾਲ ਹੀ ਹੋਇਆ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਕਿਸੇ ਨੇ ਕਾਮਰੇਡ ਮਾਊ ਦੀ ਜੈ ਨਹੀਂ ਕਿਹਾ ਜਾਂ ਕਿਸੇ ਨੇ ਮੌਜ਼ੇ ਤੁੰਗ ਨੂੰ ਨਹੀਂ ਕਿਹਾ। ਸੋ ਜ਼ਾਹਿਰ ਹੈ ਕਿ ਵੀ ਇਹ ਜਿਹੜਾ ਜਦੋਂ ਅਸੀਂ ਜੈਕਾਰਾ ਲਫ਼ਜ਼ ਕਹਿੰਦੇ ਹਾਂ, ਉਹਨਾਂ ਨੇ ਪੁੱਛਿਆ ਕਿ ਵੀ ਇਹਦੀ ਅਹਿਮੀਅਤ ਕੀ ਹੈ। ਹਾਲਾਂਕਿ ਬਹੁਤ ਸਾਰੇ ਸਾਡੇ ਪਾਕਿਸਤਾਨੀ ਵੀਰ ਭੈਣਾਂ ਜਦੋਂ ਮਿਲਦੇ ਨੇ ਉਹਨਾਂ ਨੂੰ ਇਹ ਪਤਾ ਹੈ ਵੀ ਸਾਡੀ ਗ੍ਰੀਟਿੰਗ 'ਚ ਸਤਿ ਸ੍ਰੀ ਅਕਾਲ ਹੈ, ਪਰ ਕਿਉਂਕਿ ਅਸੀਂ ਇਸ ਟਰਮ ਨੂੰ ਇਸ ਲਈ ਚੁਣਿਆ ਕਿ ਪੂਰਾ ਇਹ ਲਫ਼ਜ਼ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਹੈ ਜਦੋਂ ਇਹ ਜੈਕਾਰਾ ਰੂਪ 'ਚ ਹੈ। ਹਾਲਾਂ ਜਿਹੜੀ ਸਿੱਖ ਗ੍ਰੀਟਿੰਗ ਹੈ ਆਪਸ ਮਿਲਣ ਵੇਲੇ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈ, ਉਹਦਾ ਅਸੀਂ ਫਿਰ ਕਦੇ ਵੇਰਵਾ ਕਰਾਂਗੇ। ਲੇਕਿਨ ਵਕਤ ਦੇ ਨਾਲ ਡਿਊ ਟੂ ਕਨਵੀਨੀਅੰਸ ਜਿਹੜਾ ਇੱਕ ਜੈਕਾਰੇ ਦਾ ਹਿੱਸਾ ਸੀ ਸਤਿ ਸ੍ਰੀ ਅਕਾਲ, ਇਹ ਜ਼ਿਆਦਾ ਪਪੂਲਰ ਹੋਇਆ ਔਰ ਬਰੀਫ ਵੀ ਹੈ ਔਰ ਇਹਨੂੰ ਕਾਈਂਡ ਆਫ ਇੱਕ ਸੈਕੂਲਰ ਗ੍ਰੀਟਿੰਗ ਦੇ ਤੌਰ ਦੇ ਉੱਤੇ ਵੀ ਜਿਹੜਾ ਉਹ ਦੇਖਿਆ ਜਾਂਦਾ ਹੈ। ਕਿਉਂਕਿ ਜਦੋਂ ਅਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਿੱਖ ਗ੍ਰੀਟਿੰਗ ਆਪਸ ਦੇ ਵਿੱਚ ਹੈ, ਸਿੱਖਾਂ 'ਚ ਅੰਮ੍ਰਿਤਧਾਰੀ ਸਿੰਘਾਂ ਦੇ ਮਿਲਣ ਦੇ ਬੋਲੇ ਨੇ। ਹਾਲਾਂ ਜਦੋਂ ਸਿੰਘ ਕਿਸੇ ਨੂੰ ਵੀ ਐਡਰੈਸ ਕਰੇਗਾ ਗੁਰਦੁਆਰਿਆਂ ਦੇ ਵਿੱਚ ਜਾਂ ਕਿਸੇ ਵੀ ਪਬਲਿਕ ਐਡਰੈਸ ਸਿਸਟਮ ਨੂੰ, ਉਹਦੇ 'ਚੋਂ ਫਤਿਹ ਬੁਲਾ, ਇਹਨੂੰ ਅਸੀਂ ਫਤਿਹ ਕਹਿੰਦੇ ਹਾਂ। ਹਾਲਾਂ ਫਤਿਹ ਪੰਜਾਬੀ ਅਸੀਂ ਬਣਾਇਆ ਲਫ਼ਜ਼ ਤਾਂ ਪਰਸ਼ੀਅਨ 'ਚੋਂ ਫਤਿਹ ਆਇਆ ਵੀ ਅਸੀਂ ਇਹ ਕਹਾਂਗੇ ਜੀ ਸਾਡੀ ਫਤਿਹ ਹੈ, ਮਤਲਬ ਵਿਕਟਰੀ। ਔਰ ਇਹਦੇ 'ਚ ਵੀ ਸਿੰਪਲ ਤਾਂ ਇਹੀ ਹੈ ਕਿ ਉਸ ਵਾਹਿਗੁਰੂ ਦੀ ਮੌਜ ਦੇ ਵਿੱਚ ਖਾਲਸਾ ਪ੍ਰਗਟ ਹੋਇਆ ਔਰ ਜਿਹੜੀ ਵਿਕਟਰੀ ਹੈ ਉਹ ਰੱਬ ਦੀ ਹੈ। ਲੇਕਿਨ ਇਹਦੇ ਨਾਲ ਹੀ ਗ੍ਰੀਟਿੰਗ ਵੀ ਹੈ ਫਤਿਹ ਔਰ ਕਿਸੇ ਵੀ ਪ੍ਰੋਗਰਾਮ ਦੀ ਸ਼ੁਰੂਆਤ ਵੀ ਹੈ। ਲੇਕਿਨ ਜਦੋਂ ਖੁਸ਼ੀ ਦਾ ਇਜ਼ਹਾਰ ਕੀਤਾ ਜਾਂਦਾ ਹੈ ਇਹਦੇ ਲਫ਼ਜ਼ ਵੀ ਜੈਕਾਰਾ ਇਸ ਲਈ ਕਿਹਾ ਜਾਂਦਾ ਹੈ। ਜੈ ਜਿਹੜਾ ਉਸ ਨੇਟਿਵ ਲੈਂਗੁਏਜ ਦੇ ਵਿੱਚ ਵਿਕਟਰੀ ਨੂੰ ਕਹਿੰਦੇ ਨੇ, ਔਰ ਇਹ ਜਦੋਂ ਅਸੀਂ ਜੈਕਾਰਾ ਕਹਿੰਦੇ ਹਾਂ, ਹਾਲਾਂਕਿ ਇਸ ਨੂੰ ਤੁਸੀਂ ਵਾਰ ਕਰਾਈ ਵੀ ਕਈਆਂ ਨੇ ਕਿਹਾ। ਵਾਰ ਕਰਾਈ ਇਸ ਲਈ ਕਿਉਂਕਿ ਜੰਗ ਦੇ ਮੈਦਾਨ 'ਚ ਵੀ ਜਿਹੜੀ ਅਸਾਲਟਿੰਗ ਖਾਲਸਾ ਫੌਜ ਰਹੀ ਹੈ, ਅਕਾਲੀ ਫੌਜ, ਹੁਣ ਵੀ ਜਿਹੜੀਆਂ ਸਿੱਖ ਰੈਜੀਮੈਂਟਸ ਦੀਆਂ ਫੌਜਾਂ ਨੇ, ਉਹ ਜਦੋਂ ਮਾਰਚ ਦੇ ਵਿੱਚ ਅਸਾਲਟ ਦੇ ਉੱਤੇ ਹੁੰਦੀਆਂ ਤੇ ਉਹ ਜੈਕਾਰੇ ਦੇ ਨਾਲ ਹੁੰਦਾ ਕਿ ਬੋਲੇ ਸੋ ਨਿਹਾਲ। ਨਿਹਾਲ ਲਫ਼ਜ਼ ਮੈਂ ਉਰਦੂ ਜ਼ਬਾਨ 'ਚ ਵੀ ਦੇਖਿਆ, ਜ਼ਾਹਰ ਸ਼ਾਇਦ ਫਾਰਸੀ 'ਚੋਂ ਆਇਆ ਹੋਏ, ਕਿ ਇਹ ਇੱਕ ਉਹ ਸਟੇਟ ਹੈ ਮਾਈਂਡ ਦੀ ਜਿਹੜੀ ਬਲਿਸ, ਆਨੰਦ, ਸੈਟਿਸਫੈਕਸ਼ਨ, ਕੰਟੈਂਸ਼ਨ ਉਸ ਦੇ ਨਾਲ ਕਿ ਭਾਈ ਉਹ ਨਿਹਾਲ ਹੋ ਗਿਆ ਕਿ ਵੀ ਜਿਹੜਾ ਵੀ ਇਹ ਗੱਲ ਬੋਲੇਗਾ, ਬੋਲਣਾ ਉਹ ਨਿਹਾਲ ਹੋਏਗਾ, ਉਸ ਦੇ ਅੰਦਰ ਖੁਸ਼ੀ ਆਏਗੀ, ਕੰਟੈਂਸ਼ਨ ਆਏਗੀ, ਬਲਿਸ ਹੋਏਗੀ। ਕੀ ਬੋਲੇਗਾ? ਸਤਿ ਸ੍ਰੀ ਅਕਾਲ। ਹੁਣ ਕਾਲ ਜਿਹੜਾ ਉਹ ਮੌਤ ਨੂੰ ਕਹਿੰਦੇ ਨੇ। ਰੱਬ ਦੇ ਨਾਵਾਂ ਦੇ ਵਿੱਚ ਜਿਵੇਂ ਅਸੀਂ ਬਹੁਤ ਸਾਰੇ ਈਵਨ ਕੁਰਾਨ ਸ਼ਰੀਫ ਦੇ ਹਵਾਲੇ ਨਾਲ ਮੈਂ ਕਿਤੇ ਪੜ੍ਹ ਰਿਹਾ ਸੀ ਕਿ 99 ਦੇ ਕਰੀਬ ਜਿਹੜੇ ਅੱਲਾਹ ਤਾਲਾ ਦੇ ਨਾਂ ਨੇ ਉਹ ਨੇ ਉਸ। ਇਸੇ ਤਰ੍ਹਾਂ ਜਦੋਂ ਅਸੀਂ 10ਵੇਂ ਪਾਤਸ਼ਾਹ ਦੀ ਬਾਣੀ ਜਾਪ ਸਾਹਿਬ ਪੜ੍ਹਦੇ ਹਾਂ ਤੇ ਉਸ ਦੇ ਵਿੱਚ ਵੀ ਜਿਹੜਾ ਹੈ ਉਹ ਰਹੀਮ, ਕਰੀਮ, ਇਹ ਸਾਰੇ ਨਾਂ ਜਿਹੜੇ ਨੇ ਉਹ 199 ਦੇ ਕਰੀਬ, ਮੈਨੂੰ ਹੁਣ ਐਗਜ਼ੈਕਟ ਨਹੀਂ ਯਾਦ ਪਰ ਮੇਰੀ ਮੈਮਰੀ 'ਚ ਪਿਆ ਕਿ ਉਹ ਰੱਬ ਦੇ ਲਈ ਨਾਂ ਨੇ। ਔਰ ਉਹਦੇ 'ਚ ਅਕਾਲ, ਕਿਉਂਕਿ ਕਾਲ ਮੌਤ ਨੂੰ ਕਹਿੰਦੇ ਨੇ, ਜਿਹੜਾ ਵੀ ਦੁਨੀਆ ਦੇ ਵਿੱਚ ਆਇਆ ਉਸ ਨੇ ਮਰਨਾ, ਨੋ ਮੈਟਰ ਕੌਣ ਕਿੰਨਾ ਵੱਡਾ ਹੈ, ਕੋਈ 100 ਸਾਲ ਭਾਵੇਂ ਜੀ ਲੇ, ਅਲਟੀਮੇਟਲੀ ਉਹਨੇ ਜਾਣਾ। ਸਿਰਫ ਤੇ ਸਿਰਫ ਇੱਕ ਰੱਬ ਹੈ, ਵਾਹਿਗੁਰੂ ਹੈ, ਜਿਸ ਦਾ ਮਤਲਬ ਵੰਡਰਫੁਲ ਰੱਬ ਹੈ ਕਿ ਜਿਹੜਾ ਨਾ ਜੰਮਦਾ ਤੇ ਨਾ ਜਿਹੜਾ ਜੰਮੇਗਾ ਉਹ ਮਰੇਗਾ ਜ਼ਰੂਰ। ਤੇ ਰੱਬ ਜਿਹੜਾ ਉਹ ਤਾਂ ਕਿਸੇ ਉਹ ਪੈਦਾ ਨਹੀਂ ਹੁੰਦਾ, ਉਹ ਤਾਂ ਸਾਰੀ ਕਾਇਨਾਤ ਨੂੰ ਬਣਾਉਣ ਵਾਲਾ ਹੈ। ਸੋ ਅਕਾਲ ਦਾ ਮਤਲਬ ਰੱਬ ਦੇ ਵਾਚਕ ਹੈ ਕਿ ਭਾਈ ਉਹ ਰੱਬ ਜਿਹੜਾ ਦੁਨਿਆਵੀ ਕਿਸੇ ਫਾਰਮ ਦੇ ਵਿੱਚ ਨਹੀਂ ਆਉਂਦਾ, ਉਹ ਅਕਾਲ ਹੈ। ਔਰ ਇਸੇ ਲਈ ਸਤਿ ਸ੍ਰੀ ਅਕਾਲ, ਸਤ ਦਾ ਮਤਲਬ ਹੈ ਟਰੂਥ।
ਕਿ ਭਾਈ ਜਿਹੜਾ ਵੀ ਇਸ ਗੱਲ ਨੂੰ ਕਹੇਗਾ ਬੋਲੇਗਾ ਕਿ ਅਲਟੀਮੇਟ ਟਰੂਥ ਜਿਹੜੀ ਆ ਉਹ ਰੱਬ ਹੈ, ਉਹ ਨਿਹਾਲ ਹੋਏਗਾ, ਉਹ ਬਲਿਸਫੁਲ ਹੋਏਗਾ। ਸੋ ਇਹ ਜਿਹੜਾ ਬਿਸਮਿਲ੍ਲਾ ਰਹਿਮਾਨੇ ਰਹੀਮ ਦਾ ਜਿਵੇਂ ਹੈ, ਜੇ ਤੁਸੀਂ ਦੇਖੋਗੇ ਤਾਂ ਕਾਫੀ ਕੁਝ ਜਿਹੜਾ ਹੈ ਉਹ ਤੁਹਾਡੀ ਇਸ ਚੋਂ ਵੀ ਨਿਕਲੇਗਾ। ਔਰ ਇਹ ਅਪਰੂਵਲ ਵੀ ਹੈ। ਜਦੋਂ ਕੋਈ ਵੀ ਰੈਜ਼ੋਲੂਸ਼ਨ ਸਿੱਖ ਕੌਂਗਰੀਗੇਸ਼ਨ ਦੀਵਾਨ ਦੇ ਵਿੱਚ ਰੱਖਿਆ ਜਾਂਦਾ ਹੈ, ਡਿਬੇਟ ਹੁੰਦਾ ਹੈ, ਡਿਸਕਸ ਹੁੰਦਾ ਹੈ, ਤੇ ਜੈਕਾਰਾ ਜਿਹੜਾ ਉਹ ਅਪਰੂਵਲ ਵੀ ਹੁੰਦਾ ਹੈ ਕਿ ਭਾਈ ਜਦੋਂ ਜੈਕਾਰਾ ਛੱਡ ਦਿੱਤਾ ਹੈ ਬੋਲੇ ਸੋ ਨਿਹਾਲ ਔਰ ਸਾਰੀ ਕੌਂਗਰੀਗੇਸ਼ਨ ਸਤ ਮੀਨਸ ਅਪਰੂਵਡ। ਸੋ ਉਹਦੀ ਅਪਰੂਵਲ ਵੀ ਹੈ। ਜੰਗ ਦੇ ਮੈਦਾਨ ਦੇ ਵਿੱਚ ਉਤਰਨ ਵੇਲੇ ਇਹ ਜਿਹੜਾ ਉਹ ਤੁਹਾਡੀ ਚਾਰਜਿੰਗ ਸਲੋਗਨ ਵੀ ਹੈ। ਔਰ ਜਦੋਂ ਤੁਸੀਂ ਜੰਗ ਫਤਹ ਕਰ ਲਈ, ਜਿਵੇਂ ਕਿਸਾਨਾਂ ਦੀ ਜੰਗ ਜਿਹੜੀ ਹੈ ਫਤਹ ਹੋਈ, ਤੇ ਫਿਰ ਇਹ ਸ਼ੁਕਰਾਨਾ ਵੀ ਹੈ ਕਿ ਭਾਈ ਉਸ ਅਕਾਲ ਦਾ ਸ਼ੁਕਰਾਨਾ ਹੈ, ਉਸ ਵਾਹਿਗੁਰੂ ਦਾ ਜਿਸ ਨੇ ਇਹ ਫਤਹ ਦਿੱਤੀ ਹੈ। ਸੋ ਇਨ ਜਨਰਲ ਇਹ ਹੈ। ਔਰ ਮੈਂ ਕਨਕਲੂਜਨ 'ਚ ਜਿਵੇਂ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਲਾਮ ਗੁਰੂ ਸਾਹਿਬਾਨ ਦਾ, ਗੁਰੂ ਨਾਨਕ ਸਾਹਿਬ ਦਾ ਸ੍ਰੀ ਰਾਗ ਦੇ ਵਿੱਚ ਵਿਚਾਰਦੇ ਹਾਂ ਅੱਜ ਕੱਲ੍ਹ। ਔਰ ਇਹ ਸ਼ਬਦ ਹੈ ਸ੍ਰੀ ਰਾਗ ਮਹੱਲਾ ਪਹਿਲਾ, ਸੁੰਜੀ ਦੇ ਡਰਾਵਣੀ ਜਾ ਜਿਉ ਵਿੱਚੋਂ ਜਾਏ, ਪਾਹੇ ਬੁਲੰਦੀ ਵਿਜ ਵੀ ਧੂਓ ਨਾ ਨਿਕਸਿਓ ਕਾਏ, ਪੰਚੇ ਰੁੰਨੇ ਦੁੱਖ ਭਰੇ ਬਿਨਸੇ ਦੂਜੈ ਭਾਏ, ਮੂੜੇ ਰਾਮ ਜਪੋ ਗੁਣਸਾਰ, ਹਉਮੈ ਮਮਤਾ ਮੋਹਣੀ ਸਭ ਮੁੱਠੀ ਅਹੰਕਾਰ ਰਹਾਓ। ਜਿਵੇਂ ਰਹਾਓ ਦੀ ਤੁਕ ਬਾਣੀ ਦਾ ਸੈਂਟਰਲ ਆਈਡੀਆ ਹੁੰਦਾ ਹੈ ਸ਼ਬਦ ਦਾ, ਰਹਾਓ ਦੀ ਤੁਕ ਹੈ ਕਿ ਹੇ ਮੂਰਖ ਮੂੜੇ ਰਾਮ ਜਪੋ ਗੁਣਸਾਰ, ਕਿ ਜਿਹੜਾ ਸਾਰੇ ਗੁਣਾਂ ਦਾ ਮਾਲਕ ਹੈ, ਹਰ ਜ਼ਰਰੇ ਜ਼ਰਰੇ ਦੇ ਵਿੱਚ ਰਮਿਆ ਹੋਇਆ ਹੈ। ਇਹ ਰਾਮ ਦਸ਼ਰਥ ਦਾ ਪੁੱਤਰ ਰਾਮ ਨਹੀਂ ਹੈ ਜਿਹਨੂੰ ਅਯੁੱਧਿਆ ਜ਼ਬਰਦਸਤੀ ਜਮਾ ਦਿੱਤਾ ਇਹਨਾਂ ਨੇ। ਇਹ ਰਮਿਆ ਹੋਇਆ ਓਮਨੀ ਪ੍ਰੈਜ਼ੈਂਟ ਹੈ ਕਿ ਹੇ ਮੂਰਖ ਉਸ ਰੱਬ ਨੂੰ ਜਿਹੜਾ ਜ਼ਰਰੇ ਜ਼ਰਰੇ 'ਚ ਮੌਜੂਦ ਹੈ ਉਹਨੂੰ ਹਮੇਸ਼ਾ ਯਾਦ ਕਰ। ਤੇ ਤੇਰੀ ਲੜਾਈ ਕਿਹਦੇ ਨਾਲ ਹੈ? ਕਿਹੜੀ ਚੀਜ਼ ਰੱਬ ਨਾਲ ਜੁੜਨ ਤੋਂ ਰੋਕਦੀ ਹੈ? ਹਉਮੈ ਮਮਤਾ ਮੋਹਣੀ ਸਭ ਮੁੱਠੀ ਅਹੰਕਾਰ, ਕਿ ਬਹੁਤੀ ਲੁਕਾਈ ਜਿਹੜੀ ਹੈ ਹਉਮੈ ਦੇ ਵਿੱਚ, ਈਗੋ ਦੇ ਵਿੱਚ, ਅਹੰਗ ਦੇ ਵਿੱਚ, ਅਨਾਹ ਦੇ ਵਿੱਚ ਫਸੀ ਹੋਈ ਹੈ। ਮਮਤਾ, ਮੇਰਾ ਟੱਬਰ, ਮੇਰੇ ਪੁੱਤਰ, ਮੇਰੇ ਧੀਆਂ, ਜਿਹਨੂੰ ਅਸੀਂ ਮੋਹ ਕਹਿੰਦੇ ਹਾਂ, ਮੋਹ ਜਾਲ। ਮੋਹਣੀ, ਕਿ ਇਸ ਦੁਨੀਆ ਦੀ ਮਾਇਆ ਨੇ ਸਾਨੂੰ ਮੋਹਿਆ ਹੋਇਆ ਹੈ, ਰੱਬ ਨਾਲੋਂ ਅਸੀਂ ਵਿਥ ਪਾ ਲੈਂਦੇ ਹਾਂ। ਸਭ ਮੁੱਠੀ ਅਹੰਕਾਰ, ਇਹ ਸਾਰੇ ਹੰਕਾਰ ਹਉਮੈ ਨੇ ਮੁੱਠਣਾ ਹੁੰਦਾ ਹੈ, ਜਿਵੇਂ ਕਿਸੇ ਚੀਜ਼ ਨੂੰ ਲੁੱਟਣਾ ਹੋਏ, ਕਿ ਜਿਵੇਂ ਸਾਡੀ ਜ਼ਿੰਦਗੀ ਇਹਨਾਂ ਹੀ ਚੀਜ਼ਾਂ ਨੇ ਲੁੱਟੀ ਹੋਈ ਹੈ। ਤੇ ਇਹਦਾ ਅਖੀਰ ਜਦੋਂ ਅੰਤ ਹੁੰਦਾ, ਸੁੰਜੀ ਦੇ ਡਰਾਵਣੀ ਜਾਂ ਜਿਉ ਵਿੱਚੋਂ ਜਾਏ। ਹੁਣ ਬਾਡੀ ਉਹੀ ਹੁੰਦੀ ਹੈ, ਪਈ ਹੁੰਦੀ ਹੈ, ਡੈਡ ਬਾਡੀ ਮਈਤ, ਉਹ ਸੁੰਜੀ ਕੱਲੀ ਹੁੰਦੀ ਹੈ। ਉਸ ਤੋਂ ਫਿਰ ਉਹਨੂੰ ਰਾਤ ਵੀ ਨਹੀਂ ਰੱਖਿਆ ਜਾਂਦਾ, ਡਰ ਆਉਂਦਾ। ਬਹੁਤ ਸਾਰੇ ਤਾਂ ਇਹ ਸਮਝਦੇ ਸੀ ਵੀ ਜੇ ਰਾਤ ਤੋਂ ਪਹਿਲੇ ਨਾ ਕ੍ਰੀਮੇਟ ਕੀਤਾ, ਨਾ ਦਫਨਾਇਆ, ਤੇ ਇਹ ਤਾਂ ਪ੍ਰੀਤ ਬਣ ਜਾਏਗਾ, ਜਿੰਨਾਤ ਬਣ ਕੇ ਆ ਜਾਏਗਾ। ਹੁਣ ਉਹੀ ਤੁਹਾਡੇ ਨਾਲ ਸਾਹ ਲੈਂਦੇ, ਹੱਸਦੇ ਖੇਡਦੇ, ਬਾਬਾ ਬੋਲਤੇ ਤੇ ਕਹਾਂਗੇ, ਜਿਹੜੇ ਤੁਹਾਡੇ ਨਾਲ ਗੱਲ ਕਰਦੇ ਸੀ ਚਲੇ ਗਏ। ਗੁਰੂ ਸਾਹਿਬ ਕਹਿੰਦੇ ਸੁੰਜੀ ਦੇ ਡਰਾਵਣੀ ਜਾਂ ਜਿਉ ਵਿੱਚੋਂ ਜਾਏ। ਜਦੋਂ ਅੰਦਰੋਂ ਪ੍ਰਾਣ ਨਿਕਲ ਗਏ ਤਾਂ ਉਸੇ ਹੀ ਡਰ ਤੋਂ, ਜਿਹਨੂੰ ਚੱਟਣਾ ਚੁੰਮਣਾ ਹੁੰਦਾ, ਉਸ ਤੋਂ ਡਰ ਲੱਗਣ ਲੱਗ ਜਾਂਦਾ ਹੈ, ਉਹ ਡਰਾਉਣੀ ਹੈ। ਭਾਏ ਬੁਲੰਦੀ ਵਿਜ ਵੀ ਧੂਓ ਨਾ ਨਿਕਸਿਓ ਕਾਏ, ਕਿ ਜਿਹੜੀ ਅੰਦਰ ਅੱਗ ਬਲਦੀ ਸੀ, ਜਿਹੜੀ ਜ਼ਾਹਰ ਹੈ ਕਿ ਲਾਈਫ ਧੜਕਦੀ ਸੀ, ਬੁਲੰਦੀ ਸੀ, ਬਲਦੀ ਸੀ, ਵਿਜ ਵੀ ਉਹ ਬੁਝ ਗਈ, ਔਰ ਧੂਆਂ ਵੀ ਨਹੀਂ ਨਿਕਲਿਆ। ਧੂਓ ਨਾ ਨਿਕਸਿਓ ਕਾਏ, ਪੰਚੇ ਰੁੰਨੇ ਦੁੱਖ ਭਰੇ ਬਿਨਸੇ ਦੂਜੇ ਪਾਏ। ਤੇ ਜਿਹੜੇ ਗਿਆਨ ਇੰਦਰੀਆਂ ਨੇ, ਅੱਖਾਂ, ਨੱਕ, ਬੁੱਲ, ਹੱਥ, ਜਿਹੜੇ ਐਆਸ਼ੀ ਕਰਵਾਉਂਦੇ ਸੀ, ਉਹ ਵੀ ਰੋ ਰਹੇ ਨੇ, ਕਿਉਂਕਿ ਉਹਨਾਂ ਨੇ ਮਾਇਆ ਦੇ ਵਿੱਚ ਫਸਾਇਆ ਹੋਇਆ ਸੀ। ਤੇ ਅਲਟੀਮੇਟ ਜਰਨੀ ਜਿਹੜੀ ਰੱਬ ਵੱਲ ਸ਼ੁਰੂ ਹੋਈ, ਉਹਦੇ 'ਚ ਜਿਹੜਾ ਉਹ ਸਾਰਾ ਕੁਝ ਜਿਹੜਾ ਉਹ ਇੱਥੇ ਰਹਿ ਗਿਆ, ਔਰ ਜੀ ਜਿਹੜਾ ਉਹ ਨਿਕਲ ਗਿਆ। ਸੁੰਜੀ ਦੇ ਡਰਾਵਣੀ, ਉਸ ਦੇਹ ਤੋਂ ਹੁਣ ਡਰ ਲੱਗਦਾ। ਜਿਨੀ ਨਾਮ ਵਸਾਰਿਆ ਦੂਜੀ ਕਾਰੈ ਲੱਗ, ਦੁਬਿਧਾ ਲਾਗੇ ਪਚ ਮੂਏ ਅੰਤਰ ਤ੍ਰਿਸ਼ਨਾ ਅਗ, ਗੁਰ ਰਾਖੇ ਸੇ ਉਬਰੇ ਹੋਰ ਮੁੱਠੀ ਧੰਦੈ ਠੱਗ। ਗੁਰੂ ਸਾਹਿਬ ਫਰਮਾਉਂਦੇ ਨੇ ਕਿ ਭਾਈ ਜਿਨ੍ਹਾਂ ਨੇ ਰੱਬ ਦੀ ਯਾਦ ਨੂੰ ਵਿਸਾਰ ਦਿੱਤਾ ਹੈ, ਦੂਸਰੇ ਕੰਮਾਂ 'ਚ ਲੱਗੇ ਹੋਏ ਨੇ, ਉਹ ਦੁਬਿਧਾ ਦੇ ਵਿੱਚ ਫਸ ਕੇ, ਡਾਈਕੋਟਮੀ 'ਚ ਫਸ ਕੇ, ਪੰਜਾਂ ਦੇ ਕਾਮ ਕ੍ਰੋਧ ਲੋਭ ਮੋਹ ਹੰਕਾਰ, ਉਸ ਦੇ ਵਿੱਚ ਫਸ ਕੇ ਪਲਚ ਪਲਚ ਸਗਲੀ ਮੂਈ
ਝੂਠੇ ਧੰਦੇ ਮੋਹ ਅੰਤਰ ਤ੍ਰਿਸ਼ਨਾ ਅੰਦਰ ਡਿਜ਼ਾਇਰਸ ਦੀ ਅੱਗ ਜਿਹੜੀ ਹੈ ਬਲਦੀ ਰਹਿੰਦੀ ਹੈ, ਜਿਹੜੀ ਟਿਕਣ ਨਹੀਂ ਦਿੰਦੀ। ਸਿਰਫ ਜਿਨ੍ਹਾਂ ਦਾ ਇਤਕਾਦ ਰੱਬ ਦੇ ਉੱਤੇ ਹੈ, ਗੁਰੂ ਦੇ ਉੱਤੇ ਹੈ, ਗੁਰ ਰਾਖੇ ਸੇ ਉਭਰੇ, ਉਹ ਆਪਣੇ ਆਪ ਨੂੰ ਇਸ ਮਾਇਆ ਦੀ ਜਕੜ ਚੋਂ ਉਭਾਰ ਸਕਦੇ ਨੇ। ਮੁੱਠੀ ਧੰਦਾ ਠੱਗ, ਬਾਕੀ ਜਿਹੜੇ ਨੇ ਉਹ ਇਸ ਮਾਇਆ ਦੀ ਠਗੌਲੀ ਦੇ ਠੱਗੇ ਜਾਂਦੇ ਨੇ। ਮੂਈ ਪ੍ਰੀਤ ਪਿਆਰ ਗਿਆ, ਮੂਆ ਵੈਰ ਵਿਰੋਧ, ਧੰਦਾ ਥੱਕਾ ਹਉ ਮੂਈ, ਮਮਤਾ ਮਾਇਆ ਕ੍ਰੋਧ, ਕਰਮ ਮਿਲੈ ਸੱਚ ਪਾਈਐ, ਗੁਰਮੁਖ ਸਦਾ ਨਿਰੋਧ। ਕਿ ਭਾਈ ਜਦੋਂ ਐਂਡ ਹੋ ਗਿਆ ਜ਼ਿੰਦਗੀ ਦਾ, ਮੂਈ ਪ੍ਰੀਤ ਪਿਆਰ ਗਿਆ, ਸਾਰੇ ਹੀ ਪ੍ਰੀਤ ਪਿਆਰ ਸਾਰਾ ਹੀ ਤੁਰਦਾ ਹੋਇਆ। ਮੂਆ ਵੈਰ ਵਿਰੋਧ, ਅਸੀਂ ਸਾਰੀ ਜ਼ਿੰਦਗੀ ਵੈਰ ਤੇ ਵਿਰੋਧ ਦੇ ਵਿੱਚ ਗੁਜ਼ਾਰੀ, ਉਹ ਵੀ ਨਾਲ ਹੀ ਮਰ ਗਿਆ। ਧੰਦਾ ਥੱਕਾ ਹਉ ਮੂਈ, ਧੰਦਿਆਂ ਦੇ ਵਿੱਚ ਫਸੇ ਹੋਏ ਸੀ, ਉਹ ਵੀ ਖਤਮ ਹੋ ਗਈ। ਮਮਤਾ ਮਾਇਆ ਕ੍ਰੋਧ, ਇਹ ਵੀ ਨਾਲ ਦੀ ਨਾਲ ਹੀ ਉੱਡ ਗਏ। ਕਰਮ ਮਿਲੈ ਸੱਚ ਪਾਈ ਹੈ, ਕਿ ਜੇ ਉਸ ਰੱਬ ਦੀ ਬਖਸ਼ਿਸ਼ ਹੋਏ, ਇਹ ਕਰਮ ਫਾਰਸੀ ਦਾ ਲਫ਼ਜ਼ ਹੈ, ਬਖਸ਼ਿਸ਼ ਬਲੇਸਿੰਗ। ਕਰਮ ਮਿਲੈ ਸੱਚ ਪਾਈ ਹੈ, ਜੇ ਰੱਬ ਦੀ ਬਖਸ਼ਿਸ਼ ਹੋਏ ਤੇ ਤੁਹਾਨੂੰ ਸੱਚ ਦਾ ਰਸਤਾ ਨਜ਼ਰ ਆਉਂਦਾ ਹੈ, ਜ਼ਿੰਦਗੀ 'ਚ ਸੱਚ ਆਉਂਦਾ ਹੈ। ਗੁਰਮੁਖ ਸਦਾ ਨਿਰੋਧ, ਜਿਹੜੇ ਗੁਰਮੁਖ ਨੇ, ਗੁਰੂ ਵੱਲ ਜਿਨ੍ਹਾਂ ਨੇ ਮੂੰਹ ਕੀਤਾ ਹੋਇਆ, ਉਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚੇ ਹੁੰਦੇ ਨੇ, ਨਿਰੋਧ 'ਚ ਹੁੰਦੇ ਨੇ। ਸੱਚੀ ਕਾਰ ਹੈ ਸੱਚ ਮਿਲੈ, ਗੁਰਮਤਿ ਪੱਲੇ ਪਾਏ, ਸੋ ਨਰ ਜੰਮੈ ਨਾ ਮਰੈ, ਨਾ ਆਵੇ ਨਾ ਜਾਏ, ਨਾਨਕ ਦਰ ਪ੍ਰਧਾਨ, ਸੋ ਦਰਗਹਿ ਪੈਂਦਾ ਜਾਏ। ਕਿ ਭਾਈ ਜਿਹੜੀ ਜੀਵਨ ਦੇ ਅੰਦਰ ਸੱਚ ਦੀ ਕਮਾਈ ਕਰਦੇ ਨੇ, ਸੱਚ ਦੇ ਨਾਲ ਮਿਲੇ ਹੋਏ ਨੇ, ਗੁਰੂ ਦੀ ਮੱਤ ਦੇ ਮੁਤਾਬਕ ਆਪਣਾ ਜੀਵਨ ਬਸਰ ਕਰਦੇ ਨੇ, ਉਹ ਫਿਰ ਬਾਰ-ਬਾਰ ਜੀਵਨ ਮਰਨ ਦੇ ਚੱਕਰ ਦੇ ਵਿੱਚ ਨਹੀਂ ਆਉਂਦੇ। ਔਰ ਗੁਰੂ ਨਾਨਕ ਸਾਹਿਬ ਫਰਮਾਉਂਦੇ ਨੇ ਕਿ ਨਾਨਕ ਦਰ ਪ੍ਰਧਾਨ, ਸੋ ਕਿ ਉਸ ਰੱਬ ਦੀ ਦਰਗਾਹ ਦੇ ਵਿੱਚ ਉਹਨਾਂ ਦਾ ਦਰਜਾ ਪੰਚਵਾੜਾ ਉੱਚਾ ਦਰਜਾ ਹੋਏਗਾ। ਸੋ ਦਰਗਹਿ ਪੈਦਾ ਜਾਏ, ਪੈਂਦਾ ਜਾਏ ਹੁੰਦਾ ਕਿਸੇ ਨੂੰ ਖਿੱਲਤ ਮਿਲਣੀ, ਸਿਰੋਂ ਪਾਓ ਮਿਲਣਾ, ਸਿਰ ਤੋਂ ਪੈਰਾਂ ਤੱਕ। ਸਿਰੋਂ ਪਾਓ ਦਾ ਵੀ ਮਤਲਬ ਸੀ ਉਹ ਖਿੱਲਤ ਜਿਹੜੀ ਸਿਰ ਤੋਂ ਪੈਰਾਂ ਤੱਕ ਹੁੰਦੀ ਹੈ, ਆਨਰ, ਕਿ ਜਿਨ੍ਹਾਂ ਨੇ ਸੱਚ ਦੇ ਵਿੱਚ ਜੀਵਨ ਗੁਜ਼ਾਰਿਆ, ਨਿਰੰਕਾਰ ਦੀ ਦਰਗਾਹ ਦੇ ਵਿੱਚ ਉਹਨਾਂ ਨੂੰ ਸਿਰੋਂ ਪਾਓ ਮਿਲੇਗਾ। ਔਰ ਉਹ ਜਿਹੜੇ ਨੇ ਸੋ ਦਰਗਹਿ ਪੈਂਦਾ ਜਾਏ, ਉਹਨਾਂ ਨੂੰ ਜਿਹੜਾ ਉਹ ਰੱਬ ਦੀ ਦਰਗਾਹ 'ਚ ਉਸ ਸਤਿਕਾਰ ਦੇ ਹੱਕਦਾਰ ਹੋ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਆਪਣੇ ਵਿਚਾਰ ਤੇ ਜਿਹੜਾ ਅੱਜ ਦਾ ਵਿਚਾਰ ਹੈ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ। ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।